नाराज छंद साज साज के सबै सलाज वीर धावही। साज साज के सबै सलाज वीर धावही। ਜਦੋਂ ਗਿਆਨ ਚਰਚਾ ਹੁੰਦੀ ਹੈ, ਜਿਨ੍ਹਾਂ ਨੂੰ ਜਿਹੜੇ ਹੱਥ ਮੰਨ ਕੇ ਲਾਜ ਆਈ ਜਿਨ੍ਹਾਂ ਨੂੰ, ਉਹ ਫਿਰ ਆਪਣੇ ਹਥਿਆਰ ਸਾਜ ਕੇ ਦੁਬਾਰਾ ਉਹ ਆਪਣਾ ਕੁਝ ਮਤਲਬ ਹੈ ਹਥਿਆਰਬੰਦ ਆਪਣੇ ਖਿਆਲ ਲੈ ਕੇ ਆਪਣਾ ਗਿਆਨ ਲੈ ਕੇ ਵਰਤ ਕੇ ਉਹ ਫਿਰ ਹੱਥ ਮੰਨ ਕੇ ਉੱਠੇ ਤੇ ਉਹਨਾਂ ਨੇ ਧਾਵਾ ਕੀਤਾ। ਜੂਝ ਜੂਝ ਕੇ ਮਰੈ ਪਰਲੋਕ ਲੋਕ ਪਾਵਹੀ। ਦੋਹਾਂ ਤਰ੍ਹਾਂ ਚ ਉੱਠਦੇ ਨੇ, ਜੂਝ ਜੂਝ ਕੇ ਮਰਾਂ। ਜੂਝ ਜਾਂਦੇ ਨੇ ਜਿਹੜੇ ਮੰਨ ਵੀ ਜਾਂਦੇ ਨੇ, ਜਿਹੜੇ ਵੀਰ ਲਫ਼ਜ਼ ਜਿਹਦੇ ਵਾਸਤੇ ਆਊਗਾ ਨਾ ਵੀਰ, ਉਹ ਮੰਨਣ ਵਾਲੇ ਵਾਸਤੇ ਹੁੰਦਾ। ਜਿਹੜਾ ਭੀਰੂ ਲਫ਼ਜ਼ ਆਊਗਾ, ਕਾਇਰ ਲਫ਼ਜ਼ ਆਊਗਾ, ਭੱਜ ਜੂਗਾ, ਉਹ ਨਾ ਮੰਨਣ ਵਾਲੇ ਵਾਸਤੇ ਆਊਗਾ। ਜਿਹੜੇ ਆਦਮੀ ਗਿਆਨ ਚਰਚਾ ਦੇ ਵਿੱਚ ਕਿਸੇ ਸਿੱਟੇ ਤੇ ਪਹੁੰਚਣ ਨੂੰ ਜੂਝਦੇ ਨੇ, ਉਹ ਵੀਰ ਹੁੰਦੇ, ਬਹਾਦਰ ਹੁੰਦੇ। ਉਹ ਇਹ ਨਹੀਂ ਦੇਖਦੇ ਕਿ ਮੈਂ ਕੀ ਜਾਣਦਾ, ਮੈਂ ਕੀ ਸੁਣਿਆ ਹੋਇਆ, ਮੈਂ ਕੀ ਸਮਝਿਆ ਹੋਇਆ, ਮੈਂ ਕੀ ਮੰਨਿਆ ਹੋਇਆ। ਮੇਰਾ ਮੰਨਿਆ ਗਲਤ ਹੋ ਸਕਦਾ। ਜਦੋਂ ਉਹਨਾਂ ਨੂੰ ਸੱਚ ਦਾ ਪਤਾ ਲੱਗਦਾ ਝੱਟ ਮੰਨ ਲੈਂਦੇ ਨੇ। ਉਹ ਵੀਰ ਮੰਨੇ ਜਾਂਦੇ ਨੇ, ਬਹਾਦਰ ਮੰਨੇ ਜਾਂਦੇ ਨੇ। ਉਹ ਮਨ ਨੂੰ ਜਿੱਤ ਲੈਂਦੇ ਨੇ। ਵੀਰ ਤਾਂ ਹੁੰਦੇ ਨੇ, ਉਹਦਾ ਮਨ ਜਿੱਤਿਆ ਜਾਂਦਾ। ਮਨੇ ਨਹੀਂ ਮੰਨਦਾ, ਮਨ ਪ੍ਰੈਸਟੀਜ ਇਸ਼ੂ ਬਣਾ ਲਵੇ ਜੇ ਵੀ ਜੋ ਵੀ ਮੇਰੇ ਕੋ ਖੋਟਾ ਗਿਆਨ ਮੈਂ ਕਿ ਮਨ ਆਪ ਖੋਟਾ ਨਾ, ਖੋਟਹਰ ਹੈ ਮਨ, ਖੋਟਹਰ। ਮਨ ਨੂੰ ਖੋਟਹਰ ਤਾਂ ਕਿਹਾ ਖੋਟ ਛੱਡਣੀ ਨਹੀਂ ਚਾਹੁੰਦਾ ਹੈ। ਜੇ ਮਨ ਖੋਟ ਛੱਡਣੀ ਮੰਨ ਲਵੇ ਤਾਂ ਮਰ ਗਿਆ ਸਮਝੋ। ਮੰਨਿਆ ਹੋਇਆ ਮਨ ਹੀ ਮਰਿਆ ਹੋਇਆ ਮਨ ਹੈ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਜਿਨ੍ਹਾਂ ਦਾ ਜਾਣਨ ਤੇ ਬਾਅਦ ਸੱਚ ਨੂੰ ਮਨ ਮੰਨ ਜਾਵੇ, ਉਹ ਬਹਾਦਰ ਹੁੰਦੇ ਨੇ। ਉਹਨਾਂ ਦਾ ਮਨ ਮਰ ਜਾਂਦਾ, ਮਨ ਜਿੱਤਿਆ ਜਾਂਦਾ। ਮਨ ਹਾਰ ਮੰਨੇ ਤੇ ਬਿਨਾਂ ਝੂਠ ਨੂੰ ਛੱਡਦਾ ਹੀ ਨਹੀਂ, ਖੋਟ ਨੂੰ ਛੱਡਦਾ ਹੀ ਨਹੀਂ। ਜਿਹੜੇ ਲੋਕ ਖੋਟ ਨੂੰ ਨਹੀਂ ਛੱਡਦੇ ਉਹ ਕਾਇਰ ਨੇ, ਭੀਰੂ ਨੇ। ਉਹਨਾਂ ਨਾਲੇ ਸੰਗਤ ਕਰਨੀ, ਰਿਸ਼ਤੇਦਾਰੀ ਕਰਨੀ ਖਾਲਸੇ ਨੂੰ ਬਵਰਜਿਤ ਮਨਾ ਕੀਤੀ ਸੀ। ਦੇਖੋ ਹਿੰਦੂਆਂ ਨਾਲ ਨਹੀਂ ਕੀਤੀ, ਮੁਸਲਮਾਨਾਂ ਨਾਲ ਨਹੀਂ ਕੀਤੀ, ਜੋਗੀਆਂ ਨਾਲ ਨਹੀਂ ਕੀਤੀ, ਉਦਾਸੀਆਂ ਨਾਲ ਨਹੀਂ ਕੀਤੀ, ਸੰਨਿਆਸੀਆਂ ਨਾਲ ਨਹੀਂ ਕੀਤੀ। ਖਾਲਸੇ ਦੀ ਲੈਣ ਦੇਣ ਬੰਦ। ਕਿਹਦੇ ਨਾਲ ਕੀਤੀ? ਧੀਰ ਮਲੀਆ ਨਾਲ ਕੀਤੀ, ਵਿਗੜਿਆ ਹੋਇਆ ਦੋਸੀ। ਰਾਮ ਰਈਆਂ ਨਾਲ ਕੀਤੀ, ਮੀਣਿਆਂ ਨਾਲ ਕੀਤੀ, ਮਸੰਦਾ ਨਾਲ ਕੀਤੀ। ਇਹ ਵਿਗੜ ਚੁੱਕੇ ਸੀ। ਇਹਨਾਂ ਨੇ ਪ੍ਰੈਸਟੀਜ ਇਸ਼ੂ ਬਣਾ ਲਿਆ ਵੀ ਸੱਚ ਦਾ ਵਿਰੋਧ ਹੀ ਕਰਨਾ। ਦੂਜਿਆਂ ਨਾਲ ਨਹੀਂ ਕੀਤੀ ਕਿ ਦੂਜਿਆਂ ਚੋਂ ਆਦਮੀ ਨਿਕਲ ਸਕਦੇ ਸੀ ਚੰਗੇ, ਇਹਨਾਂ ਚੋਂ ਕੋਈ ਨਹੀਂ ਸੀ ਨਿਕਲ ਸਕਦਾ। ਇਹਨਾਂ ਚੋਂ ਹੁਣ ਵੀ ਨਹੀਂ ਨਿਕਲਣਾ। ਜਿਹੜੇ ਉਹ ਰਲੇ ਨੇ ਸਾਡੇ ਵਿੱਚੇ ਨੇ ਉਹ ਸਾਰੇ ਜਿਹੇ, ਉਹਨਾਂ ਚੋਂ ਹੁਣ ਵੀ ਨਹੀਂ ਨਿਕਲਣਾ। ਇਸੇ ਕਰਕੇ ਬਾਰ-ਬਾਰ ਇਹੀ ਅਸੀਂ ਮੰਨਦੇ ਹਾਂ ਵੀ ਇਹ ਵਿਗੜਿਆ ਹੈ ਦੁੱਧ ਹੈ, ਜੋ ਕੁਛ ਨਹੀਂ ਨਿਕਲਣਾ। ਗੁਰੂਆਂ ਵੇਲੇ ਨਹੀਂ ਨਿਕਲਿਆ। ਸਿੱਖ ਹੋਰ ਬਥੇਰੇ ਬਣ ਜਾਣਗੇ, ਇਹਨਾਂ ਨੇ ਨਹੀਂ ਬਣਨਾ। ਜਿਹੜੇ ਸਿੱਖ ਬਣੇ ਹੋਏ ਨੇ, ਹਾਂ, ਜਿਹੜੇ ਸਿੱਖ ਬਣੇ ਹੋਏ ਨੇ ਨਾ ਨਹੀਂ ਮੰਨਦੇ, ਉਹਨਾਂ ਨੇ ਬਣਨਾ ਵੀ ਹੈ ਨਹੀਂ। ਉਹਨਾਂ ਦਾ DNA ਹੀ ਪਿੱਛੋਂ ਆਇਆ ਹੈ, ਪਿਛਲੇ ਜਨਮਾਂ ਤੋਂ ਹੀ ਲੈ ਕੇ ਵਿਰੋਧ ਕਰ ਰਹੇ ਨੇ। ਗੁਰੂਆਂ ਵੇਲੇ ਵੀ ਵਿਰੋਧ ਕਰਦੇ ਰਹੇ। ਜਿਹੜੇ ਵਿਰੋਧ ਕਰਨਗੇ ਉਹ ਵਿਰੋਧੀ ਹੋ ਰਹਿਣਗੇ, ਸੱਚ ਦੇ ਵਿਰੋਧੀ ਹੋ ਰਹਿਣਗੇ। ਉਹਨਾਂ ਦਾ ਮਨ ਖੋਟ ਹੈ, ਮਨ ਦੇ ਵਿੱਚ ਦਿਲ ਖੋਟੇ ਕਹਿ ਦਿੱਤਾ ਸੀ ਸ੍ਰੀ ਚੰਦ ਨੂੰ। ਦਿਲ ਖੋਟੇ ਆਕੀ ਫਿਰਨ, ਉਹਨਾਂ ਦੇ ਦਿਲ 'ਚ ਖੋਟ ਹੈ। ਖੋਟ ਨਹੀਂ ਛੱਡਣਗੇ ਉਹ ਕਦੇ ਵੀ। ਆਕੀ ਰਹਿਣਗੇ ਉਹ। ਕੀ ਤੋਂ ਆਕੀ ਰਹਿਣਗੇ? ਹੁਕਮ ਤੋਂ ਆਕੀ ਰਹਿਣਗੇ, ਸੱਚ ਤੋਂ ਆਕੀ ਰਹਿਣਗੇ। ਸੱਚ ਤੋਂ ਆਕੀ ਦਾ ਮਤਲਬ ਨਹੀਂ ਆਕੀ ਸੱਚ ਤੋਂ ਹੈ, ਆਕੀ ਹੁਕਮ ਤੋਂ ਹੈ, ਆਕੀ ਪਰਮੇਸ਼ਰ ਤੋਂ ਨੇ ਉਹ। ਹਾਂਜੀ। ਜੂਝ ਜੂਝ ਕੇ ਮਰੈ ਪਰਲੋਕ ਲੋਕ ਪਾਵਹੀ। ਜੂਝ ਜੂਝ ਕੇ ਮਰਾਂ, ਜੂਝਦੇ ਨੇ, ਗਿਆਨ ਚਰਚਾ ਕਰਦੇ ਨੇ, ਭਿੜਦੇ ਨੇ ਪੂਰੀ, ਪਰ ਮੰਨ ਵੀ ਜਾਂਦੇ ਨੇ। ਦੋਹਾਂ ਤਰ੍ਹਾਂ ਦੇ। ਇਹ ਨਹੀਂ ਹੈ ਵੀ ਜੋਗੀਆਂ ਦੇ ਸਾਰੇ ਗਿਆਨਵਾਨ ਨੇ, ਕਮੀਆਂ ਦੋਹਾਂ ਦੇ ਵਿੱਚ ਹੀ ਨੇ। ਦੋਹਾਂ ਦੇ ਵਿੱਚ ਗਿਆਨ ਵੀ ਦੋਹਾਂ 'ਚ ਹੁੰਦਾ, ਕਮੀਆਂ ਵੀ ਦੋਹਾਂ 'ਚ ਹੁੰਦੀਆਂ।
ਜਿੰਨਾ ਚਿਰ ਗਿਆਨ ਸਿਰੇ ਤੇ ਨਾ ਪਹੁੰਚ ਜਵੇ ਕਮੀ ਹੁੰਦੀ ਹੋਈ ਹੈ। ਜਿੰਨਾ ਚਿਰ ਸਿਰੇ ਤੇ ਗਿਆਨ ਨਾ ਪਹੁੰਚੇ, ਚਰਚਾ ਤਾਂ ਲੈਣੇ ਨੇ ਵੀ ਕੀਤੀ ਹੋ ਗੁਰੂ ਨਾਨਕ ਨਾਲ, ਸਵਾਲ ਪੁੱਛੇ ਹੋਣੇ ਨੇ, ਜੋ ਸ਼ੰਕਾਵਾਂ ਦੂਰ ਕੀਤੀਆਂ ਹੋਣੀਆਂ ਨੇ, ਪਰ ਰਿਕਾਰਡ 'ਚ ਲਿਆਉਣ ਦੀ ਲੋੜ ਹੀ ਨਹੀਂ ਸੀ ਉਹਨਾਂ ਨੂੰ। ਸਾਨੂੰ ਆਖਰ ਕੋਈ ਆਦਮੀ ਮੂਰਤੀ ਪੂਜਾ ਕਰਦਾ ਹੈ, ਦੇਵੀ ਚਾਹੁੰਦਾ ਹੈ, ਕੋਈ ਮਨੌਤ ਉਹਦੇ ਅੰਦਰ ਹੈ, ਉਹ ਪਰ ਛੜਤੀ ਇਹ ਜੂਝ ਕੇ ਮਰੇ ਵਾਲੀ ਗੱਲ ਸੀ। ਇਹੀ ਜੂਝ ਕੇ ਮਰੇ ਵਾਲੀ ਗੱਲ ਹੈ। ਛੜਦਾ ਉਹ ਇੱਕਦਮ ਨਹੀਂ ਛੱਡਿਆ ਹੈ। ਵੱਡਾ ਸਾਥੀ ਉਹਦੇ ਸੋਧੇ ਨੇ, ਅਸਲ ਚ ਅੰਦਰੋਂ ਸੋਧੇ ਨੇ, ਆਪਣੇ ਸੋਧੇ ਸਿਮਰਤ ਸਾਥ ਉਹ ਨਹੀਂ ਸੋਧੇ। ਜਿਨ੍ਹਾਂ ਦੇ ਪੜ੍ਹੇ ਤੇ ਉਹਨਾਂ ਦੇ ਸੋਧੇ ਨੇ, ਪੜ੍ਹਾਏ ਤੇ ਸਹੀ ਅਰਥਾਂ 'ਚ ਲਏ ਉਹਨਾਂ ਨੂੰ ਸਮਝਾਇਆ ਵੀ ਐ ਨਹੀਂ, ਆਇਆ ਸੀਤਾ ਤਾਂ ਅਕਲ ਦਾ ਹੀ ਨਾ ਹੈ। ਜਿਹਨੇ ਸ਼ਾਂਤੀ ਦੇਣੀ ਹੈ, ਮਨ ਨੂੰ ਸੀਤਲ ਕਰਨਾ ਹੈ, ਮਨ ਨੂੰ ਠੰਡਕ ਦੇਣੀ ਹੈ ਤਾਂ ਸੀਤਾ। ਜੇ ਮਨ ਨੂੰ ਅੱਗ ਲਾਵੇ ਫਿਰ ਸੀਤਾ ਕਾਹਦੀ ਹੈ? ਜੇ ਮਨ ਨੂੰ ਤ੍ਰਿਸ਼ਨਾ ਵੱਲ ਲੈ ਕੇ ਜਾਵੇ, ਲੋਭ ਵੱਲ ਲੈ ਕੇ ਜਾਵੇ, ਕ੍ਰੋਧ ਵੱਲ ਲੈ ਕੇ ਜਾਵੇ, ਫਿਰ ਇਹ ਸੀਤਾ, ਫਿਰ ਤਾਂ ਭੂਤ ਨਹੀਂ ਹੈ, ਫਿਰ ਨਹੀਂ ਸੀਤਾ ਹੈਗੀ ਇਹ, ਫਿਰ ਚੰਡਾਲੀ ਹੈ। ਉਹ ਬ੍ਰਾਹਮਣੀ ਨਹੀਂ ਫਿਰ ਹੈ। ਬ੍ਰਾਹਮਣੀ ਦਾ ਤਾਂ ਹੈ ਜੇ ਬ੍ਰਹਮ ਵੱਲ ਨੂੰ ਲੈ ਕੇ ਜਾਵੇ, ਜੇ ਮੌਤ ਵੱਲ ਨੂੰ ਲੈ ਕੇ ਜਾਵੇ ਫਿਰ ਚੰਡਾਲੀ ਹੈ। ਜੇ ਬ੍ਰਹਮ ਵਾਲੇ ਪਾਸੇ ਨੂੰ ਲੈ ਕੇ ਜਾਵੇ, ਬ੍ਰਹਮ ਨਾਲ ਮੇਲ ਕਰਾਵੇ, ਬ੍ਰਹਮ ਲੀਨ ਕਰਾਵੇ, ਬ੍ਰਹਮ ਲੀਨ ਹੋਣ ਦਾ ਉਪਦੇਸ਼ ਦੇਵੇ, ਫਿਰ ਤਾਂ ਮਤ ਬ੍ਰਾਹਮਣੀ ਹੈ। ਜੇ ਕਾਲ ਦੇ ਬਸ ਕਰੇ ਫਿਰ ਚੰਡਾਲੀ ਹੈ। ਜੇ ਯਮ ਦੇ ਮਾਰਗ ਪਾਵੇ ਫਿਰ ਚੰਡਾਲੀ ਹੈ। मूर्ति पूजा यम का मार्ग है, माया दी पूजा यम का मार्ग है। माया अगन है, अगन सागर विचे रखना चाहे जे, अगन सागर दे पदार्थे दुआवे जे, अगन सागर दी इच्छा पूरियां करावे जे, फिर चंडाली है, फिर ब्राह्मणी नहीं है। असल च ब्राह्मणी मत ही है साडी मत भी, कोई होर मत नहीं है, ब्राह्मणी मत ही है, गुरमत ब्राह्मणी मत ही है। असली ब्राह्मणी मत है, ब्रह्मचार है ना। कही कबीर जो ब्रह्मचार है सो ब्राह्मण कहियत है हमारे। जो ब्रह्मचार करे वो ब्राह्मण है। गुर सिख भी ब्राह्मण है, पर सही माने च ब्राह्मण है। पंडित भी है जे मन प्रबोधे, वो मन प्रबोध रहे ने। हुण जेड़ा बोध इन्हां को है ओदे ते सही बोध, जो बोध उन्हां को है सही, जद सच का पता लगता, सच का बोध चढ़ा लेंदे ने, झूठ का बोध छड़ देंदे ने। झूठ की मनौत नूं छड़ देंदे ने, सच की मनौत उहदी जगह रख लेंदे ने। जिथे सुच्चा मोती की जगह माड़ा झूठा मोती लग्या होया, उहनूं कढ के सुच्चा जड़ लेंदे ने। जे सुच्चे का पता लग जांदा ये भाई झूठा है, ये नकली मोती है तेरे माला दे विच, आ असली है, वो नकली नूं कढ के असली पा लैंदा। उहनूं की इतराज है? जे किसी नूं असली मिले फ्री च, नकली कढ के असली नहीं पाऊ। इहो जी गल है। हाँ जी, जूझ कै मरै परलोक लोक पावे, परलोक पावे ऐसे लोक च परलोक पा लैंदे ने। लोक पावे ऐसे लोक दे विच परलोक चले जांदे ने, जीवन मुक्त हो जांदे ने। जीवन मुक्त सो आखिए मर जीवे मरिया, मर के जिउंदा हो जावे। सब मर के जिउंदे हो रहे ने। ज्ञान चर्चा च मर के जिउंदे हुंदे ने। वो छड़ दित्ती ज्ञान चर्चा अज सारियां ने छड़ती। मर के जिउंदा होना नहीं चाहुंदा कोई। गल्लां करदे ने मुक्ति दियां सारे ही। ਇਹੋ ਜਿਹੇ ਜਿੰਨੇ ਹੁਣ ਕੁੰਭ ਹੋਇਆ ਸੀ, ਇਹੋ ਜਿਹੇ ਤੋਂ ਗਿਆਨ ਚਰਚਾ ਚਾਹੀਦੀ ਨਾਲ ਲੋਕ ਸੁਣਨ ਵਾਲੇ ਆਪ ਸੁਣਨ। ਚਾਹੀਦਾ ਤਾਂ ਇਹ ਸੀ। ਗੰਗਾ ਮੈਲੀ ਹੈ, ਗੰਗਾ ਦਾ ਥੋੜੇ ਗਿਆਨ ਵਾਲੀ ਮੈਲੀ ਹੈ।
ਉਹਦੀ ਪ੍ਰਵਾਹ ਕਿਸੇ ਨੂੰ ਨਹੀਂ। ਗਿਆਨ ਵਾਲੀ ਗੰਗਾ ਕਿੱਥੇ ਸੀ? ਉਹ ਗਿਆਨ ਦੀ ਗੰਗਾ ਉੱਥੇ ਚਲਾਉਣੀ ਸੀ ਆਤਮਾ ਵਾਸਤੇ, ਦੂਈ ਗੰਗਾ ਚੱਲਦੀ ਰਹੇ, ਉਹ ਤਾਂ ਸਰੀਰ ਪਾਣੀ ਪੀਣ ਵਾਸਤੇ ਹੈ। ਉਹ ਤਾਂ ਪ੍ਰਤੀਕ ਹੈ ਤਿੰਨ ਚੀਜ਼ਾਂ ਦਾ। ਤਰਵੈਣੀ ਤਾਂ ਇਹੜਾ ਪਿੰਗਲਾ ਸੁਖਮਣਾ ਤੀਨ ਵਸੈ ਇਕੱਠਾਏ ਦੀ ਉਪਦੇਸ਼ ਕਰਨਾ ਸੀ। ਉਹ ਕੀ ਹੁੰਦੀਆਂ ਨੇ? ਉਹ ਕੀਤਾ ਹੀ ਨਹੀਂ ਕਿਸੇ ਨੇ। ਤਰਵੈਣੀ ਕਮੇਟੀ ਵਾਲੇ ਵੀ ਲੰਗਰ ਚਲਾ ਕੇ ਆ ਰਹੇ ਰੋਟੀਆਂ ਦਾ। ਜੇ ਗੁਰਬਾਣੀ ਪੜ੍ਹਦੇ ਤਾਂ ਪਤਾ ਲੱਗਦਾ। ਸ਼ਬਦ ਦਾ ਲੰਗਰ ਚਲਾਉਂਦੇ ਉੱਥੇ ਜਾ ਕੇ, ਰੋਟੀਆਂ ਦਾ ਵੀ ਚਲਾਉਂਦੇ, ਕੋਈ ਗੱਲ ਨਹੀਂ। ਇਹ ਵੀ ਚਲਾਉਂਦੇ, ਵੀ ਚਲਾਉਣਾ ਚਾਹੀਦਾ, ਪਬਲਿਕ ਹੈਗੀ ਹੈ। ਸ਼ਬਦ ਦਾ ਲੰਗਰ ਕੌਣ ਚਲਾਉਂਦਾ? ਸ਼ਬਦ ਦਾ ਲੰਗਰ ਚਲਾਉਂਦੇ ਰਹੇ ਨੇ ਉੱਥੇ ਜਾ ਕੇ, ਚਲੇ ਗਏ ਮੂੰਹ ਚੱਕ ਕੇ ਕਰਾ ਕੇ ਆ ਗਏ। ਜੈ ਜੈ ਉਹ ਸੀ ਉਹ ਜੱਤੀ। ਇਹਨਾਂ ਨੇ ਕਿਉਂ ਨਾ ਕਿਹਾ ਵਿਗਿਆਨ ਦੀ ਗੰਗਾ ਵੈੜੀ ਆ ਹੋ ਰਿਹਾ ਹੈ, ਜੋ ਕੁਝ ਹੋ ਰਿਹਾ ਹੈ ਆਹ ਕੰਮ ਕਰਨਾ ਦੀ ਉੱਥੇ ਜਾ ਕੇ ਜਿਹੜਾ ਆ ਹੋ ਰਿਹਾ ਹੈ। ਹਾਂਜੀ ਪਰਲੋਕ ਲੋਕ ਪਾਈ, ਐਸੇ ਲੋਕ ਚ ਪਰਲੋਕ ਪਾ ਦਿੰਦੇ। ਜੇ ਇਲਾਹਾਬਾਦ ਜਾ ਕੇ ਪਰਲੋਕ ਨਾ ਹੋਇਆ ਹੋਰ ਕਿੱਥੇ ਹੋਊਗਾ? ਜੇ ਉੱਥੇ ਜਾ ਕੇ ਪਰਲੋਕ ਦੇ ਦਰਸ਼ਨ ਨਾ ਹੋਏ, ਪਰਲੋਕ ਦੀ ਗੱਲ ਦਾ ਨਾ ਸਮਝ ਆਈ, ਉੱਥੇ ਕਹੇ ਕੀ ਕਰਨ ਸੀ? ਪਾਲੇ ਮੰਨ ਗਏ ਸੀ, ਉੱਥੇ ਧੂੜ ਪਕੜ ਗਏ ਸੀ। ਉੱਥੇ ਸਭ ਪਖੰਡਵਾਦ ਹੈ, ਕੁਛ ਨਹੀਂ ਹੈ ਧਰਮ ਦੇ ਨਾਮ ਤੇ। ਹਾਂਜੀ ਧਾਏ ਧਾਏ ਕੈ ਹਠੀ ਘਾਏ ਘਾਏ ਝੇਲੀ। ਧਾਏ ਧਾਏ ਕੇ ਹਠੀ, ਹਠੀ ਨੇ, ਹਠੀਲੇ ਨੇ। ਦੇਖੋ ਜਿੰਨਾ ਚਿਰ ਅਗਿਆਨਤਾ ਹਟ ਹੁੰਦਾ, ਜਿੰਨਾ ਚਿਰ ਗਿਆਨ ਅਜੋ ਦੇਖੋ ਜਿਹੜਾ ਬਗੈਰ ਆਠ ਵਾਲਾ ਉਹ ਨਹੀਂ ਬੋਲ ਰਿਹਾ, ਉਹ ਚੁੱਪ ਹੈ। ਕਲਕੀ ਅਵਤਾਰ ਤਾਂ ਚੁੱਪ ਹੈ, ਉਹ ਹਟੀ ਨਹੀਂ ਹੈ। ਅਜੋ ਹਟੀਆਂ 'ਚ ਲੜਾਈ ਹੋ ਰਹੀ ਹੈ, ਗਿਆਨ ਚਰਚਾ ਹੋ ਰਹੀ ਹੈ, ਦੋਵੇਂ ਪਾਸੇ ਦੇ ਹਟੀਲੇ ਹਠੀਲੇ ਨੇ। ਉਹ ਕਹਿੰਦੇ ਨੇ ਅਸੀਂ ਠੀਕ ਹਾਂ, ਉਹ ਕਹਿੰਦੇ ਨੇ ਅਸੀਂ ਠੀਕ ਹਾਂ। ਆਪਣੇ ਆਪਣੇ ਜਿੱਥੇ ਖੜੇ ਨੇ ਜਿਹਦੇ ਨਾਲ ਉੱਥੇ ਹਠਯੋਗ ਕਰਕੇ ਖੜ ਹੁੰਦਾ ਧੜੇ ਨੇ ਨਾ। ਜਿੱਥੇ ਤੱਕ ਧੜਾ ਉੱਥੇ ਤੱਕ ਹਠਯੋਗ ਹੈ। ਜਦ ਧੜਾ ਖਤਮ ਹੋ ਜਾਂਦਾ ਸੱਚ, ਫਿਰ ਧੜਾ ਨਹੀਂ ਰਹਿੰਦਾ। ਜਦ ਮੰਨ ਜਾਂਦੇ ਨੇ ਸੱਚ ਨੂੰ, ਫਿਰ ਧੜਾ ਨਹੀਂ। ਫਿਰ ਧੜਾ ਕਿਹਦੇ ਨਾਲ ਹੁੰਦਾ? ਸੱਚ ਨਾਲ। ਜਦ ਸੱਚ ਨਾਲ ਧੜਾ, ਉਹਦਾ ਉਧਰੋਂ ਛੁੱਟ ਗਿਆ, ਉਹਦਾ ਉਧਰੋਂ ਛੁੱਟ ਗਿਆ। ਉਹਦਾ ਧੜਾ ਜੋਗੀਆਂ ਵਾਲਿਆਂ ਦਾ ਜੋਗੀ ਛੁੱਟ ਗਿਆ, ਰਾਜੇ ਵਾਲੇ ਦਾ ਰਾਜਾ ਛੁੱਟ ਗਿਆ। ਫਿਰ ਧੜਾ ਕਿਹਦੇ ਨਾਲ ਹੋ ਗਿਆ? ਸੱਚ ਨਾਲ। ਫੇਰ ਨਹੀਂ ਕਿਸੇ ਨਾਲ ਧੜਾ। ਜਿਹਦਾ ਸੱਚ ਨਾਲ ਧੜਾ ਉਹਦਾ ਕਿਸੇ ਨਾਲ ਵੀ ਧੜਾ ਨਹੀਂ, ਉਹਦਾ ਧੜਾ ਹੀ ਨਹੀਂ ਕਿਸੇ ਨਾਲ। ਘਾਏ ਘਾਏ ਝੇਲੀ। ਅਕਾਏ ਕਾਏ ਝੇਲ ਹੀ। ਅਕਾਏ ਝੇਲਦੇ ਨੇ। ਅਕਾਏ ਆਨੰਦ ਹੋ ਕੇ। ਅਕਾਏ ਹੁੰਦਾ ਰੱਜ ਕੇ, ਆਨੰਦ ਹੋ ਕੇ। ਯਾਨੀ ਜੇ ਕਾਏ ਲੱਗਦਾ ਉਹਦੇ ਨਾਲ ਆਨੰਦੇ ਹੁੰਦੇ ਨੇ। ਜੇ ਸੱਚ ਦਾ ਪਤਾ ਲੱਗਦਾ ਉਹਨੂੰ, ਉਹਦੇ ਨਾਲ ਆਨੰਦੇ ਹੁੰਦੇ ਨੇ। ਹਾਂ ਵੀ ਸਾਨੂੰ ਸੱਚ ਮਿਲ ਗਿਆ, ਸੱਚ ਮਿਲ ਗਿਆ। ਉਹ ਜਗ੍ਹਾ ਭੁੱਖ ਸੀ ਜਿੱਥੇ ਸ਼ੰਕਾ ਹੈ। ਜਿੱਥੇ ਸ਼ੰਕਾ ਉੱਥੇ ਤਾਂ ਭੁੱਖ ਸੀ। ਜਿੱਥੇ ਸ਼ੰਕਾ ਹੈ ਉੱਥੇ ਅੰਦਰ ਭੁੱਖ ਹੁੰਦੀ ਹੈ, ਉੱਥੇ ਅਗਿਆਨਤਾ ਹੁੰਦੀ ਹੈ। ਜਦ ਉਹ ਸ਼ੰਕਾ ਦੀ ਜਗ੍ਹਾ ਕੋਈ ਚੀਜ਼ ਮਿਲ ਗਈ, ਆਪੇ ਆਨੰਦ ਹੋ ਗਿਆ, ਆਪੇ ਰੱਜ ਗਏ। ਕਾਏ ਕਾਏ ਕਿਉਂ ਝੇਲਦੇ ਨੇ? ਆਨੰਦ ਰੱਜਣ ਵਾਸਤੇ। ਉਸ ਗੱਲ ਦੀ ਭੁੱਖ ਹੁੰਦੀ ਹੈ ਜਿਹੜੀ ਗੱਲ ਦਾ ਪਤਾ ਨਹੀਂ ਹੁੰਦਾ। ਇਹ ਆ ਪਤਾ ਵੀ ਗਲਤ ਮਨੌਤ ਹੋਵੇ, ਉਹ ਗੱਲ ਦੀ ਸ਼ੰਕਾ ਜ਼ਰੂਰ ਹੁੰਦੀ ਹੈ। ਇਹ ਆਪਾਂ ਨੂੰ ਪਤਾ ਵੀ ਹੈ ਨਾ ਇਹ ਗੱਲ ਦਾ, ਸ਼ੰਕਾ ਵੀ ਹੈ ਨਾ। ਕਲੀਅਰ ਨਹੀਂ ਹੈ ਪੂਰੀ। ਜੇ ਦੂਏ ਨੂੰ ਸਮਝਾਈਏ ਕਲੀਅਰ ਨਹੀਂ ਕਰ ਸਕਦੇ। ਹਾਂ ਮੰਨੀ ਬੈਠੇ ਹਾਂ ਸੁਣੀ ਸੁਣਾਈ।
ਤਾਂ ਅਸੀਂ ਆਪ ਕਰ ਸਕਦੇ ਕਰਕੇ ਦਿਖਾ ਸਕੀਏ ਤਾਂ ਹੋ ਸਕਦਾ ਉਹ ਨਹੀਂ ਕਾਏ ਕਾਏ ਖੇਲ ਆਨੰਦ ਹੋਏ ਹੋਏ ਨੇ ਕਾਏ ਖੇਲਦੇ ਨੇ ਕੋਈ ਨਹੀਂ ਕੋਈ ਕਹੋ ਗੱਲ ਸਭ ਨੂੰ ਛੂਟ ਹੈ ਪਰ ਗੱਲ ਅਕਲ ਦੀ ਉਹ ਜਲਦੀ ਹੁੰਦੀ ਹੈ ਤੇ ਬੇਅਕਲੀ ਵਾਲੀ ਗੱਲ ਕਰ ਹੀ ਨਹੀਂ ਸਕਦਾ ਉੱਠ ਕੇ ਬਹੁਤ ਉੱਚੇ ਸਟੈਂਡਰਡ ਦੀ ਚਰਚਾ ਚੱਲ ਰਹੀ ਹੈ ਛੋਟੀ ਮੋਟੀ ਸਟੈਂਡਰਡ ਦੀ ਚਰਚਾ ਨਹੀਂ ਚੱਲ ਰਹੀ ਪਛੇਲ ਪਾਮ ਨਾ ਚਲੈ ਅਰੇਲ ਵੀਰ ਠੇਲ ਹੀ ਪਛੇਲ ਪਾਮ ਨਾ ਚਲੈ ਪਿੱਛੋਂ ਨੂੰ ਨਹੀਂ ਪਾਉ ਕੋਈ ਹਟਾਉ ਜੇ ਕੋਈ ਗੱਲ ਕਰਦਾ ਹੈ ਉਹਦੀ ਕਾਟ ਚਾਹੇ ਉਹਦੇ ਕੋਲ ਗਲਤੇ ਕਾਟ ਹੈ ਚਾਹੇ ਉਹਦੀ ਗਲਤੇ ਮਨੌਤ ਹੈ ਉਹ ਗਲਤ ਨੂੰ ਹੀ ਗਾਹਾਂ ਦੱਸ ਦਿੰਦਾ ਅਰੇਲ ਵੀਰ ਗਲਤ ਕਿਵੇਂ ਹੁੰਦੀ ਹੈ ਜਿਹੜੇ ਇਹ ਹੁੰਦੇ ਨਾ ਤਤ ਗਿਆਨ ਵੇਦਬਾਣੀ ਇਹਦੇ ਅਰਥਾਂ ਦੇ ਅਨਰਥ ਕੀਤੇ ਹੁੰਦੇ ਨੇ ਉਹ ਜਿਹੜੇ ਅਰਥਾਂ ਦੇ ਅਨਰਥ ਕੀਤੇ ਹੁੰਦੇ ਨੇ ਉਹ ਮਨੌਤ ਜਿਹੜੀ ਹੁੰਦੀ ਹੈ ਦਾਗੀ ਮਨੌਤ ਹੁੰਦੀ ਹੈ ਉਹ ਗੱਲਾਂ ਉਹਦੇ ਤੇ ਕਵਿਤਾ ਲੋਕਾਂ ਦੀ ਹੋਰ ਬਣਾਈ ਹੁੰਦੀ ਹੈ ਜਿਵੇਂ ਸਾਡੇ ਭਾਈ ਗੁਰਦਾਸ ਦੀਆਂ 12 ਬਣਾ ਕੇ ਬਹਿ ਗਏ ਉਹ ਜਦ ਲਿਆ ਕੇ ਬਾਹਰ ਵਿੱਚ ਠੋਕ ਦਿੰਦੇ ਨਾ ਗੁਰਬਾਣੀ ਦੇ ਨਾਲ ਮੇਲ ਖਾਂਦੇ ਨੇ ਉਹ ਬੈਲੈਂਸ ਵਿਗਾੜ ਦਿੰਦੀ ਹੈ ਅਰੇਲ ਵੀਰ ਹਾਂ ਉਹ ਵਿੱਚ ਇਹੋ ਜਿਹੀ ਰੇਲ ਛੱਡ ਦਿੰਦੇ ਨੇ ਲਿਓ ਲਾਉਣ ਵਾਲੀ ਗੱਲ ਇਹੋ ਜਿਹੀਆਂ ਗੱਲਾਂ ਠੇਲ ਦਿੰਦੇ ਨੇ ਆ ਕੇ ਉਹਦਾ ਮੰਨੀ ਬੈਠੇ ਨੇ ਕੁੰਜੀ ਹੈ ਇਹ ਆਹੀ ਕੁਛ ਕੀਤਾ ਸੀ ਉਹਨਾਂ ਨੇ ਕੁੰਜੀ ਬਣਾਉਣ ਵਾਸਤੇ ਬਈ ਗੁਰਬਾਣੀ ਨੂੰ ਰੱਦ ਕਰ ਦੋ ਗੁਰਦਾਸ ਦੀ ਬਾਣੀ ਨਹੀਂ ਰੱਦ ਹੋ ਸਕਦੀ ਕਿਉਂਕਿ ਇਹ ਕੁੰਜੀ ਹੈ ਜਿਨ੍ਹਾਂ ਨੇ ਬਣਾਈਆਂ ਤੇ ਉਹਨਾਂ ਨੇ ਕੁੰਜੀ ਤਾਂ ਕਿਹਾ ਸੀ ਵੀ ਇਹਨੂੰ ਤਾਂ ਰੱਦ ਕੀਤਾ ਜਾ ਸਕਦਾ ਹੈ ਉਹ ਤਾਂ ਕਹਿ ਚੰਡੀਗੜ੍ਹ ਕਿਹਾ ਨਹੀਂ ਸੀ ਮੋਹਾਲੀ ਜਦ ਗਏ ਸੀ ਉਹ ਕਹਿੰਦੇ ਗੁਰਬਾਣੀ ਛੱਡ ਦਾਂਗੇ ਗੁਰਦਾਸ ਦੀਆਂ ਬਾਰਾਂ ਨਹੀਂ ਛੱਡਦੇ ਗੁਰਬਾਣੀ ਤਾਂ ਛੱਡ ਸਕਦੇ ਆ ਗੁਰਦਾਸ ਦੀਆਂ ਬਾਰਾਂ ਨਹੀਂ ਛੱਡਦੇ ਚਾਹੇ ਗਲਤ ਹੋਣ ਤੁਸੀਂ ਆਪਣੀ ਗੁਰਬਾਣੀ ਲੈ ਜਾਓ ਗੁਰਦੁਆਰੇ 'ਚ ਜਦ ਮੈਂ ਕਿਹਾ ਉਹਨੂੰ ਮੈਨੇਜਰ ਨੂੰ ਜਾ ਕੇ ਆਏ ਕਹਿੰਦੇ ਨੇ ਮੈਂ ਕਿਹਾ ਅਕਾਲ ਤਖਤ ਤੇ ਲਿਖ ਦਿਆ ਹੱਥ ਬੰਨਣ ਲੱਗ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਿਓ ਸਾਡਾ ਅਸੀਂ ਲੈ ਜਾਂਦੇ ਆ ਤੁਸੀਂ ਗੁਰਦਾਸ ਦੀਆਂ ਬਾਣਾਂ ਪ੍ਰਕਾਸ਼ ਕਰ ਲਓ ਫੇਰ ਆ ਨਿਸ਼ਾਨ ਲਾ ਦਿਓ ਸਾਡਾ ਤੁਸੀਂ ਮਾਮੇ ਲੱਗਦੇ ਹੋ ਲਾਹੋ ਕਸ਼ਹਿਰੇ ਲਾਹੋ ਕੜੇ ਗੁਰਦਾਸ ਤੋਂ ਜੋ 12 ਚ ਆਏ ਪਾ ਲਓ ਉਹ ਤਾਂ ਸਾਡਾ ਸਭ ਕੁਛ ਤੁਸੀਂ ਕੌਣ ਹੁੰਦੇ ਹੋ ਕਹੇ ਬੈਠੇ ਜੋਸ਼ ਚਾ ਕੇ ਮੂਰਖ ਆਦਮੀ ਦਾ ਕੀ ਹੁੰਦਾ ਜੋਸ਼ ਚਾ ਕੇ ਕਹਤਾ ਪਿੱਛੋਂ ਪਛਤਾਉਣ ਕੀ ਕਹਿ ਬੈਠੇ ਇਹ ਤਾਂ ਇਹੋ ਜਿਹੇ ਨੇ ਮੀਣੇ ਨੇ ਨਾ ਇਹ ਮੀਣੇ ਨੇ ਇਹਨਾਂ ਨੂੰ ਨਹੀਂ ਬਾਣੀ ਸਿੰਘ ਮਤਲਬ ਇਹਨਾਂ ਗੁਰੂ ਤਾਂ ਉਤੋਂ ਕਹਿੰਦੇ ਨੇ ਇਹ ਦੇਖੋ ਬ੍ਰਾਹਮਣ ਨੇ ਭੱਟ ਜਿਨ੍ਹਾਂ ਨੇ ਸਬਈਏ ਲਿਖੇ ਨੇ ਉਹ ਜੋ ਵਾਹਿਗੁਰੂ ਲਫ਼ਜ਼ ਭੱਟ ਵਾਲਾ ਫੜ ਲਿਆ ਗੱਲ ਕਰਦੇ ਕਿ ਇਹਦਾ ਬਾਹਮਣ ਦੇ ਚੇਲੇ ਨੇ ਬਾਹਮਣ ਨੇ ਗੁਰੂਆਂ ਵਾਲਾ ਛੱਡਤਾ ਗੁਰੂਆਂ ਨੇ ਕਿਤੇ ਵਾਹਿਗੁਰੂ ਨਹੀਂ ਕਿਹਾ ਹੋਇਆ ਫਤਿਹ ਦਸਮ ਪਾਤਸ਼ਾਹ ਨੇ ਬੁਲਾਈ ਹੈ ਫਤਿਹ ਵਾਹਿਗੁਰੂ ਜ਼ਰੂਰ ਵਰਤਿਆ ਇਹਨੂੰ ਮੰਨਦੇ ਨਹੀਂ ਉਹ ਵਾਹਿਗੁਰੂ ਤਾਂ ਫਤਿਹ ਮੰਨਿਆ ਹੋਇਆ ਫਿਰ ਦਸਮ ਗ੍ਰੰਥ 'ਚ ਵਾਹਿਗੁਰੂ ਲੋ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਇਹਨੂੰ ਤੁਸੀਂ ਮੰਨਣ ਨੂੰ ਤਿਆਰ ਨਹੀਂ ਗ੍ਰੰਥ ਨੂੰ ਵਾਹਿਗੁਰੂ ਸ਼ਬਦ ਨੂੰ ਮੰਨੀ ਬੈਠੇ ਹੋ ਨਾਲੇ ਉਹਨੂੰ ਕਹਿੰਦੇ ਉੱਥੇ ਕਿਹਾ ਗੁਰਮੰਤਰ ਹੈ ਤੁਸੀਂ ਕਹਿੰਦੇ ਨਾਮ ਹੈ ਗੁਰਮੰਤਰ ਤਾਂ ਵੇ ਬਾਣੀ ਹੈ ਸਾਰੀ ਉਹ ਜੇ ਵਾਹਿਗੁਰੂ ਗੁਰਮੰਤਰ ਹੈ ਗੁਰਮੰਤਰ ਤਾਂ ਸਾਰੀ ਗੁਰਬਾਣੀ ਨੂੰ ਕਿਹਾ ਹੋਇਆ ਫਿਰ ਗੁਰਬਾਣੀ ਹੈ ਸਾਰੀ ਗੁਰਮੰਤਰ ਤਾਂ ਵਾਹਿਗੁਰੂ ਤਾਂ ਵੀ ਗੁਰਬਾਣੀ ਬਣਿਆ ਉੱਥੋਂ ਵੀ ਅਰਥ ਕੱਢੀਏ ਬਾਹਰ ਚੋਂ ਵੀ ਤਾਂ ਗੁਰਬਾਣੀ ਹੀ ਵਾਹਿਗੁਰੂ ਹੈ ਸਾਰੀ ਵਾਹੇ ਉਸਤਤੀ ਗੁਰੂ ਪਰਮੇਸ਼ਰ ਦੀ ਵਾਹਿਗੁਰੂ ਸ਼ਬਦ ਦਾ ਅਰਥ ਬਣਦਾ ਹੈ ਪਰਮੇਸ਼ਰ ਦੀ ਉਸਤਤੀ ਔਰ ਠੀਕ ਲਿਖਿਆ ਉਹਨੇ ਵਾਹਿਗੁਰੂ ਗੁਰਮੰਤਰ ਹੈ ਇਹ ਗੁਰਮੰਤਰ ਹੈ ਸਾਰੀ ਗੁਰਬਾਣੀ ਵਾਹਿਗੁਰੂ ਗੁਰਮੰਤਰ ਦਾ ਨਾਮ ਹੀ ਵਾਹਿਗੁਰੂ ਹੈ ਗੁਰਬਾਣੀ ਦਾ ਨਾਮ ਵਾਹਿਗੁਰੂ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਹ ਬਾਣੀ ਜਿਹੜੀ ਤੁਰਕੀ ਬਾਣੀ ਉਹ ਨਿਰੰਕਾਰ ਹੈ ਇਹ ਗੁਰਬਾਣੀ ਹੈ ਇਹ ਨਿਰੰਕਾਰ ਨਹੀਂ ਹੈ ਤੁਰਕੀ ਬਾਣੀ ਜਿਹੜੀ ਮੱਖਣ ਹੈ ਇਹ ਦੁੱਧ ਹੈ ਪ੍ਰਥਮੇ ਮੱਖਣ ਪਾਛੇ ਦੁੱਧ ਉਹ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਹੈ ਕੰਨਾਂ ਨੂੰ ਸੁਣਨ ਵਾਲੀ ਹੈ ਨਾਮ ਬਣਾ ਲਿਆ
ਉਹ ਗੁਰਬਾਣੀ 'ਚ ਸਮਾਇਆ ਹੋਇਆ ਨਾਮ, ਇਹਨੂੰ ਰੜਕਣਾ ਉੱਥੋਂ ਮਿਲ ਜੂਗਾ। ਜਦੋਂ ਇਹੋ ਜਿਹੀਆਂ ਗੱਲਾਂ ਮਨੌਤਾਂ ਬਣ ਜਾਣ, ਇਹੋ ਜਿਹੀਆਂ ਠੇਲ ਦਿੰਦੇ ਨੇ ਲਿਆ ਕੇ। ਹੁਣ ਪੈਰ ਨਹੀਂ ਲੱਗਣੇ ਇਹਨਾਂ ਦੇ ਕਿਤੇ ਵੀ। ਹੁਣ ਬਿੱਲੀ ਥੈਲੇ ਤੋਂ ਬਾਹਰ ਆ ਗਈ, ਥੈਲੇ 'ਚ ਤਾਂ ਕੋਈ ਕਹਿੰਦਾ ਖਰਗੋਸ਼ ਹੈ, ਬਿੱਲੀ ਨੂੰ ਬਿੱਲੀ ਹੋਵੇ ਥੈਲੇ 'ਚ, ਕੋਈ ਖਰਗੋਸ਼ ਕਹਿ ਦੇਵੇ ਉਹਨੂੰ, ਕੋਈ ਕਤੂਰਾ ਕਹਿ ਦੇਵੇ, ਕੁੱਤੇ ਦਾ ਬੱਚਾ ਕਹਿ ਦੇਵੇ, ਕੋਈ ਮਿਰਗ ਦਾ ਬੱਚਾ ਕਹਿ ਦੇਵੇ, ਕੋਈ ਕੁਛ ਕਹਿ ਦੇਵੇ। ਕਿਹੜਾ ਬਾਹਰ ਆਈ ਹੋਈ ਹੈ? ਆਪਣੇ ਆਪਣੇ ਅੰਦਾਜ਼ੇ ਦੇ ਹੱਸਦੇ ਹੁਣ ਸਹੀ। ਹੁਣ ਅੰਦਾਜ਼ੇ ਦੇ ਹੱਸ ਨਾ 10 ਹੁੰਦੇ ਨਾ ਅੱਧੇ ਨਹੀਂ ਹੋ ਸਕਦੇ। ਹੁਣ ਗੱਲ ਕਲੀਅਰ ਹੈ। ਜਿਹਨੂੰ ਨਹੀਂ ਕਲੀਅਰ ਦੇਖ ਲਵੇ, ਉਹ ਦੱਸ ਦੇਵੇ ਕਲੀਅਰ ਕੀ ਹੈ। ਜੇ ਨਹੀਂ ਕਲੀਅਰ ਤਾਂ ਉਹ ਦੱਸੇ। ਜੇ ਇਹ ਗੱਲ ਕਲੀਅਰ ਨਹੀਂ ਹੈ ਤਾਂ ਉਹ ਦੱਸੇ ਕਲੀਅਰ ਕੀ ਹੈ। ਉਹ ਆਪ ਦੱਸੇ ਕਲੀਅਰ ਕੀ ਹੈ, ਉਹ ਕਲੀਅਰ ਆਪ ਕਰਾ ਦੇਵੇ। ਸਾਰੀ ਗੱਲ ਕਲੀਅਰ ਹੈ। ਜੇ ਕਿਸੇ ਨੂੰ ਹੋਰ ਕਲੀਅਰ ਹੈ, ਜੇ ਇਦੋਂ ਵੀ ਜ਼ਿਆਦਾ ਕਲੀਅਰ ਕਰ ਸਕਦਾ, ਚੰਗੀ ਗੱਲ ਹੈ, ਮਾੜੀ ਨਹੀਂ ਹੈ ਉਹ। ਮੈਂ ਜੇ ਕਰੂਗੀ ਇਹਦੇ ਨਾਲ ਹੋਰ ਇੱਕ ਉਹਨਾਂ ਦੀ ਹੋਰ ਛਿੱਲ ਲਾਹੂਗਾ, ਜਿਹੜੀ ਬਚ ਗਈ ਛਿੱਲ ਉਹ ਵੀ ਲਾ ਦੂ। ਉਹ ਜਿਹੜੀ ਸਾਤੋਂ ਬਚ ਗਈ ਹੋਈ ਨਾ ਛਿੱਲ, ਉਹ ਵੀ ਲਾਹੂਗਾ। ਫਿਰ ਜੇ ਕੋਈ ਹੋਰ ਕਲੀਅਰ ਕਰੂ, ਜੇ ਜੋ ਕਲੀਅਰ ਹੋਊਗੀ ਉਹਨਾਂ ਦੀ ਤੌੜੀ ਲਹੂਗੀ, ਪਖੰਡਵਾਦ ਦੀ ਤੌੜੀ ਲਹੂਗੀ। ਹੋਰ ਜੇ ਰਹਿ ਗਈ ਸਾਤੇ ਥੋੜੀ ਬਹੁਤੀ। ਹਾਂਜੀ, ਕੋਪ ਦੇ ਸਭਾ। ਕੋਪ ਕਹਿੰਦਾ ਹੱਦ ਤੋਂ ਵੱਧ ਕੋਪ ਹੋ ਗਿਆ। ਕੋਪ ਹੁੰਦਾ ਜ਼ਿਆਦਾ ਕੋਪ। ਕੋਪ ਦੇ ਇੱਕ ਦੂਜੇ ਪੂਰੇ ਯਾਨੀ ਪੂਰੇ ਗੁੱਸੇ ਨਾਲ ਆਉਂਦੇ ਨੇ ਲੈ ਕੇ, ਜਾਂ ਗੱਲ ਕੱਟੀ ਜਾਂਦੀ ਹੈ ਉਹ ਉਹਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ। ਜਿਵੇਂ ਭਲਵਾਨ ਘੁਲਦੇ ਹੁੰਦੇ ਨੇ, ਘੁਲਦੇ ਨਹੀਂ, ਪੂਰਾ ਜ਼ੋਰ ਲਾਉਂਦੇ ਨੇ, ਪੂਰੀ ਬੁੱਧੀ ਦਾ ਇਸਤੇਮਾਲ ਕਰਦੇ ਨੇ, ਵਰਤਦੇ ਨੇ। ਹਾਂ, ਸਰੋਗ ਸੂਰ ਧਾਏ ਹੈ। ਸਰੋਗ ਸਰੋਖ ਸੂਰ ਧਾਏ। ਸਰੋਖ ਰੋਖ ਨਾਲ। ਸਰੋਖ ਹੁੰਦਾ ਹੈ ਰੋਖ, ਗੁੱਸੇ ਵਾਲਾ ਰੋਖ ਨਹੀਂ ਹੈ। ਰੋਖ ਤਾਂ ਜ਼ਰੂਰ ਹੈ ਪਰ ਨਫ਼ਰਤ ਵਾਲਾ ਰੋਖ ਨਹੀਂ। ਜਿਹੜੇ ਰੋਖ ਦੇ ਵਿੱਚ ਨਫ਼ਰਤ ਹੋਵੇ ਉਹ ਰੋਖ ਹੁੰਦਾ। ਸਰੋਖ ਦੇ ਵਿੱਚ ਮੁਹੱਬਤ ਵਾਲਾ ਹੁੰਦਾ। ਜਿਵੇਂ ਪੰਡਿਆ ਕਵਣ ਕੁਮਤ ਤੁਮ ਲਾਗੇ, ਇਹ ਤਾਂ ਕੁਮਤ ਕਹਿਤਾ ਪੰਡੇ ਨੂੰ, ਇੱਥੇ ਐ ਲੱਗਦਾ ਵੀ ਨਫ਼ਰਤ ਹੈ। ਬੁੱਢੋ ਕੇ ਪਰਿਵਾਰ ਸਕਲ ਸੋ ਨਾਮ ਨਾ ਜਪੋ ਅਭਾਗੇ, ਇੱਥੇ ਹਮਦਰਦੀ ਦਿਖਾਤੀ। ਨਹੀਂ ਤਾਂ ਬੁੱਢੇ ਭਾਈ ਭਾਈ ਕਹਿ ਕੇ ਹਮਦਰਦੀ ਦਿਖਾਤੀ। ਇਹ ਸਰੋਖ ਹੈ, ਗੁੱਸਾ ਵੀ ਹੈ ਔਰ ਹਮਦਰਦੀ ਵੀ ਹੈ ਨਾਲ। ਜਿਵੇਂ ਅਸੀਂ ਨਿਆਣੇ ਨੂੰ ਕਹਿੰਦੇ ਉਹ ਪੜ੍ਹ ਲੈ ਪਛਤਾਏਗਾ ਨਹੀਂ, ਉਹ ਕਹਿੰਦੇ ਡੰਗਰ ਚਾਰਦਾ ਫਿਰੇਗਾ, ਫਿਰ ਆ ਦੇਖ ਲੈ ਹਲ ਦੇਖ ਲੈ, ਫਿਰ ਇਹੋ ਜਿਹਾ ਕੁਛ ਕਰਨਾ ਪਊਗਾ। ਸਮਝੇ ਨਹੀਂ? ਉਹ ਗੱਲ ਹੈ, ਗੁੱਸਾ ਤਾਂ ਹੈ ਨਾਲ ਹਮਦਰਦੀ ਹੈ। ਸਰੋਖ ਕਹਿੰਦੇ ਨੇ ਉਹਨੂੰ। ਸੂਰ ਧਾਏ ਹੈ। ਹਾਂ, ਸੂਰ ਧਾਏ। ਸੂਰ ਮੇਂ ਗੱਲ ਕਰਦੇ ਨੇ, ਲੱਗਦਾ ਗੁੱਸੇ ਨਾ ਕਰਦੇ ਨੇ ਗੱਲ, ਪਰ ਅੰਦਰ ਮੁਹੱਬਤ ਹੈ, ਪ੍ਰੇਮ ਹੈ, ਅੰਦਰੋਂ ਨਹੀਂ ਗੁੱਸਾ ਕਿਸੇ ਨਾਲ। ਉਹ ਜਦ ਉਹਦੀ ਗੱਲ ਕੱਟ ਮਨੌਤ ਕੱਟ ਹੁੰਦੀ ਹੈ ਦੂਏ ਤੇ ਦੂਏ ਦੀ, ਉਹਦੇ ਨਾਲ ਗੁੱਸਾ ਕਰ ਜਾਂਦੇ ਨੇ। ਦੇਖੋ ਨਾ, ਜਾਂ ਦੋ ਭਲਵਾਨ ਘੁਲਦੇ ਨੇ ਗਰਮੀ, ਤਾਂ ਉਹਨਾਂ ਨੂੰ ਸਰੀਰ ਤਾਂ ਉਹਨਾਂ ਦੇ ਵੀ ਗਰਮ ਹੋਏ ਜਾਂਦੇ ਨੇ। ਹੱਥਾਂ ਨੂੰ ਦੋ ਨੂੰ ਬੜੀਏ ਤਾਂ ਦੋਏ ਗਰਮ ਹੋ ਜਾਂਦੇ ਨੇ ਹੱਥ। ਜਾਂ ਰਗੜਾ ਚੱਲਦਾ ਹੈ, ਰਗੜ ਚੱਲਦੀ ਹੈ ਬੁੱਧੀ ਦੀ ਚਰਚਾ ਦੇ ਵਿੱਚ, ਉਹ ਜਿਹਾ ਗੁੱਸਾ ਹੈ। ਧਾਏ ਧਾਏ ਜੂਝ ਹੈ, ਅਰੂਜ ਜੂਝ ਜਾਏ ਹੈ। ਧਾਏ ਧਾਏ ਜੂਝ ਹੈ, ਧਾਏ ਧਾਏ ਕੇ ਜੂਝਦੇ ਨੇ। ਕਈ ਅਰੂਜ ਜੂਝ ਆ ਜਾਏ, ਕਈ ਐਸੀ ਗੱਲ ਕਰ ਜਾਂਦੇ ਨੇ ਜਿਹੜੀ ਅਰੂਜ ਹੁੰਦੀ ਹੈ, ਜੂਝਣ ਵਾਲੀ ਨਹੀਂ, ਯਾਨੀ ਉਲਟੀ ਗੱਲ ਕਰ ਜਾਂਦੇ। ਹਾਂ, ਉਲਟੀ ਕਨਸੈਪਟ ਤੋਂ ਉਲਟ ਗੱਲ ਕਰ ਦਿੰਦੇ ਨੇ, ਸਗੋਂ ਉਹਦੇ ਹੀ ਖਿਲਾਫ ਜਾਂਦੀ ਹੁੰਦੀ ਹੈ ਗੱਲ। ਜਿਵੇਂ ਭਾਈ ਗੁਰਦਾਸ ਦੀਆਂ 12 ਚੋਂ ਲੈ ਲੈਂਦੇ, ਉਹਨੇ ਲੈ ਲਿਆ ਨਾ ਬਈ ਉਹ ਕੀੜੀ ਤਾਂ ਜਾਂਦੀ ਹੈ ਇੱਧਰ ਦੀ, ਉਹ ਫੜ ਤੈਨੂੰ ਥੱਲੇ ਦੀ ਚੜ ਕੇ ਉੱਤੇ ਉਹ ਪੰਛੀ ਸਿੱਧਾ ਹੀ ਚਲੇ ਜਾਂਦਾ। ਆਪਣੀ ਅਣਦਾ ਨੇ ਮਿਸਾਲ ਦਿੱਤੀ,
ਚਾਰ ਤਰੀਕੇ ਨੇ ਜੀ, ਤੇ ਗੁਰਬਾਣੀ ਦਾ ਕਹਿੰਦੀ ਤਰੀਕਾ ਇੱਕ ਹੈ। ਹੁਣ ਆਮ ਆਦਮੀ ਨੂੰ ਨਹੀਂ ਪਤਾ ਇਸ ਗੱਲ ਦਾ, ਅਰੂਜ ਹੈ। ਉਹਨੇ ਤਾਂ ਇਸ ਕਰਕੇ ਬਲਜੀਤ ਸਿੰਘ ਨੇ ਗੱਲ ਕੀਤੀ ਸੀ, ਉਹਨੂੰ ਪਤਾ ਸੀ ਅਸੀਂ ਬੈਠੇ ਸੀ ਉੱਥੇ ਵੀ ਮੇਰੀ ਗੱਲ ਕੱਟੀ ਜਾਣੀ ਹੈ ਜੇ ਮੈਂ ਬਾਹਰ ਦੀ ਕੀਤੀ, 12 ਤੋਂ ਖਿਲਾਫ ਨੇ। ਉਹਨੇ ਆਪਣੇ ਜਾਣੇ ਉਹ ਗੱਲ ਕੀਤੀ ਵੀ ਕੱਟੇ ਨਹੀਂ ਸਕਦਾ ਇਹਨੂੰ ਕੋਈ, ਉਹੀ ਗਲਤ ਸੀ। ਪ੍ਰਿੰਸੀਪਲ ਸੀ ਚੌਥੇ ਕਲਾਂ ਦਾ ਬਲਜੀਤ ਸਿੰਘ ਗੋਬਿੰਦਗੜ੍ਹ। ਔਰ ਮੰਦਰ ਦੇ ਵਿੱਚ ਬੈਠੇ ਹੋ ਤੁਸੀਂ, ਬਾਹਮਣ ਦੇ ਖਿਲਾਫ ਗੱਲ ਕਰਦੇ ਹੋ, ਕੀ ਲੋੜ ਹੈ? ਮੰਦਰ ਦੀ ਜਗ੍ਹਾ ਦੇਤੀ, ਪੰਡਤ ਦੇ ਖਿਲਾਫ ਗੱਲ ਕਰਦੇ ਹੋ, ਕੋਈ ਹੋਰ ਗੱਲ ਕਰ ਲੋ। ਦੇਖੋ ਨਾ, ਨਫ਼ਰਤ ਵਾਲੀ ਗੱਲ ਹੈ ਇਹ। ਮੈਂ ਕਹਿੰਦਾ ਮਤਲਬ ਹੋਇਆ ਵੀ ਚਾਰ ਤਰੀਕੇ ਹੋ ਗਏ ਪਹੁੰਚਣ ਦੇ ਸੱਚਖੰਡ। ਇੱਕ ਕੀੜੀ ਪਹੁੰਚਦੀ ਹੈ, ਇੱਕ ਕੋਈ ਹੋਰ ਚੀਜ਼ ਪਹੁੰਚਦੀ ਹੈ, ਇੱਕ ਪੰਛੀ ਸਿੱਧਾ ਹੀ ਉੱਡ ਕੇ ਪਹੁੰਚ ਜਾਂਦਾ। ਕਬੀਰ ਤਾਂ ਕਹਿੰਦਾ ਫਾਂਸਨ ਕੀ ਵੀ ਸਭ ਕੁਝ ਜਾਣੇ, ਛੁੱਟਣ ਕੀ ਇੱਕੋ ਵਿਧੀ ਛੁੱਟਣ ਦੀ, ਥੋੜੇ ਤਾਂ ਚਾਰ ਵਿਧੀਆਂ ਹੋ ਗਈਆਂ। ਪੰਡਤ ਵਾਲੀ ਵਿਧੀ ਵੀ ਫਿਰ ਠੀਕ ਸੀ, ਪੰਡਤ ਦੇਰ ਨਾਲ ਜਾਂਦਾ, ਇਹਦਾ ਮਤਲਬ ਬੱਫੇ ਖੇਲ ਗਿਆ। ਤੂੰ ਗੁਰਮਤਿ ਤੋਂ ਉਲਟ ਗੱਲ ਕਹੀ ਹੈ, ਤਾਂ ਗੁਰਮਤਿ ਤੋਂ ਹੀ ਉਲਟ ਹੈ। ਇਹੋ ਜਿਹੀਆਂ ਗੱਲਾਂ ਕਹਿ ਜਾਂਦੇ ਨੇ, ਆਮ ਆਦਮੀਆਂ ਨੂੰ ਨਹੀਂ ਪਤਾ ਲੱਗਦਾ ਵੀ ਉਲਟ ਹੈ। ਚਲਦੀ ਹੈ, ਬਾਹਰ ਚੱਲ ਰਹੀ ਹੈ, ਬਾਹਰ ਚੱਲ ਰਹੀ ਹੈ, ਇਹਦਾ ਰੋਜ਼ ਉਹ ਕਥਾ ਕਰ ਰਹੇ ਨੇ ਪਿੰਡਾਂ ਜਾ ਕੇ, ਔਰ ਗੁਰਮਤਿ ਤੇ ਉਲਟ ਹੈ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਕਿੱਥੇ? ਗੁਰਮੁਖ ਤਾਂ ਆਵਣ ਜਾਣ ਰਹੀ ਹੈ। ਚੱਲਦਾ ਤਾਂ ਮਨ ਚਲਾਇਮਾਨ ਹੈ, ਮਨ ਚੱਲਿਆ ਕਿੱਥੇ ਨੂੰ? ਥਿਰ ਹੋਣਾ ਉਹਨੇ ਤਾਂ, ਗੁਰਮੁਖ ਦਾ ਅਡੋਲ ਹੋਣਾ, ਅਡੋਲ ਚੱਲਦਾ ਹੁੰਦਾ, ਬਸ ਚੱਲਦਾ, ਪਤਾ ਹੀ ਨਹੀਂ ਕਾਸੇ ਦਾ ਹੈ। ਉਹ ਗੁਰਮੁਖ ਨੇ ਜਨਮ ਸਵਾਰਨਾ, ਜਨਮ ਮਨਮੁਖ ਨੇ ਸਵਾਰਨਾ ਸੀ। ਸਮਾਰਿਆ ਤਾਂ ਮਨਮੁਖ ਨੇ, ਮਨਮੁਖ ਤੇ ਗੁਰਮੁਖ ਬਣਿਆ, ਜਨਮ ਗੁਰਮੁਖ ਸਵਾਰ। ਵਾਹ ਬਈ ਵਾਹ, ਇਹ ਜੇ ਤੁਹਾਡੇ ਵਰਗੇ ਹੋਣੇ ਨੇ ਗੁਰਮੁਖ, ਆਪਣੇ ਆਪ ਨੂੰ ਗੁਰਮੁਖ ਬੰਨੀ ਬੈਠੇ ਨੇ ਨਾ। ਇਹ ਸਿਮਰੂਗਾ ਤਾਂ ਮਨਮੁਖ, ਗੁਰਮੁਖ ਨੇ ਕੀ ਸਿਮਰਨਾ? ਉਹ ਜਿਹੜਾ ਮਨਮੁਖ ਆ ਉਹਦਾ ਜਨਮ ਸਿਮਰਨਾ। ਗੁਰਮੁਖ ਤਾਂ ਪਹਿਲਾਂ ਹੀ ਦਰਗਾਹ 'ਚ ਬੈਠਾ। ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ, ਲੋਕਾਂ ਨੂੰ ਸਮਝ ਨਹੀਂ ਆਉਂਦੀ। ਇਹ ਚਰਚਾ ਵੀ ਚੱਲਦੀ ਹੈ ਵਿੱਚ, ਊਟ ਪਟਾਂਗ ਗੱਲ ਬੋਲ ਕੇ ਅਰੂਜ ਚਲੇ ਜਾਂਦੇ ਨੇ। ਅਰੂਜ ਜੂਝ ਜਾਏ ਹਨ। ਉਹੀ ਦੋਆਂ ਨੇ ਸੁਣ ਕੇ ਦੂਏ ਚੁੱਪ ਕਰਕੇ, ਦੋਆਂ ਨੂੰ ਨਹੀਂ ਕੱਟਣ ਵਾਲੇ, ਉਹਨਾਂ 'ਚ ਨਹੀਂ ਕੱਟਣ ਵਾਲੇ ਦੋਹਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਨੂੰ ਆ ਵੀ ਚਰਚਾ ਵਿੱਚ ਚੱਲੀ ਜਾਂਦੀ ਹੈ। ਦੂਈ ਤੇਰੇ ਦਾ ਜਵਾਬ ਨਹੀਂ, ਦੂਈ ਤੇਰੇ ਕੋ ਹੈ, ਜੋਗੀਆਂ ਕੋਲ, ਦੋਹਾਂ ਕੋਲ। ਜਿਹੜੀ ਕੋਈ ਇਹੋ ਜਿਹੀ ਗੱਲ ਕਹਿ ਜਾਂਦੇ, ਦੋਹਾਂ ਕੋ ਜਵਾਬ ਨਹੀਂ। ਉਹ ਕਹਿੰਦੇ ਨੇ ਬੁਲਦ ਦੇ ਸਿੰਘ ਤੇ ਧਰਤੀ ਖੜੀ ਆ, ਉਹ ਕਹਿੰਦੇ ਸਾਡੇ ਸ਼ੇਸ਼ਨਾਗ ਦੇ ਸਿਰ ਤੇ ਖੜੀ ਹੈ ਧਰਤੀ। ਨਾ ਉਹਨੂੰ ਆਪਣੇ ਨੂੰ ਜਸਟੀਫਾਈ ਕਰ ਸਕਦੇ, ਨਾ ਉਹ ਕਰ ਸਕਦੇ ਨੇ। ਦੱਸੋ ਹੁਣ ਕਿਵੇਂ ਇਹਦਾ ਰਿਜ਼ਲਟ ਨਿਕਲੂਗਾ? ਰੂ ਜੂਝ ਜਾਏ ਹੈ, ਜਾਂ ਤਾਂ ਉਹ ਕਹਿਣ ਵੀ ਸਾਡੇ ਸ਼ੇਸ਼ਨਾਗ ਦੇ ਸਿਰ ਤੇ ਨਹੀਂ, ਉਹ ਕਹਿਣ ਸਾਡੇ ਬੁਲਦ ਦੇ ਸਿਰ ਤੇ ਨਹੀਂ। ਫਿਰ ਖੜੀ ਕਿਵੇਂ ਹੈ? ਫਿਰ ਖੜੀ ਹੈ ਸਿੰਧ ਪਰਬਤ ਮੇਦਨੀ, ਬਿਨ ਥਮਾ ਗਗਨ ਰਹਾਇਆ। ਇਹ ਗੱਲ ਉੱਠ ਕੇ ਕਹਿਣੀ ਹੈ ਕਲਕੀ ਅਵਤਾਰ ਨੇ। ਉਹ ਚੁੱਪ ਕਰਕੇ ਸੁਣੀ ਜਾਂਦਾ। ਇਹਨਾਂ ਦੀਆਂ ਕਮਲੀਆਂ ਮਾਰੀ ਜਾਂਦੇ ਨੇ, ਵਿੱਚ ਕਮਲੀਆਂ ਵੀ ਮਾਰੀ ਜਾਂਦੇ ਨੇ, ਵਿੱਚ ਅਕਲ ਦੀਆਂ ਵੀ ਮਾਰੀ ਜਾਂਦੇ ਨੇ। ਅਕਲ ਦੀਆਂ ਘੱਟ ਕਰਦੇ ਨੇ, ਕਮਲੀਆਂ ਜ਼ਿਆਦਾ ਕਰਦੇ ਨੇ। ਅੱਧੀਆਂ ਅਕਲ ਦੀਆਂ, ਅੱਧੀਆਂ ਕਮਲੀਆਂ, ਇਹੋ ਜਿਹੀਆਂ ਗੱਲ ਚੱਲਦੀ ਹੈ ਵਿਚਾਲੇ। ਹਾਂਜੀ, ਸੋ ਅਸਤਰ ਸ਼ਸਤਰ ਮੇਲ ਕੈ ਪ੍ਰਹਾਰ ਆਣ ਡਾਰਹੀ। ਸੋ ਅਸਤਰ ਸ਼ਸਤਰ ਮੇਲ ਕੈ, ਅਸਤਰ ਸ਼ਸਤਰ ਕਹਿੰਦੇ ਨੇ ਅੱਧੀਆਂ ਝੂਠੀਆਂ, ਅੱਧੀਆਂ ਸੱਚੀਆਂ। ਮੇਲ ਕੈ ਸੋ ਅਸਤਰ ਸ਼ਸਤਰ ਮੇਲ ਕੈ, ਅੱਧਾ ਝੂਠ ਅੱਧਾ ਸੱਚ। ਪ੍ਰਹਾਰ ਆਣ ਡਾਰਹੀ ਐ ਕਰਦੇ ਨੇ। ਉਹਨਾਂ ਦਾ ਮੇਲ ਕੇ ਨਾ ਵਿੱਚ ਭਾਈ ਗੁਰਦਾਸ ਦੀ ਬਾਰ ਬਾੜਤੀ, ਸ਼ਬਦ ਸ਼ੁਰੂ ਕਰ ਲਿਆ,
ਕੀਤਾ ਉਹਨੇ ਸ਼ਬਦ ਸ਼ੁਰੂ ਬਲਜੀਤ ਸਿੰਘ ਨੇ। ਜਦੋਂ ਗੁਰਦਾਸ ਦੀ ਬਾਤ ਦਾ ਆਇਆ, ਮੇਰੇ ਨਾਲ ਹਰਪਾਲ ਬੈਠਾ ਸੀ, ਮੈਂ ਕਿਹਾ ਵੀ ਹੁਣ ਗਿਆ ਇਹ, ਕਿ ਉਹਨੇ ਬਾਰ ਲਈ ਵਿੱਚ ਲਿਆ ਕੇ ਜਿੰਨਾ ਚਿਰ ਗੁਰਬਾਣੀ ਨਾਲ ਚੱਲਿਆ ਠੀਕ ਚੱਲਿਆ। ਜਦ ਉਹਨੇ ਉਹਦੀ ਭਾਈ ਗੁਰਦਾਸ ਦੀ ਬਾਤ ਦਾ ਜ਼ਿਕਰ ਕੀਤਾ, ਮੈਂ ਕਿਹਾ ਹੁਣ ਗਿਆ ਇੱਥੇ, ਲੈ ਗਿਆ ਹੁਣ ਲਿਖੋ। ਐ ਕਰਦੇ ਨੇ ਅਸ਼ਟਰ ਸ਼ਾਸਤਰ ਮੇਲ ਮਿਲਾਉਣਾ ਚਾਹੁੰਦੇ ਨੇ ਗੁਰਬਾਣੀ ਨਾਲ 12 ਨੂੰ, ਨਹੀਂ ਮਿਲ ਸਕਦੀਆਂ, ਮਿਲਾ ਕੇ ਦਿਖਾਉਣ, ਇਹ ਮਿਲਾ ਕੇ ਦਿਖਾ ਦੇਣ। ਮਿਲਾ ਹੀ ਨਹੀਂ ਸਕਦੇ। 10ਵੇਂ ਗ੍ਰੰਥ ਨੂੰ ਮਿਲਾਤਾ ਸਾਰੇ ਨੂੰ ਗੁਰਬਾਣੀ ਨਾਲ, ਉਹ 12 ਨੂੰ ਮਿਲਾ ਕੇ ਦਿਖਾਉਣ। 12 ਦੇ ਖਿਲਾਫ ਨਹੀਂ, 10ਵੇਂ ਗ੍ਰੰਥ ਦੇ ਖਿਲਾਫ ਨੇ। ਸਾਫ਼ ਗੱਲ ਆ ਵੀ ਇਹ ਮੀਣੇ ਨੇ, ਨਹੀਂ ਮੀਣੇ ਚਰਚਾ ਕਰ ਲੈਣ ਜਿੱਥੇ ਮਰਜੀ। ਹੁਣ ਤਾਂ ਚਿੱਟੀ ਨੰਗੀ ਗੱਲ ਹੋਊਗੀ, ਮੀਣੇ ਨੇ, ਅਸੀਂ ਕਹਿੰਦੇ ਆ ਮੀਣੇ ਨੇ, ਸਾਬਤ ਕਰ ਦਿੰਦੇ ਮੀਣੇ ਨੇ। 12 ਨੂੰ ਕਿਉਂ ਮੰਨਦੇ ਹੋ ਜਿਹੜੀਆਂ ਗੁਰਮਤਿ ਤੋਂ ਖਿਲਾਫ ਨੇ? 10ਵੇਂ ਨੂੰ ਕਿਉਂ ਨਹੀਂ ਮੰਨਦੇ? ਆ ਮੀਣਿਆਂ ਨੇ 12 ਲਿਖਾਈਆਂ ਨੇ, ਮੀਣਿਆਂ ਨੇ ਟੀਕਾ ਲਿਖਾਇਆ ਸਾਹਿਬ ਸਿੰਘ ਵਾਲਾ, ਔਰ ਉਹਦੇ ਵਾਲਾ ਟੀਕੇ ਮੀਣਿਆਂ ਦੇ ਲਿਖਾਏ ਹੋਏ ਨੇ। ਸਾਰਾ ਇਤਿਹਾਸ ਮੀਣਿਆਂ ਦਾ ਹੀ ਹੈ ਲਿਖਾਇਆ ਹੋਇਆ। ਤੁਸੀਂ ਜਸਟੀਫਾਈ ਕਰੋ। ਇਤਿਹਾਸ ਤਾਂ ਹੁਣ ਮੰਨਦੇ ਹੀ ਨੇ ਵੀ ਸੋਧਣ ਵਾਲਾ, ਸਾਰੇ ਹੀ ਮੰਨਦੇ ਨੇ ਇਤਿਹਾਸ ਤਾਂ ਸੋਧਣ ਵਾਲਾ ਮੰਨਦੇ ਹੀ ਨੇ। ਹਾਂਜੀ। ਨਾ ਭਾਜ ਗਾਜ ਹੈ ਹਠੀ, ਨਿਸ਼ੰਕ ਘਾਏ ਮਾਰਹੀ। ਨਾ ਭਾਜ, ਭੱਜਦਾ ਕੋਈ ਨਹੀਂ ਹੈ। ਗਾਜ ਹੈ ਭੱਜਦਾ ਦੂਏ ਪਾਸੇ ਵਾਲਿਆਂ ਨੂੰ ਕਿਹੜਾ ਗਿਆਨ ਹੈ? ਭਜਾਵੇ ਤਾਂ ਦੂਆ ਗਿਆਨਵਾਨ। ਨਾ ਭਾਜ, ਭੱਜਦਾ ਨਹੀਂ ਕੋਈ। ਗਾਜ ਹੈ ਹਟੀ, ਗੱਜਦੇ ਆਪਣੇ ਆਪਣੇ ਆਪਣਾ ਦੋਏ ਕਹੀ ਜਾਂਦੇ ਨੇ, ਜਵਾਬ ਦੋਹਾਂ ਕੋਲ ਹੈ ਨਹੀਂ ਇੱਕ ਦੂਏ ਦਾ। ਨਿਸ਼ੰਕ ਘਾਏ ਮਾਰਹੀ, ਨਿਸ਼ੰਕ ਧਾਏ ਮਾਰ ਹੈ। ਉਹ ਜਿਹੜੀਆਂ ਗੱਲਾਂ ਗਲਤ ਨੇ ਉਹ ਵੀ ਨਿਸ਼ੰਕਾ ਰਹਿਤ ਹੋ ਕੇ ਗਲਤ ਗੱਲਾਂ ਨੂੰ ਕਹੀ, ਉਹਨਾਂ ਦੇ ਭਾਵੇਂ ਸੱਚੀਆਂ ਨੇ। ਨਿਸ਼ੰਕ ਘਾਏ ਮਾਰ, ਨਿਸ਼ੰਕ ਘਾਏ ਮਾਰਹੀ। ਹਾਂ, ਨਹੀਂ ਝੂਠ ਨੂੰ ਸੱਚ ਮੰਨ ਕੇ ਹੀ ਪ੍ਰਚਾਰੀ ਜਾਂਦੇ ਨੇ। ਉਹਨਾਂ ਨੂੰ ਸਮਝ ਨਹੀਂ ਹੈ ਅਸਲ 'ਚ 12 ਦੀ ਇਹਨਾਂ ਨੂੰ ਗੁਰਬਾਣੀ ਦੀ ਸਮਝੇ ਨਹੀਂ ਲੋਕਾਂ ਨੂੰ। ਉਹਨਾਂ ਨੂੰ ਸੱਚ ਮੰਨੀ ਬੈਠੇ ਨੇ, ਬੁੱਧੀ ਉਹ ਹੈ ਨਹੀਂ ਇੰਨੀ। ਗੁਰਬਾਣੀ ਨੂੰ ਤਾਂ ਟੱਚੇ ਨਹੀਂ। ਜਿੰਨੇ ਇਹਨਾਂ ਦੇ ਕਾਲਜ ਨੇ, ਕਿਉਂ ਨਹੀਂ ਇਹ ਉੱਥੇ ਗੁਰਬਾਣੀ ਪੜਾਉਂਦੇ? ਉਹ ਗੁਰਮਤ ਦੇ ਕਾਲਜ ਨੇ, ਪੜਾਉਂਦੇ ਹੋ ਤੁਸੀਂ ਉੱਥੇ 12 ਸਾਰੀਆਂ ਹੀ 12 ਗੁਰਮਤ ਹੈ। ਕਿੱਡਾ ਫਰਾਡ ਹੈ। ਗੁਰਬਾਣੀ ਪੜਾਉਂਦੇ ਨਹੀਂ, ਪੜਾਉਂਦੇ 12 ਗੁਰਮਤ ਦੇ ਮਿਸ਼ਨਰੀ ਕਾਲਜ ਨਾਲ ਰੱਖੇ ਹੋਏ। ਇੱਥੋਂ ਪਤਾ ਲੱਗਦਾ ਵੀ ਇਹ ਕੀ ਪਰੋਸ ਕੇ ਦੇ ਰਹੇ ਨੇ ਮੀਣੇ। ਤਾਂ ਮੀਣੇ ਨੇ ਸਿੱਧਾ ਹੀ ਸਪਸ਼ਟ ਹੈ ਮੀਣਿਆਂ ਦਾ ਇਹਨਾਂ ਦਾ ਇਰਾਦਾ ਕੀ ਹੈ। ਕੀ ਇਰਾਦਾ ਸੀ? ਪ੍ਰਚਾਰ ਇਹ ਬਦਲ ਦੇਣਾ। 10 ਗ੍ਰੰਥ ਤਾਂ ਚਕਾਤਾ, ਹੁਣ 10 ਮਨਾਂ ਦਾ ਭੋਗੇ ਪਾ ਦੇਣਾ ਵੀ ਹੈ ਉਹ ਨਹੀਂ 10ਵੇਂ ਪਾਤਸ਼ਾਹ ਦਾ। ਬਾਣੀਆਂ ਕਹਿ ਪੜੀਆਂ ਸੀਆਂ, ਪਤਾਸੇ ਪਾਏ ਹੀ ਨਹੀਂ, ਭੋਗੇ ਪਾ ਦੇਣਾ ਸਿੱਖੀ ਦਾ। ਬਿਲਕੁਲ ਇੱਥੇ ਤੱਕ ਪ੍ਰੋਗਰਾਮ ਸੀ। ਇਹ ਤਾਂ ਜਦ 10ਵੇਂ ਗ੍ਰੰਥ ਤੇ ਅੰਮ੍ਰਿਤ ਹੀ ਖਿਲਾਫ ਹੋ ਗਏ, ਇਹ ਤਾਂ ਮਜਬੂਰੀ ਸੀ ਇਹਨਾਂ ਦੀ, ਅਕਾਲ ਤਖਤ ਵਾਲਿਆਂ ਦੀ ਖਿਲਾਫ ਹੋਣਾ। ਹੁਣ ਉਹਨੇ ਕਿਹਾ ਜੇ ਹੁਣ ਨਾ ਖਿਲਾਫ ਹੋਏ ਤਾਂ ਸੰਗਤ ਖਿਲਾਫ ਹੋ ਜੂ ਸਾਡੇ। ਇੱਥੇ ਤੱਕ ਵੱਧ ਗਏ ਇਹ, ਨਹੀਂ ਮੰਨਦੇ ਤਾਂ ਇਹਨਾਂ ਦੀ ਹੋ ਰਹੇ ਨੇ ਹੁਣ ਤਾਂ ਇਹ ਐਜੀਪੀਸੀ ਵਾਲੇ ਵੀ। ਹਾਂ, ਐਜੀਪੀਸੀ ਵਾਲੇ ਇਹਨਾਂ ਦੇ ਹੀ ਚੱਲਦੇ ਰਹੇ ਨੇ। ਇਹ ਕਾਲਜ ਇਹਨਾਂ ਨੂੰ ਇਹ ਪੈਸੇ ਨਹੀਂ ਦਿੰਦੇ ਰਹੇ। ਚੱਕ ਕੇ ਦੇਖਣ, ਇਹਨਾਂ ਦੇ ਪੈਸੇ ਦਿੱਤੇ ਸਾਰੇ ਇਲੀਗਲ ਨੇ। ਇਹਨਾਂ ਕਾਲਜਾਂ ਨੂੰ ਸਾਰੇ ਨਜਾਇਜ਼ ਨੇ, ਗੁਰਮਤਿ ਦੇ ਖਿਲਾਫ ਨੇ ਪ੍ਰਚਾਰ ਕਰਦੇ ਕਾਲਜ। ਇਹ ਪੈਸਾ ਨਹੀਂ ਦੇ ਸਕਦੇ। ਇਹਦਾ ਸੁਪਰੀਮ ਕੋਰਟ ਦੇ ਖਿਲਾਫ ਰਿਟ ਹੋ ਸਕਦੀ ਹੈ ਇਹਨਾਂ ਦੇ ਖਿਲਾਫ। ਇਹਨਾਂ ਨੂੰ ਤਾਂ ਸਾਬਤ ਕਰ ਦਾਂਗੇ ਅਸੀਂ ਗੁਰਮਤਿ ਦੇ ਖਿਲਾਫ ਨੇ। ਇਹ ਪੈਸੇ ਕਿਉਂ ਦਿੰਦੇ ਨੇ ਗੁਰੂ ਦੇ? ਇਹਨਾਂ ਨੂੰ ਪੈਸੇ ਨਹੀਂ ਦੇ ਸਕਦੇ। ਜੇ ਦੇਣਗੇ ਰਿਟ ਕਰ ਦਾਂਗੇ ਅਸੀਂ ਇਹਨਾਂ ਦੇ ਖਿਲਾਫ। ਸੰਗਤ ਨੂੰ ਵੀ ਇਹਨਾਂ ਨੂੰ ਪੈਸਾ ਨਹੀਂ ਦੇਣਾ ਚਾਹੀਦਾ। ਇਹ ਤਾਂ ਬੰਦੇ ਬੇਈਮਾਨ ਨੇ, ਸਾਰੇ ਬੇਈਮਾਨ ਨੇ, ਗੁਰਮਤਿ ਤੋਂ ਖਿਲਾਫ ਨੇ। ਕੁਛ ਬੈਠੀਏ ਨੇ ਕਾਲੀਆਂ ਪੱਗਾਂ ਬੰਨ ਲੀਆਂ। ਤੁਸੀਂ ਕਿਹਨੂੰ ਪੁੱਛੋਗੇ ਬੰਨੀਆਂ ਕਾਲੀਆਂ ਪੱਗਾਂ? ਇਹਨਾਂ ਨੂੰ ਪੁੱਛੇ। ਹਾਂਜੀ। ਮ੍ਰਿਦੰਗ ਢੋਲ ਬਾਂਸੁਰੀ ਸੁਨਾਏ ਝਾਂਜ ਬਾਜ ਹੈ। ਇਹ ਕੀ ਕਰਦੇ ਨੇ? ਉਹ ਗਾ ਕੇ ਵੀ ਸੁਣਾਉਂਦੇ ਨੇ ਆਪਣੇ ਆਪਣੇ। ਜਿਵੇਂ ਉੱਥੇ ਦੇਖਿਆ ਨਹੀਂ, ਕੀਰਤਨ ਕਰਕੇ ਕੋਈ ਕੁਛੇ ਚਲਾ ਜਾਂਦਾ। ਕੋਈ ਕੁਛੇ ਦੇਖੋ ਨਾ, ਕੋਈ ਬਾਹਰ ਦਾ ਕੀਰਤਨ ਕਰਕੇ ਚਲਾ ਜਾਵੇ, ਉਹ ਸਾਬਤ ਕਰਤਾ ਵੀ ਆਹ ਗੱਲ ਹੈ।
ਗੁਰਮੁਖ ਜਨਮ ਸਵਾਰ ਦਰ ਕੇ ਚੱਲਿਆ। ਇਹ ਗੁਰ ਸਿੱਖ ਦਾ ਸੁਭਾਅ ਪਾਣੀ ਨਾਲ ਮਿਲਾਤਾ। ਬਾਹਰ ਦੇ ਵਿੱਚ ਪਾਣੀ ਵਹਿ ਨਿਮਾਣ ਨੂੰ, ਨਿਮਾਣ ਤਾਂ ਨਰਕ ਹੈ। ਫਿਰ ਕਬੀਰ ਕਹਿੰਦਾ ਉਲਟੀ ਗੰਗਾ, ਗੰਗਾ ਉਲਟੀ ਚੱਲਦੀ ਹੈ, ਪਹਾੜ ਤੇ ਨੂੰ ਜਾਂਦੀ ਹੈ। ਇਹ ਕਹਿੰਦੇ ਪਾਣੀ ਵਹਿ ਨਿਮਾਣ ਨੂੰ, ਉਹਦਾ ਫਿਰ ਇਹਨਾਂ ਦੀ ਗੰਗਾ। ਤਾਂ ਹੀ ਉੱਥੇ ਗਏ ਨੇ ਜਿਹੜੀ ਨੀਵੇਂ ਤੁਹਾਨੂੰ ਗੰਗਾ ਜਾਂਦੀ ਹੈ, ਉੱਥੇ ਸਾਡੀ ਗੰਗਾ ਉੱਚੇ ਤੁਹਾਨੂੰ ਜਾਂਦੀ ਹੈ। ਔਕਟ ਘਾਟੀ ਰਾਮ ਕੀਤੇ ਚੜ੍ਹ ਰਹੇ ਹੋ ਕਬੀਰ, ਸਾਡੀ ਜਾਂਦੀ ਹੈ ਸਮੁੰਦਰ ਚੋਂ ਗੰਗਾ ਉੱਤੇ ਨੂੰ। ਪਹਾੜਾਂ ਦੇ ਜੱਗ ਤਾਂ ਬਰਸਦੀ ਹੈ, ਉਹਦੇ ਨਾਲ ਤਾਂ ਗੰਗਾ ਦੂਈ ਪੈਦਾ ਹੁੰਦੀ ਹੈ। ਉਹਦੇ ਨਾਲ ਗੁਰਬਾਣੀ ਵਾਲੀ ਗੰਗਾ ਪੈਦਾ ਹੁੰਦੀ ਹੈ ਬਾਅਦ ਚ। ਉਹ ਤਾਂ ਸਮੁੰਦਰ ਚੋਂ ਆਉਂਦੀ ਹੈ ਗੰਗਾ, ਉਹ ਤਾਂ ਉੱਤੇ ਨੂੰ ਉੱਠਦੀ ਹੈ। ਉਹ ਤਾਂ ਮੇਘਾ ਬਣ ਕੇ ਪਹਿਲਾਂ ਮੇਘਾ ਬਣਦੀ ਹੈ ਗੰਗਾ। ਆਕਾਸ਼ੀ ਗੰਗਾ ਨਹੀਂ ਕਹਿੰਦੇ। ਆਕਾਸ਼ੀ ਗੰਗਾ ਕਿਹੜੀ ਹੈ ਫਿਰ? ਉਹ ਸਾਡੀ ਆਕਾਸ਼ ਗੰਗਾ ਹੈ, ਇਹ ਗੰਗਾ ਨਹੀਂ ਹੈ ਸਾਡੀ, ਇਹਨਾਂ ਦੀ ਜ਼ਮੀਨ ਵਾਲੀ, ਜ਼ਮੀਨ ਵਾਲੀ ਇਹਨਾਂ ਦੀ ਹੋਊਗੀ। ਉਹ ਤਾਂ ਆਕਾਸ਼ ਗੰਗਾ ਸਾਡੀ ਤਾਂ ਆਕਾਸ਼ 'ਚ ਹੀ ਆਉਂਦੀ ਹੈ। ਉਹ ਮੇਘਾ ਬਣ ਕੇ ਵਰਸਦੀ ਹੈ। ਉਹ ਪਾਣੀ ਆਪੇ ਥੱਲੇ ਨੂੰ ਆਈ ਜਾਂਦਾ, ਫਿਰ ਥੱਲੇ ਨੂੰ ਆਉਂਦਾ ਆਉਂਦਾ ਵਿਗੜੀ ਵੀ ਜਾਂਦਾ ਅਰਥ ਦੇ। ਜਿਉਂ ਥੱਲੇ ਨੂੰ ਆਉਂਦਾ ਉਹਨਾਂ ਚਿਰ ਉਹਦੇ ਅਰਥ ਵੀ ਵਿਗੜੀ ਜਾਂਦੇ ਨੇ। ਪਾਣੀ ਵੀ ਉਹਨਾਂ, ਦੇਖੋ ਨਾ, ਜਿਹੜਾ ਪਾਣੀ ਜਿੱਥੇ ਵਰਸਦਾ ਵਰਸਦਾ ਪਿਓਰ ਹੁੰਦਾ, ਜਿਵੇਂ ਥੱਲੇ ਨੂੰ ਆਈ ਜਾਂਦਾ ਮਲੀਨ ਹੋਈ ਜਾਂਦਾ। ਜਿਵੇਂ ਥੱਲੇ ਨੂੰ ਆਈ ਜਾਣਾ ਮਲੀਨ ਹੋ ਜਾਣਾ। ਸਮੁੰਦਰ ਤੇ ਜਾਂਦਾ ਜਾਂਦਾ ਤਾਂ ਹੋਰੇ ਕੁਝ ਬਣ ਜਾਂਦਾ। ਇਹਦਾ ਆਮ ਆਦਮੀ ਤੱਕ ਜਾਂਦਾ ਜਾਂਦਾ ਮੈਸੇਜ ਹੋਰੇ ਕੁਝ ਬਣ ਜਾਂਦਾ। ਜਿਹੜਾ ਸੱਚ ਦਾ ਮੈਸੇਜ ਹੈ ਨਾ, ਆਮ ਆਦਮੀ ਤੇ ਜਾਂਦਾ ਜਾਂਦਾ। ਮੱਤਾਂ ਤਾਂ ਹੀ ਬਣੀਆਂ ਨੇ, ਜਿਹੜੀਆਂ ਮੱਤਾਂ ਬਣੀਆਂ ਨੇ ਇਸੇ ਮੱਤ ਚੋਂ ਬਣੀਆਂ ਨੇ ਸਾਰੀਆਂ ਹੀ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ। ਜਿੰਨੀ ਕਿਸੇ ਕੋ ਜਿੰਨੀ ਉਹਦੇ ਅੰਦਰ ਭਰਮ ਸੀ ਉਹਦੇ ਵਿਚਰ ਲਾਤਾ, ਜਿੰਨੀ ਉਹਦੇ ਅੰਦਰ ਮੈਲ ਸੀ ਵਿਚਰ ਲਾਤੀ। ਜਿੰਨੀ ਮੈਲ ਸੀ ਆਦਮੀ ਦੇ ਅੰਦਰ ਹੁੰਦੀ, ਉਨੀ ਇਸ ਮੱਤ ਚ ਮੈਲ ਲੜਾ ਕੇ ਪ੍ਰਚਾਰ ਕਰਦਾ। ਗੁਰਬਾਣੀ ਦਾ ਹੀ ਪ੍ਰਚਾਰ ਕਰਦੇ ਨੇ ਸਾਰੇ ਸੰਤ। ਸੰਤ ਵੀ ਗੁਰਬਾਣੀ ਦਾ ਹੀ ਕਰਦੇ ਨੇ, ਪਰ ਸੰਤਾਂ ਦੇ ਅੰਦਰ ਵਾਲੀ ਮੈਲ ਵਿਚਰ ਲਾਉਂਦੇ ਨੇ। ਅੰਦਰ ਮੈਲ ਕੀ ਹੈ? ਲੋਭ ਦੀ ਮੈਲ। ਲੋਭ ਦੇ ਖਿਲਾਫ ਨਹੀਂ ਬੋਲਦੇ। ਇੱਛਾਵਾਂ ਦੀ ਮੈਲ ਹੈ, ਇੱਛਾਵਾਂ ਪੂਰਤੀਆਂ ਦੀ ਗੱਲ ਕਰਦੇ ਨੇ। ਉਹ ਆਪਣੇ ਅੰਦਰ ਵਾਲੇ ਕਪਟ ਮੈਲ ਨਾਲ ਲੜਾ ਕੇ ਬੋਲਦੇ ਨੇ। ਉਹ ਗੰਗਾ ਮੈਲੀ ਹੋ ਜਾਂਦੀ ਹੈ। ਔਰ ਰਾਮ ਦੀ ਗੰਗਾ ਜਿਹੜੀ ਮੈਲੀ ਆ, ਗੰਗਾ ਨਹੀਂ ਹੈ ਰਾਮ ਦੀ। ਇਹ ਗੰਗਾ ਨਹੀਂ ਹੈ ਰਾਮ ਦੀ। ਇਹ ਕਿਤੇ ਇਹਦਾ ਸ਼ਿਵ ਜੀ ਦੀ ਗੰਗਾ। ਰਾਮ ਵਾਲੇ ਹੁੰਦਾ ਖੜਨ ਵੀ ਨਹੀਂ ਦਿੰਦੇ ਉੱਥੇ ਗੰਗਾ ਤੇ। ਉਹ ਰਾਮ ਭਗਤਾਂ ਨੂੰ ਰਾਮ ਦਾ ਇੱਕ ਮੰਦਰ ਦਿਖਾਓ ਗੰਗਾ ਦੇ ਉੱਤੇ। ਰਾਮ ਦੀ ਗੰਗਾ ਨਹੀਂ ਹੈਗੀ ਹੈ। ਰਾਮ ਦਾ ਜਿਹੜਾ ਮੰਦਰ ਹੈ ਉਹ ਸਰਜੂ ਨਦੀ ਦੇ ਕਿਨਾਰੇ ਤੇ ਹੈ। ਇਹ ਤਾਂ ਗੰਗਾ ਸ਼ਿਵ ਜੀ ਦੀ ਹੈ। ਰਾਵਣ ਹੈ ਸ਼ਿਵ ਜੀ ਦਾ ਭਗਤ, ਰਾਮ ਨਹੀਂ ਹੈ। ਰਾਵਣ 4 ਵੇਦ ਦਾ ਗਿਆਤਾ ਹੈ। 4 ਵੇਦ ਦਾ, ਜਿਹੜੇ ਵੇਦਾਂ ਵਾਲੇ ਨੇ ਉਹਨਾਂ ਦਾ ਸ਼ਿਵ ਜੀ ਨਾਲ ਸੰਬੰਧ ਹੈ। ਆ ਤਾਂ ਇਹਦੇ ਪੰਡਤ ਦੇ ਹੱਕ 'ਚ ਖੜੇ ਹੋਏ ਨੇ ਇਹ ਜਟਾਂ ਵਾਲੇ। ਰਾਮਚੰਦਰ ਦੇ ਅਵਤਾਰ ਨੇ ਤਾਂ ਫਾਂਸੀ ਦਿੱਤੀ ਹੈ, ਉਹਨੂੰ ਸਜ਼ਾ ਮੌਤ। ਬ੍ਰਾਹਮਣ ਨੂੰ, ਕਲਕੀ ਅਵਤਾਰ ਨੂੰ, ਜਿਹੜਾ ਰਾਮਚੰਦਰ ਹੈ ਉਹਨੇ ਤਾਂ ਸਜ਼ਾ ਦਿੱਤੀ ਹੈ ਵੀ ਇਹਨੂੰ ਕਤਲ ਕਰ ਦੋ। ਸਮੂਕ ਰਿਸ਼ੀ ਨੂੰ ਰਾਮਚੰਦਰ ਨੇ ਤਾਂ ਕਤਲ ਕੀਤਾ ਆਪਣੇ ਹੱਥ ਨਾਲ। ਉਹ ਤਾਂ ਬ੍ਰਹਮ ਗਿਆਨ ਦਾ ਖਿਲਾਫ ਹੈ। ਰਾਮਚੰਦਰ ਗੰਗਾ ਦੇ ਖਿਲਾਫ ਹੈ। ਸਮੂਕ ਰਿਸ਼ੀ ਕੀ ਸੀ? ਉਹ ਆਕਾਸ਼ ਗੰਗਾ ਦਾ ਸੀ। ਆਕਾਸ਼ ਗੰਗਾ ਦਾ ਹੀ ਚਲਾਉਣੀ ਚਾਹੁੰਦਾ ਸੀ। ਆਕਾਸ਼ ਗੰਗਾ ਰਾਮਚੰਦਰ ਕਹਿੰਦਾ ਚੱਲਣ ਨਹੀਂ ਦੇਣੀ। ਰਾਮਚੰਦਰ ਜਿਹੜੇ ਰਿਸ਼ੀ ਮੁਨੀ ਨੇ ਰਾਮਚੰਦਰ ਦੇ, ਉਹਨਾਂ ਨੂੰ ਰਾਵਣ ਦੇਈ ਜਾਂਦਾ ਜੇਲ੍ਹ 'ਚ। ਇਹ ਤਾਂ ਆਪਸ ਵਿੱਚ ਹੀ ਐਂ ਚੱਲਦੀ ਹੈ ਇਹਨਾਂ ਦੀ ਸ਼ੁਰੂ ਤੋਂ ਹੀ। ਉਹਨੇ ਉਹ ਜਿਹੜੇ ਦਿੱਤੇ ਹੋਏ ਨੇ, ਜਿਹੜੇ ਇਹਨਾਂ ਦੇ ਰਿਸ਼ੀ ਮੁਨੀ ਸਮਰਥ ਸ਼ਾਸਤਰ ਵਾਲੇ ਨੇ, ਇਹਨਾਂ ਦਾ ਤਾਂ ਸੁਰ ਵੱਡਵਾਂ ਬੈਰ ਹੈ ਪਹਿਲਾਂ ਤੋਂ ਹੀ। ਇਹ ਗੱਲ ਨਹੀਂ ਰਲਾਉਂਦੇ। ਤਾਂ ਹੀ ਹੁਣ ਕਹਿਣ ਲੱਗ ਗਏ ਨਾ ਵੀ ਆਏ ਜਿਹੜੇ ਸਾਧ ਆ ਗਏ ਕੌਣ ਨੇ? ਕੁੰਭ ਤੇ। ਲੋਕਾਂ ਨੂੰ ਹੁਣ ਪਤਾ ਲੱਗਿਆ, ਹੁਣ ਸਾਰਾ ਹੀ ਪਰਦਾ ਨੰਗਾ ਹੋ ਜਾਊਗਾ। ਜਿਹੜਾ ਨਹੀਂ ਬੈਠੇ ਢਕੀ ਢੋਲ ਬੈਠੇ ਸੀ ਨਾ,
ਜੇ ਇਹ ਕਰਦੇ ਨਾ ਉਹਦਾ ਐਲਾਨ ਸਾਰੇ ਖਿਲਾਫ ਹੋ ਜਾਂਦੇ। ਇਹਨਾਂ ਦਾ ਕੀ ਮਤਲਬ ਤਿਆਗੀਆਂ ਦਾ? ਰਾਜ ਨਾਲ ਰਾਜ ਕਰਨਗੇ, ਸੱਚ ਦਾ ਕਰਨਗੇ। ਉਹ ਸ਼ਿਵ ਦੇ ਖਿਲਾਫ, ਰਾਮ ਦੇ ਮੰਦਰ ਵਾਸਤੇ ਲੜਦੇ ਨੇ। ਸ਼ਿਵ ਵਾਲੇ ਦਾ ਖਿਲਾਫ ਨੇ ਰਾਮ ਤੇ, ਉਹ ਕਹਿੰਦੇ ਲੜਨਗੇ ਮੰਦਰ ਵਾਸਤੇ, ਉਹ ਨਹੀਂ ਲੜਦੇ। ਇਹ ਸਾਰੇ ਹੋਰ ਨੇ ਜਿਹੜੇ ਮੰਦਰ ਵਾਸਤੇ ਲੜਦੇ ਨੇ। ਨਾਗੇ ਨਹੀਂ ਕਦੇ ਵੀ ਆਇਆ ਇਹਨਾਂ ਦੇ ਵਿੱਚ ਸ਼ਿਵ ਦੇ ਮੰਦਰ ਵਾਸਤੇ, ਰਾਮ ਦੇ ਮੰਦਰ ਵਾਸਤੇ। ਸ਼ਿਵ ਜੀ ਚੇਲੇ, ਉਹ ਸ਼ਿਵ ਜੀ ਉਹਨੂੰ ਕਤਲ ਕਰ ਰਿਹਾ ਹੈ। ਸ਼ਿਵ ਜੀ ਦੇ ਚੇਲੇ ਉਹਦੇ ਹੱਕ 'ਚ ਖੜੇ ਹੋਏ ਨੇ। ਰਾਮਚੰਦਰ ਨੇ ਸ਼ੰਭੂਕ ਰਿਖੀ ਨੂੰ ਮਾਰਿਆ। ਇਹ ਕਿੱਥੇ ਲੈ ਜਾਣਗੇ ਇਤਿਹਾਸ ਨੂੰ? ਉੱਥੇ ਫਸ ਗਏ ਜਦੋਂ ਨਿਕਲਣ ਨੂੰ ਥਾਂ ਕੋਈ ਨਹੀਂ। ਝੂਠੇ ਹੁੰਦੇ ਨੇ, ਫਸਦੇ ਹੀ ਹੁੰਦੇ ਨੇ, ਕੰਬਦੇ ਫਿਰਦੇ ਨੇ। ਤਾਂ ਬੈਠੇ ਨੇ ਅੰਮ੍ਰਿਤਸਰ ਵੀ ਜਿੱਦਣ ਦਸਮ ਗ੍ਰੰਥ ਦਾ ਪ੍ਰਚਾਰ ਆਦ ਦਾ ਹੋ ਗਿਆ ਅਸੀਂ ਗਏ। ਤਾਂ ਇਹਨਾਂ ਨੂੰ ਤਨਖਾਹ ਦਿੰਦੇ ਨੇ ਜਹੇਦਾਰਾਂ ਨੂੰ ਵੀ ਰੱਬ ਦਾ ਵਾਸਤਾ ਇਹਦਾ ਪ੍ਰਚਾਰ ਨਾ ਹੋਣ ਦਿਓ, ਕਿਸੇ ਤਰੀਕੇ ਨਾਲ ਰੋਕੋ ਗੁਰਮਤਿ ਦਾ। ਤਾਂ ਫਿਰਦੇ ਨੇ ਉਹ। ਹੋਰ ਉਹਨਾਂ ਨੇ ਕੀ ਲੈਣਾ ਪੈਸੇ ਦੇ ਕੇ ਇਹਨਾਂ ਨੂੰ? ਉਹ ਇੱਥੇ ਕਿਉਂ ਬੈਠੇ ਨੇ? ਇਹਨੂੰ ਰਾਜ ਕਿਉਂ ਦੇਈ ਬੈਠੇ ਨੇ ਬਾਦਲ ਨੂੰ ਵੀ ਇਹ ਪ੍ਰਚਾਰ ਰੋਕ ਦਿਓ, ਰਾਜ ਤੁਸੀਂ ਕਰੋ, ਪੈਸੇ ਵੀ ਲਈ ਜਾਓ, ਬਥੇਰਾ ਚੜਾਵਾ ਸਾਡੇ ਕੋਲ, ਪ੍ਰਚਾਰ ਨਾ ਹੋਵੇ ਸਿੱਖ ਨਾ ਕਿਤੇ। ਜੇ ਸਿੱਖ ਪ੍ਰਚਾਰ ਸਿੱਖੀ ਦਾ ਹੋ ਗਿਆ, ਮੁਸਲਮਾਨ ਇਹਨਾਂ ਦੇ ਨਾਲ ਹੋ ਜਾਣਗੇ, ਕਿਉਂ ਕਾਣੇ ਨੇ ਇਸ ਦੋ ਖਾਲੇ ਨੇ। ਦੂਏ ਇਹਨਾਂ ਦੇ ਵਿੱਚ ਜਿਹੜੇ ਬ੍ਰਾਹਮਣ ਨੇ ਸਾਰੇ ਸਾਡੇ ਨਾਲ ਹੋ ਜਾਣਗੇ। ਜਿਨ੍ਹਾਂ ਨੂੰ ਇਹਨਾਂ ਨੇ ਅੰਨੇ ਕੀਤਾ ਉਹ ਇਹਨਾਂ ਨੂੰ ਛੱਡ ਜਾਣਗੇ। ਅੱਗੇ ਲੱਖਾਂ ਹੀ ਆਦਮੀ ਜਿਹੜੇ ਮੁਸਲਮਾਨ ਬਣੇ ਨੇ ਆਪਣੀ ਰਾਜੀ ਨਾ ਬਣੇ ਨੇ, ਉਹ ਉਹਨਾਂ ਦੇ ਇੱਕ ਅੱਖ ਹੈ, ਇਹ ਅੰਨੇ ਕਰਕੇ ਰੱਖਦੇ ਨੇ ਲੋਕਾਂ ਨੂੰ। ਜਿਹੜੇ ਸਮਝਦਾਰ ਨੇ ਉਹ ਵੇਦ ਨਾਲ ਜੁੜ ਕੇ ਦੋ ਅੱਖਾਂ ਵਾਲੇ ਹੋ ਜਾਣਗੇ, ਮੁਸਲਮਾਨਾਂ ਤੋਂ ਉੱਪਰ ਚਲੇ ਜਾਣਗੇ। ਜੇ ਵੇਦ ਵਾਲਾ ਧਰਮ ਮੰਨ ਲਈਏ, ਮੁਸਲਮਾਨ ਥੱਲੇ ਨੇ, ਅਸੀਂ ਉੱਤੇ। ਉਹ ਸਿੱਖਾਂ ਦਾ ਕਿਹੜਾ ਮੀਂਹ ਪਿਆ, ਉਹੀ ਧਰਮ ਹੈ, ਬ੍ਰਾਹਮਣੀ ਮੱਤੇ ਹੈ, ਹੋਰ ਕਿਹੜਾ ਉਲਟੀ ਮੱਤ ਹੈ ਕੋਈ? ਸਿੱਖ ਤਾਂ ਅੱਲ ਪਈ ਹੋਈ ਆ ਸਾਡੀ, ਸ਼ਿਸ਼ ਨੂੰ ਕਹਿੰਦੇ ਨੇ ਸਿੱਖ। ਜਿਹੜੇ ਪੜ੍ਹ ਗਏ, ਜਿਹੜੇ ਵੇਦ ਪੜ੍ਹ ਗਏ, ਜਿਨ੍ਹਾਂ ਵੇਦ ਪੜ੍ਹਿਓ ਸੋ ਵੇਦੀ ਗਾਏ। ਵੇਦੀਆਂ ਦਾ ਹੀ ਧਰਮ ਚਲਾਇਆ, ਹੋਰ ਕੀ ਹੈ? ਵੇਦ ਪੜ੍ਹੇ ਨੇ ਉਹਨਾਂ ਨੇ, ਔਰ 3 ਵੇਦੀ ਨੇ, ਚੌਥਾ ਕੋਈ ਹੈ ਨਹੀਂ। ਗੁਰੂ ਨਾਨਕ ਵੇਦੀ ਹੈ, ਲੈਣਾ ਵੇਦੀ ਹੈ, ਗੁਰੂ ਅਮਰਦਾਸ ਵੇਦੀ ਹੈ, ਬਾਕੀ ਕੋਈ ਵੇਦੀ ਨਹੀਂ। ਬਾਕੀ ਸਭ ਨਕਲੀ ਨੇ, ਬਾਕੀ ਵੇਦੀ ਖੋਟੇ ਨੇ, ਦਿਲ ਖੋਟੇ ਲਿਖਿਆ ਹੋਇਆ। ਇਹ ਵੇਦੀ ਨੇ ਤਾਂ ਵੇਦ ਦੱਸਣ, ਜੇ ਵੇਦੀ ਨੇ ਵੇਦ ਦੱਸਣ ਕੀ ਹੈ, ਗੁਰਬਾਣੀ ਦਾ ਗਿਆਨ ਦੱਸਣ ਕੀ ਹੈ। ਜੇ ਵੇਦੀ ਹੈ ਤਾਂ ਗੁਰਬਾਣੀ ਦਾ ਗਿਆਨ ਦੱਸਣ ਕੀ ਹੈ, ਜਿਹੜਾ ਵੇਦੀ ਹੈ। ਹਾਂ ਹੁਣ ਸੋਢੀਆਂ ਕੋਲ ਹੈ, ਸੋਢੀ ਤੋਂ ਹੀ ਪੜ੍ਹ ਕੇ ਆਉਂਦੇ ਨੇ, ਜਿਹੜੇ ਸੋਢੀ ਨਾ ਤੋਂ ਹੀ ਪੜ੍ਹ ਕੇ ਆਉਂਦੇ ਨੇ ਬਸ। ਉਹ ਗ੍ਰੰਥ ਨਹੀਂ ਪੜ੍ਹਦੇ। ਹੁਣ ਅਸੀਂ ਹੁਣ ਗ੍ਰੰਥ ਨਹੀਂ ਪੜ੍ਹਨੇ, ਸਿਮਰਤ ਸ਼ਾਸਤਰ ਨਹੀਂ ਪੜ੍ਹਨੀ, ਅਸੀਂ ਡਾਇਰੈਕਟ ਬਾਣੀ ਪੜ੍ਹਨੀ। ਜਿਹੜੇ ਡਾਇਰੈਕਟ ਪੜ੍ਹਦੇ ਨੇ ਸੋਢੀ ਨੇ, ਡਾਇਰੈਕਟ ਪੜ੍ਹਿਆ ਗੁਰੂ ਚੌਥੇ ਪਾਤਸ਼ਾਹ। ਗੁਰੂ ਨਾਨਕ ਡਾਇਰੈਕਟ ਨਹੀਂ ਪੜ੍ਹੇ, ਪਹਿਲਾਂ ਕੁਝ ਹੋਰ ਪੜ੍ਹੇ ਨੇ, ਫਿਰ ਭਗਤ ਬਾਣੀ ਪੜ੍ਹੀ ਹੈ, ਉੱਥੋਂ ਸਮਝੀਏ ਗੱਲ। ਫਿਰ ਇਹਨਾਂ ਨੇ ਪੜ੍ਹਾਇਆ ਲੈਣੇ ਨੂੰ, ਉਹਨੂੰ ਵੀ ਕੁਝ ਹੋਰ ਪੜ੍ਹਿਆ ਹੋਇਆ ਸੀ, ਮੂਰਤੀ ਪੂਜਾ ਪੜ੍ਹੀ ਹੋਈ ਸੀ। ਲੈਣੇ ਨੇ ਪੜ੍ਹਾਇਆ ਗੁਰੂ ਅਮਰਦਾਸ ਨੂੰ, ਉਹ ਵੀ ਗੰਗਾ ਜਾਂਦੇ ਸੀ, ਉਹਨਾਂ ਨੂੰ ਦੱਸਿਆ ਆਪਣੀ ਗੰਗਾ ਨਹੀਂ, ਆਪਣੀ ਗੰਗਾ ਦੂਈ ਹੈ। ਇਹਨਾਂ ਦੀ ਦੂਈ ਗੰਗਾ, ਸਾਡੀ ਦੂਈ ਗੰਗਾ। ਉਹਦਾ ਕਹਿੰਦਾ ਰਾਮ ਤੇਰੀ ਗੰਗਾ ਮੈਲੀ, ਰਾਮ ਦੀ ਗੰਗਾ ਹੁੰਦੀ ਉਹ ਮੈਲੀ ਹੈ। ਰਾਮ ਵਾਲੀ ਗੰਗਾ ਮੈਲੀ ਹੁੰਦੀ ਹੈ। ਹਾਂਜੀ, ਮ੍ਰਿਦੰਗ ਢੋਲ ਬਾਂਸੁਰੀ ਸੁਨਾਏ ਝਾਂਜ ਬਾਜ ਹੈ। ਰਾਮ ਅਸਲ ਚ ਸਭਾ ਘੱਟ ਜਿਹੜਾ ਰਾਮ ਬੋਲਦਾ ਨਾ, ਉਹਨੂੰ ਰਾਮ ਕਹਿੰਦਾ। ਉਹ ਇਹਨਾਂ ਵਾਲਾ ਰਾਮ ਨਹੀਂ ਹੈ, ਇਹਨਾਂ ਰਾਮ ਵੀ ਡੁਪਲੀਕੇਟ ਬਣਾਇਆ ਹੈ। ਸਭਾ ਘੱਟ ਬੋਲਦਾ ਜਿਹੜਾ ਰਾਮ, ਉਹ ਰਾਮ ਹੈ। ਉਹਦੀ ਜਿਹੜੀ ਮੱਤ ਹੈ ਉਹ ਮੈਲੀ ਕਰੀ ਹੋਈ ਹੈ, ਉਹ ਬਾਹਰ ਜਾ ਕੇ ਮੈਲੀ ਹੋ ਗਈ। ਹੁਣ ਮਨ ਮੈਲਾ ਹੋ ਗਿਆ ਉਹਦਾ। ਰਾਮ ਦੀ ਉਹ ਮੈਲੀ ਹੈ ਮੱਤ, ਜਿਹੜੀ ਸੰਸਾਰ ਦੀ ਮੱਤ ਹੈ ਰਾਮ ਦੀ ਉਹ ਮੱਤ ਹੈ, ਮੈਲੀ ਹੋਈ ਹੈ।
कहने वाला कुछ कह गया, समझने वाले ने समझी नहीं है। कहने वाला तो कह गया राम तेरी गंगा मैली, ये की समझण की कह गया हो, कह गया हो राम दी तो गंगा है नहीं, वो की कह गया, क्यों कह गया, बुझण वाली गल कह गया हो, राम तेरी गंगा मैली बुझ लेना की है, कुछ कह गया हो। मृदंग ढोल बांसुरी सुनाए झांझ बाज हैं। मृदंग ढोल बांसुरी सुनाए झांझ बाज हैं। सुनाए झांझ बाज हैं। झांझर मृदंग ढोल बांसुरी बजदी है, कीर्तन हो रहा है, ते अपना अपना कच्ची और पक्की बाणी दोहां दा ही हो रहा, विच कच्चियां गल्लां भी ने, विच पक्कियां गल्लां भी ने। क्योंकि जो सिमरत शास्त्र दे विच बाट पालड़ी या अपनी अपनी बुद्धि अनुसार जिहड़ियां गल्लां कहीआं होईआं ने, जिवें हार दी तां इह वी गल करदे ने, विष्णु दे गल च हार पाया होया, संख चक्कर दी इह वी गल करदे, संख चक्कर दी गुरबाणी भी गल करदी है। पर साडे वाला संख चक्कर और इन्हां वाले संख चक्कर च फर्क है। इन्हां ने बाहर संख बना लिया, साडे संख होर है और ओरे संख मजूर। सुपाम रूप कैबली सकोप आन गाज हैं। सुपाम रूप केबली दोए जेड़े सुपाम मन और चित्त दोया नूं इक करके, मन जदों सुपाम बन जाता ना, मन शुद्ध पैर धोता जाता मन, तां नाल चित्त दे रलदा ही नहीं है। दोए इकट्ठे करके ना, दोए पैर जोड़ के, दोए हथ जोड़ के जिवें अरदास करते ने। सपाम रूप कैबली सकोप आन गाज हैं। जिवें आपां कहने पैर गड्ढ के दोए मन नूं भी रोक के टका के, सकोप आन गाज हैं। सुकोप आन गाज हैं। सुकोप करके, कोप तां करदे ने, क्रोध गुस्सा दा कोप हुंदा, गुस्सा करदे तां प्रहार अपनी जाने आवाज उच्ची च ने, पर वो उच्ची आवाज का मतलब ज्ञान अपनी गल दी ठोक के करना, अपन ठोक के गल कीती है। गाज हैं, गज के गल करते कि बूझ बूझ कह दावे नाल गल करते हैं। जिवें दावा कोई करे, दावे दाजन होता है, कबीर कहता जेडे ज्यादा दावे करते हैं दाजन होंदी है, अंदर उन्हें अग जलदी होती है, तां ही गजदे ने। कि बूझ बूझ कह हटी रूज आन जूझ हैं। कि बूझ बूझ के हटी, ओदी गल नूं फिर समझदे ने दूए सुनने वाले भी की कहंदा, ओदी गल नूं जद सुनदे ने अरूज जूझ हैं हटे आन जूझ हैं, अरूज आन जूझ हैं, वो कमली जी मार दिंदे ने उन्हूं कट्टण वास्ते। सच नूं कट्टण वास्ते कई बार कमली मार दिंदे ने। ਉਹ ਭਾਈ ਗੁਰਦਾਸ ਦੀ ਵਾਰ ਦੀ ਮਿਸਾਲ ਦੇ ਦਿੰਦੇ ਨੇ, ਕੱਚੀ ਬਾਣੀ ਦੀ ਮਿਸਾਲ ਦਿੰਦੇ ਨੇ ਪੱਕੀ ਦੇ ਖਿਲਾਫ। ਪੱਕੀ ਗੱਲ ਦੇ ਖਿਲਾਫ ਕੱਚੀ ਨੂੰ ਖੜੀ ਕਰ ਦਿੰਦੇ ਨੇ ਲਿਆ ਕੇ। ਅਰੂਜ ਆਨ ਜੂਝ हैं। ਅਰੂਜ ਆਨ ਜੂਝ ਹੈ, ਉਹ ਜੂਝਦੇ ਨੇ ਜਿਹੜੇ ਜੂਝਣ ਦੇ ਕਾਬਲੇ ਗੱਲ ਨਹੀਂ ਹੈ, ਉਹ ਗੱਲ ਕਰ ਦਿੰਦੇ ਨੇ। ਹੁਣ ਪਾਣੀ ਦੀ ਗੱਲ ਕਰਦੇ ਨੇ, ਗੁਰਮੁਖ ਪਾਣੀ ਹੈ, ਉਹ ਪਾਣੀ ਹੈ ਗੁਰਸਿੱਖ, ਪਾਣੀ ਦਾ ਸੀਰਾ ਤਾਤਾ ਹੋਇਆ ਕਹਿਤਾ ਫਿਰ ਕਬੀਰ ਨੇ। ਗੁਰਬਾਣੀ ਦਾ ਪਾਣੀ ਮੰਨਿਆ ਨਹੀਂ ਹੋਇਆ, ਤੁਸੀਂ ਪਾਣੀ ਤੇ ਕਿਵੇਂ ਖੜਾ ਕਰਤਾ ਲਿਆ ਕੇ। ਗੁਰਬਾਣੀ ਕਹਿੰਦੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਾਣੀ ਦੇ ਲਿਆ ਕੇ ਤਾਂ ਪਾਣੀ ਤਾਂ ਤੀ ਗੱਲ ਹੈ, ਪਾਣੀ ਤਾਂ ਪਾਣੀ ਨਾਲ ਤਾਂ ਸਰੀਰ ਬਣਿਆ ਹੋਇਆ, ਪਾਣੀ ਦਾ ਬਾਹਰਲਾ ਮਾਇਆ ਹੈ। जैसे जलते बुध बदा उपसै बिनसै नीत, जग रचना ਨਾਲ ਜਿਹੜੇ जुड़े हुए ने ना, ये तो साफ जा ਹੁੰਦਾ भी ਜਿਹੜਾ ਭਾਈ ਗੁਰਦਾਸ है माया तो ਗਾਹਾਂ ਦੀ ਗੱਲ करे नहीं रहा। ਵਾਰਾਂ ਨੇ ਜਿਹੜੀਆਂ ਵਾਰਾਂ ਨੇ ਉਹ ਚ ਮਾਇਆ ਤੋਂ ਗੱਲ ਹੈ ਹੀ ਨਹੀਂ ਗਾਹਾਂ ਦੀ, तो साफ ਜ਼ਾਹਿਰ ਹੋ ਗਿਆ। ਉਹਨਾਂ ਦਾ ਹੀ ਪ੍ਰਚਾਰ ਕਰਦੇ ਨੇ। ਇਹ ਬਾਹਮਣ ਨੇ ਸਿਰਫ ਮੂਰਤੀ ਪੂਜਕ ਨੇ, ਸਰੀਰ ਨਾਲ ਜੋੜ ਕੇ ਰੱਖਣਾ ਬਾਹਰ ਲੈਣਾ, ਉਹ ਤੇ ਗਾਹਾਂ ਜਾਣ ਨਹੀਂ ਦੇਣਾ, ਭੇਖ ਬਣਾ ਕੇ ਸਾਡੇ ਚ ਆ ਗਏ। ਹੁਣ ਤਾਂ ਕਹਿਣ ਵੀ ਲੱਗ ਗਏ ਵੀ ਉਹ ਜਿਹੜੇ ਨੇ ਈਸਾਈ ਨੇ
ਉਹ ਠੀਕ ਨੇ ਜੀ। ਉਹਨਾਂ ਨੇ ਕਹਿ ਦਿੱਤਾ ਵੀ ਉਹ ਕੁਵਾਰੀ ਦੇ ਜੰਮਿਆ ਸੀ, ਸਾਡੇ ਲਿਖਿਆ ਮਾਤ ਪਿਤਾ ਬਿਨ ਬਾਲ ਨਾ ਹੋਈ। ਉਹਨਾਂ ਨੂੰ ਗਿਆਨ ਜ਼ਿਆਦਾ ਸਾਡੇ ਨੂੰ। ਲੈ ਹੁਣ ਤਾਂ ਆਪੇ ਕਹਿਣ ਲੱਗ ਗਏ। ਹੌਲੀ ਹੌਲੀ ਇਹਨਾਂ ਨੇ ਇਹੋ ਜਿਹੇ ਬਿਆਨ ਦੇ ਦੇਣੇ ਨੇ, ਇਹਨਾਂ ਨੇ ਸਿੱਖੀ ਜੋ ਆਪੇ ਨਿਕਲ ਜਾਣਾ, ਆਪੇ ਹੀ ਨਿਕਲ ਜਾਣਾ ਇਹਨਾਂ ਦੇ। ਹੌਲੀ ਹੌਲੀ ਬਿਆਨ ਗੁੱਸੇ 'ਚ ਇਹੋ ਜਿਹੇ ਆਈ ਜਾਂਦੇ ਨੇ, ਸਿੱਖ ਆਪੇ ਜ਼ਾਹਰ ਕਰ ਦੇਣਾ ਇਹਨਾਂ ਨੇ ਵੀ ਅਸੀਂ ਨਾ ਪਹਿਲਾਂ ਸਿੱਖ ਸੀ ਨਾ ਅੱਜ ਸਿੱਖਾਂ, ਨਾ ਸਾਡਾ ਸਿੱਖੀ ਨਾਲ ਕੋਈ ਸੰਬੰਧ ਹੈ। ਅੰਦਰੋਂ ਅਸੀਂ ਕੀ ਸੀ, ਗੋਲਕ ਵਾਸਤੇ ਆਏ ਸੀ। ਗੋਲਕ ਦੇ ਹੁਣ ਨੇੜੇ ਇਹਨਾਂ ਨੂੰ ਜਾਣ ਨਹੀਂ ਦੇਣਾ ਕਿਸੇ ਨੇ, ਤੜਫਦੇ ਫਿਰਦੇ ਨੇ। ਇਹ ਤਾਂ ਗੋਲਕ ਪਿੱਛੇ ਆਏ ਸੀ, ਸਿਰਫ ਇਹ ਬਿਜ਼ਨਸ ਵਾਸਤੇ ਆਏ ਸੀ। ਆਲੇ ਦੁਆਲੇ ਦੁਕਾਨਾਂ ਗੁਰਦੁਆਰੇ ਬਣਾ ਲੀਆਂ, ਕੰਗੇ ਕੜੇ ਰੁਮਾਲੇ ਵੇਚ ਲਏ, ਆਹ ਕੁਛ ਕਰਨ ਆਏ ਸੀ। ਉਹੀ ਇਹ ਕਰ ਰਹੇ ਸੀ। ਹਾਂਜੀ, ਸੋ ਅੰਧ ਧੁੰਦ ਹੋਏ ਰਹੀ, ਦਿਸ਼ਾ ਵਿਸ਼ਾ ਨ ਸੂਝ ਹੈ। ਆਹ ਦੇਖੋ, ਅੰਧ ਧੁੰਦ ਹੋਏ ਰਹੀ, ਅੰਧ ਧੁੰਦ ਆਪੇ ਹੋ ਗਈ। ਕੋਈ ਕੁਛ ਕਹਿ ਜਾਂਦਾ, ਕੋਈ ਕੁਛ, ਜਿਵੇਂ ਸਾਡੇ ਨੇ ਕੋਈ ਵਕਤਾ ਕੁਛ ਕਹਿ ਜਾਂਦਾ ਸਟੇਜ ਤੇ ਆ ਕੇ ਗੁਰਦੁਆਰੇ, ਕੋਈ ਉਹਦੇ ਖਿਲਾਫ ਗੱਲ ਕਹਿ ਜਾਂਦਾ। ਤੇ ਪਬਲਿਕ ਤਾਂ ਭੱਬਲ ਭੂਸੇ 'ਚ ਪਈ ਹੋਈ ਹੈ ਨਾ। ਅੰਧ ਧੁੰਦ ਛਾ ਗਈ, ਕੱਚੀਆਂ ਪੱਕੀਆਂ ਗੱਲਾਂ ਮਿਕਸ ਕਰਨ ਲੱਗੇ ਦੋਏ। ਦਿਸ਼ਾ ਵਿਸ਼ਾ ਨ ਬੂਝ ਹੈ, ਦਿਸ਼ਾ ਵਿਸ਼ਾ ਕਿਸੇ ਨੂੰ ਨਹੀਂ ਸਮਝ ਆਉਂਦੀ। ਉਹ ਸਟੇਜਾਂ ਤੇ ਨਹੀਂ ਦੇਖਿਆ, ਕੋਈ ਕੁਛ ਕਹਿ ਜਾਂਦਾ, ਦੂਆ ਉਹਦੇ ਖਿਲਾਫ ਕਹਿ ਦਿੰਦਾ ਗੱਲ। ਇਹੀ ਕੁਛ ਹੁੰਦਾ ਰਿਹਾ ਰੋਜ਼ ਸਟੇਜਾਂ ਦੇ ਸਾਡੇ, ਹੁਣ ਵੀ ਇਹੀ ਹੋ ਰਿਹਾ। ਟੀਕੇਕਾਰ ਨੇ ਇੱਥੇ ਕੁਛ ਲਿਆ, ਅਗਲੇ ਪੰਨੇ ਤੇ ਕੁਛ ਲਿਖ ਰਹੇ ਨੇ। ਉਹ 2-4 ਲਾਈਨਾਂ ਦੇ ਬਾਅਦ ਹੀ ਉਦੋਂ ਆਪਣੀ ਗੱਲ ਤੋਂ ਉਲਟ ਕਹਿ ਰਹੇ ਨੇ। ਜਿੰਨੇ ਵੀ ਲਿਖਾਰੀ ਨੇ ਆਪਾ ਵਿਰੋਧੀ ਗੱਲ ਕਰ ਰਹੇ ਨੇ। ਕਹਿੰਦੇ ਆਪਣੀ ਗੱਲ ਨੂੰ ਆਪੇ ਕੱਟ ਜਾਂਦੇ ਨੇ। ਰਜਨੀਸ਼ ਤੱਕ ਆਪਣੀ ਗੱਲ ਨੂੰ ਕੱਟ ਜਾਂਦਾ ਰਿਹਾ, ਜੋ ਕਹਿ ਤਾ ਗਾਹਾਂ ਕੱਟ ਗਿਆ ਉਹਨੂੰ। ਇੰਨੀ ਦਿਸ਼ਾ ਵਿਸ਼ਾ ਕਿਸੇ ਨੂੰ ਕੀ ਪਤਾ ਲੱਗੇ। ਗੁਰਬਾਣੀ ਦੀ ਕੋਈ ਪੰਕਤੀ ਦਿਖਾਓ ਆਪਾ ਵਿਰੋਧੀ। ਅਸੀਂ ਰੋਜ਼ ਮੇਰਾ 2000 ਘੰਟੇ ਦੇ ਉੱਪਰ ਚਲੇ ਕਿਤੇ ਦਿਖਾਉਣਾ ਆਪਾਂ ਵਿਰੋਧੀ ਗੱਲ ਕਹੀ ਹੋਈ। ਜਿਹੜੇ ਬੰਦੇ ਨੂੰ ਕਲੀਅਰ ਹੋ ਗਈ ਗੱਲ, ਆਪਾਂ ਵਿਰੋਧ ਪੈ ਕਿਵੇਂ ਜਾਊਗਾ ਵਿਰੋਧਾਭਾਸ। ਵਰਮਾ ਚ ਵਿਰੋਧਾਭਾਸ ਹੈ ਹੀ ਨਹੀਂ। ਸੁਰੋਖ ਕਾਲ ਲੀ ਕੇਸਰੀ ਸੰਘਾਰ ਸੈਨ ਧਾਏ ਹੈ। ਫੇਰ ਉਹਨੇ ਦੇਖਿਆ ਵੀ ਇਹ ਤਾਂ ਭੱਬੜ ਭੂਸੇ 'ਚ ਪਾਤੀ ਗੱਲ, ਗੱਲੇ ਭੱਬੜ ਭੂਸੇ 'ਚ ਪੈ ਗਈ ਗੱਲ, ਕਿਸੇ ਕੰਢੇ ਲੱਗਦੀ ਹੋਈ ਨਹੀਂ। ਫੇਰ ਜਾ ਕੇ ਆਪ ਉੱਠਿਆ, ਤਾਂ ਦਖਲ ਦਿੱਤਾ। ਸੁਰੋਖ ਕਾਲ ਕੇਸਰੀ, ਕਾਲ ਰੂਪ ਹੈ, ਸੰਘਾਰ ਸੈਨ ਧਾਏ ਹੈ। ਇਹ ਹੀ ਹੈ ਅਸਲ ਦੇ ਵਿੱਚ ਸ਼ਿਵ ਇਹ ਹੈ, ਸ਼ਿਵ ਦਾ ਅਵਤਾਰ ਇਹ ਹੈ। ਇਹ ਵੀ ਇਹ ਰੁਦਰ ਅਵਤਾਰ ਨੇ ਤਿੰਨੇ, ਤਾਂ ਹੀ ਤਾਂ ਖੜੇ ਹੋਏ ਨੇ ਰੁਦਰ ਵਾਲੇ। ਕਾਲ ਜਿਹੜਾ ਉਹਨੂੰ ਕਹਿੰਦਾ ਸ਼ਿਵ ਜੀ ਕਾਲ ਰੂਪ ਹੈ, ਉਹ ਕਾਲ ਰੂਪ ਸਰੀਰ ਦਾ ਨਹੀਂ ਹੈਗਾ। ਉਹ ਸਰੀਰ ਦਾ ਹੁਕਮ ਹੈ, ਕਾਲ ਰੂਪ ਹੈ। ਇਹ ਜਿਹੜੇ ਰੁਦਰ ਦੇ ਅਵਤਾਰ ਨੇ ਇਹ ਕਾਲ ਰੂਪ ਨੇ। ਕਿਹਦੇ ਮੱਤਾਂ ਦੇ, ਝੂਠੀਆਂ ਮੱਤਾਂ ਦੇ ਕਾਲ ਰੂਪ ਨੇ। ਇਹ ਸਰੀਰ ਕਰਕੇ ਕਾਲ ਪਰਮੇਸ਼ਰ ਹੈ, ਉਹ ਨਹੀਂ ਹੈਗਾ। ਜਿਹੜਾ ਬੰਦੇ ਦੇ ਹੱਥ 'ਚ ਕਾਲ ਹੈ, ਬੰਦੇ ਨੂੰ ਕਾਲ ਦਾ ਜਿਹੜਾ ਬਣਾਇਆ ਪ੍ਰਤੀਕ, ਉਹ ਸਗਲ ਮਤਾਂਤ ਕੇਵਲ ਹਰ ਨਾਮ। ਇਹ ਝੂਠੀਆਂ ਮੱਤਾਂ ਦਾ ਅੰਤ ਕਰਨ ਵਾਲਾ ਹੈ, ਉਹ ਇਹਨਾਂ ਦਾ ਕਾਲ ਹੈ। ਉਹ ਇਹਨਾਂ ਦੇ ਉਹ ਅਵਤਾਰ ਹੈ। ਅਵਤਾਰ ਕੀ ਹੁੰਦਾ? ਕਿਸੇ ਦੇ ਪ੍ਰਥਾਏ ਜਨਮ ਲੈਣਾ, ਹੁਕਮ ਦੇ ਪ੍ਰਥਾਏ ਜਨਮ ਲੈਣਾ। ਹੁਕਮ ਤਾਂ ਹੈ ਨਹੀਂ, ਇਹ ਕਾਪ ਦਾ ਜਨਮ ਲੈਂਦਾ ਨਹੀਂ। ਉਹਦੀ ਇੱਛਾ ਅਨੁਸਾਰ ਗੱਲ ਕਰਨੀ, ਉਹਦਾ ਬੁਲਾਇਆ ਬੋਲਣਾ। ਸਰੀਰ ਇਹਦਾ, ਹੁਕਮ ਉਹਦਾ। ਜਿਉਂ ਤਿਉਂ ਚਲਾਏ ਤੇ ਮੈਂ ਚੱਲਾਂ ਸੁਆਮੀ, ਇਹਨੂੰ ਅਵਤਾਰ ਕਹਿੰਦੇ ਨੇ। ਕਿਸੇ ਦੇ ਪਰਥਾਏ ਆਇਆ ਹੋਇਆ ਬੰਦਾ, ਉਹ ਅਵਤਾਰ ਹੁੰਦਾ। ਔਰ ਆਪ ਤਾਰ ਨਹੀਂ ਸਕਦਾ ਕਿਸੇ ਨੂੰ, ਆਪ ਨਹੀਂ ਤਾਰ ਸਕਦਾ, ਨਾ ਆਪ ਤਾਰ ਸਕਦਾ। ਤਾਰ ਹੁੰਦਾ ਪ੍ਰਭ ਤਾਰ ਤਾਰਨ ਹਾਰਿਆ। ਇਹ ਤਾਂ ਆਪ ਕਹਿ ਰਿਹਾ, ਇਹ ਅਵਤਾਰ ਹੈ, ਤਾਰ ਨਹੀਂ ਸਕਦਾ ਕਿਸੇ ਨੂੰ। ਇਹ ਝੂਠ ਹੈ ਵੀ ਕੋਈ ਤਾਰ ਸਕਦਾ ਨਾਨਕ ਕਿਸੇ ਨੂੰ, ਜਾਂ ਕੋਈ ਭਗਤ। ਝੂਠ ਹੈ ਸਭ। ਉਹ ਤਾਂ ਅਵਤਾਰ ਨੇ। ਅਵਤਾਰ ਕਹਿੰਦੇ ਹੀ ਉਹਨੂੰ ਨੇ ਜਿਹੜੇ ਤਾਰ ਨਹੀਂ ਸਕਦਾ। ਉਹ ਬਤਾਰ, ਤਾਰਨ ਦੇ ਨਾਲ ਨੈਗੇਟਿਵ ਲੱਗਿਆ ਹੈ ਮੂਰੇ।
ਨਹੀਂ ਤਾਰ ਸਕਦਾ ਕਿਸੇ ਨੂੰ, ਇਹ ਭੁਲੇਖੇ 'ਚ ਨਾ ਹੋ ਜਿਓ, ਰਹਿ ਜਿਓ ਕੋਈ। ਤਰਨਾ ਆਪੇ ਪਊਗਾ, ਆਪਣੇ ਹੱਥੀਂ ਆਪਣਾ ਆਪੇ ਹੀ ਕਾ ਸਵਾਰੀ ਹੈ। ਜਿਹਨੇ ਤਰਨਾ ਆਵੇ ਤਰਨਾ ਪਊ। ਇਹ ਦੱਸ ਦੂ, ਤਰਨ ਦੀ ਵਿਧੀ ਦੱਸੂਗਾ ਇਹ। ਤਰਨਾ ਸਿਖਾਉ ਤਾਂ ਸਕਦਾ ਹੈ, ਤਰਨ ਦੀ ਸਿੱਖਿਆ ਦੇ ਸਕਦਾ, ਤਾਰ ਨਹੀਂ ਸਕਦਾ। ਕੋਚ ਹੈ ਇਹ, ਸਿਰਫ ਕੋਚ ਨਹੀਂ ਖੇਲਦਾ ਹੁੰਦਾ, ਜਾ ਕੇ ਖੇਲਣਾ ਆਪ ਪੈਂਦਾ। ਬੱਲਾ ਫੜਨਾ ਕੋਚ ਨੇ ਫੜਨਾ ਉੱਥੇ ਜਾ ਕੇ, ਪਿੱਚ ਤੇ ਜਾ ਕੇ। ਇਹ ਤਾਂ ਕੋਚ ਹੈ, ਕੋਚ ਨੇ ਨਹੀਂ ਕਹਾਂ ਜਾ ਕੇ ਕਰਨਾ ਮੁਕਾਬਲਾ। ਜੇ ਵਰਲਡ ਚੈਂਪੀਅਨ ਬਣਨਾ ਹੈ, ਆਪ ਮਿਹਨਤ ਕਰਨੀ ਪਊਗੀ ਜਿਹਨੇ ਬਣਨਾ। ਕੋਚ ਦਾ ਦੱਸ ਸਕਦਾ ਤੁਹਾਨੂੰ, ਇਹ ਨਹੀਂ ਤਾਰ ਸਕਦਾ ਹੈਗਾ। ਤਰਨਾ ਆਪੇ ਪਊਗਾ। ਤਰਨਾ ਸਿਖਾਉਣਾ ਗੱਲ ਹੋਰ ਹੈ, ਤਰਨਾ ਆਪ ਹੈ। ਉਹਨੇ ਆਪਣੀ ਤਾਕਤ ਨਾਲ, ਆਪਣੇ ਬਲ ਬੁੱਧ ਨਾਲ ਤਰਨਾ ਹੈ। ਬਲ ਹੋਆ ਫਿਰ ਬਲ ਹੋਊਗਾ ਤਾਂ ਬੰਧਨ ਛੁੱਟਣਗੇ। ਬਲੇ ਤੇਰੇ 'ਚ ਬਲ ਹੈ ਨਹੀਂ, ਬੰਧਨ ਕਿਵੇਂ ਛੁੱਟ ਜਾਣਗੇ? ਅਗਸਤ ਸਿੰਧ ਕੀ, ਇਹ ਨਹੀਂ ਕਿਹਾ ਹੈ ਵੀ ਗੁਰੂ ਨੇ ਹੱਥ ਰੱਖਤਾ ਸਿਰ ਤੇ ਬੰਧਨ ਟੁੱਟ ਗਏ, ਕਿਤੇ ਲਿਖਿਆ ਦਿਖਾਓ। ਜੇ ਬੰਧਨ ਗੁਰੂ ਦੇ ਹੱਥ ਰੱਖੇ ਟੁੱਟ ਜਾਂਦੇ ਫੇਰ ਅਸੀਂ ਕਹਿੰਦੇ ਤਾਰ ਸਕਦਾ। ਬਲ ਹੋਆ ਬੰਧਨ ਛੁੱਟੇ ਦੀ ਸ਼ਰਤ ਹੈ। ਜਿੱਦਣ ਬੁੱਧ ਬਲ ਤੇਰੇ 'ਚ ਪੈਦਾ ਹੋ ਗਿਆ ਉਦੋਂ ਬੰਧਨ ਟੁੱਟਣਗੇ, ਪਰ ਨਹੀਂ ਟੁੱਟਣੇ। ਸਭ ਕੁਝ ਹੋ ਤਾਂ ਪਾਏ, ਉਹ ਕਹਿੰਦਾ ਨਾ ਕਛੂ ਨਾ ਹੋ ਤਾਂ ਪਾਏ। ਬਲ ਛੁੱਟ ਕੇ ਉਹ ਬੰਧਨ ਪਰੇ। ਗੁਰੂ ਹੋ ਕਹਿ ਰਿਹਾ ਸਿੱਖ ਜਾ ਕੇ, ਵੀ ਮੇਰਾ ਬੁੱਧ ਬਲ ਘਟ ਗਿਆ, ਮੇਰੇ ਤੇ ਕੋਈ ਉਪਾਅ ਨਹੀਂ ਹੋ ਰਿਹਾ, ਉਪਾਅ ਮੈਂ ਬਹੁਤ ਕਰਦਾ, ਬੰਧਨ ਟੁੱਟ ਨਹੀਂ ਰਹੇ। ਮਨ ਜਿੱਤ ਨਹੀਂ ਹੁੰਦਾ, ਵਿਕਾਰ ਜਿੱਤ ਨਹੀਂ ਹੁੰਦੇ। ਕੌਣ ਨਾਨਕ ਅਬ ਓਟ ਹਰ ਗਾਜਿਓ ਹੋ ਸਾਹਿਬ, ਕਹਿੰਦੇ ਮੇਰੀ ਸਹਾਇਤਾ ਕਰੋ। ਕਹਿੰਦੇ ਨੇ ਹਾਥੀ ਨੂੰ ਤਾਰਤਾ ਐ ਕਰਤਾ, ਉਹ ਕਹਾਣੀ। ਉਹ ਕਹਿੰਦੇ ਬਲ ਹੋਆ ਬੰਧਨ ਛੁੱਟੇ, ਤੇਰੇ 'ਚ ਤਾਕਤ ਹੋ ਜੂਗੀ, ਬੰਧਨ ਵੀ ਟੁੱਟ ਜਾਣਗੇ। ਬਲ ਹੋ ਸਕਦਾ ਹੈ, ਬੁੱਧ ਬਲ ਪੈਦਾ ਹੋ ਸਕਦਾ ਹੈ, ਬੰਧਨ ਵੀ ਟੁੱਟ ਸਕਦੇ ਨੇ। ਡਾਕਟਰ ਨੇ ਤਾਂ ਤੇਰੇ 'ਚ ਤਾਕਤ ਪੈਦਾ ਕਰਨੀ ਹੈ, ਤੇਰੀ ਤਾਕਤ ਨਾਲ ਤੇਰਾ ਜੀਵਨ ਚੱਲਣਾ, ਡਾਕਟਰ ਦੀ ਤਾਕਤ ਨਾਲ ਜੀਵਨ ਨਹੀਂ ਚੱਲਣਾ। ਮਰੀਜ਼ ਡਾਕਟਰ ਕੋਲ ਦਾਖਲ ਹੋਇਆ, ਕਮਜ਼ੋਰ ਹੋ ਗਿਆ, ਮੌਤ ਦੇ ਨੇੜੇ ਚਲਾ ਗਿਆ, ਬਲ ਉਹਦੇ 'ਚ ਹੋਊਗਾ ਕਿ ਡਾਕਟਰ ਦੇ ਬਲ ਨਾਲ ਜੀਊਗਾ? ਉਹ ਜੀਊਗਾ ਆਪਣੇ ਬਲ ਨਾਲ। ਖੁਰਾਕ ਆਪ ਨੂੰ ਖਾਣੀ ਪਊ, ਆਪ ਨੂੰ ਹਜ਼ਮ ਕਰਨੀ ਪਊ, ਗੁਰਬਾਣੀ ਆਪ ਨੂੰ ਖਾਣੀ ਪਊਗੀ, ਆਪੇ ਹਜ਼ਮ ਕਰਨੀ ਪਊ। ਜੇ ਕੋ ਖਾਵੇ, ਜੇ ਖਾਊਗਾ ਹਜ਼ਮ ਕਰੂਗਾ ਤਾਂ ਤਾਕਤ ਆਊਗੀ। ਐਵੇਂ ਆਜੂ ਤਾਕਤ? ਡਾਕਟਰ ਕੋਲ ਇਹਦਾ ਕੋਈ ਫਾਰਮੂਲਾ ਨਹੀਂ ਹੈ ਵੀ ਤੇਰੀ ਜ਼ਿੰਦਗੀ ਪਾ ਕੇ ਭੇਜ ਦੇਵੇ। ਇਹ ਕਿਹਨਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ? ਉਹਨਾਂ ਦੀਆਂ ਬਣਾਈਆਂ ਜਿਹੜੇ ਮੀਣੇ ਤੇ ਆ ਜਿਹੜੇ ਸਾਧ ਨੇ, ਇਹਨਾਂ ਦੀਆਂ ਬਣਾਈਆਂ ਹੋਈਆਂ ਨੇ। ਬਾਬੇ ਤਾਰੇ ਚਾਰ ਚੱਕ, ਬਾਬੇ ਤਾਰੇ ਤੇ ਚਾਰ ਚੱਕ, ਉਹਨਾਂ ਦੀਆਂ ਬਣਾਈਆਂ ਹੋਈਆਂ ਨੇ ਗੱਲਾਂ। ਮੁੰਡੇ ਤਰੇ ਨਹੀਂ ਹੈ, ਮੁੰਡੇ ਤਾਂ ਖੋਟੇ ਰਹਿ ਗਏ। ਸੱਤਾ ਬਲਵੰਡ ਕਹਿੰਦੇ ਨੇ ਖੋਟੇ ਮੁੰਡਿਆਂ ਨੂੰ, ਆਪ ਤਾਂ ਕਿਹਾ ਨਹੀਂ ਗੁਰੂ ਨਾਨਕ ਨੇ। ਉਹ ਮੁੰਡੇ ਖੋਟੇ ਤਾਂ ਸੱਤੇ ਬਲਵੰਡ ਨੇ ਕਿਹਾ, ਸੱਚ ਬੋਲਿਆ। ਕਹਿੰਦੇ ਸੱਚ ਬੋਲ। ਸੱਚ ਤਾਂ ਹੁਣ ਉਹ ਕਹਿੰਦੇ ਸੱਚ ਐਸਾ ਬੋਲ। ਸ੍ਰੀ ਚੰਦ ਨੇ ਚੱਕਿਆ ਸੀ, ਸ੍ਰੀ ਚੰਦ ਦੇ ਖਿਲਾਫ ਸੱਚ ਬੋਲਿਆ। ਸੱਤਾ ਬਲਵੰਡ ਜੇ ਕਹਿ ਸਕਦਾ ਹੈ ਵੀ ਦਿਲ ਖੋਟੇ ਆਖੀ ਫਿਰਨ ਤੇ ਗੁਰੂ ਨਾਨਕ ਦੇ ਮੁੰਡਿਆਂ ਨੂੰ, ਬਾਬੇ ਨੇ ਤਾਂ ਚਾਰ ਚੱਕ ਮੈਂ ਤਾਰਤੇ। ਇਹ ਮੀਣਿਆਂ ਦੀਆਂ ਗੱਲਾਂ ਨੇ, ਇਹ ਸਭ ਬਣਾਈਆਂ ਹੋਈਆਂ। ਸੱਚ ਨਹੀਂ ਨਾ ਬੋਲ ਸਕਦੇ। ਸੱਚ ਕਿਹਾ ਉਹਨਾਂ ਨੇ, ਸੱਚ ਬੋਲੋ। ਹਾਂ, ਅਗਸਤ ਸਿੰਧ ਗੁਰ ਫਰਮਾਇਆ, ਸੱਚ ਜੇ ਗੁਰ ਫਰਮਾਇਆ। ਕਹਿ ਰਿਹਾ ਕਿ ਉਦੋਂ ਬੋਲੋ ਹਟੀਏ। ਸਾਨੂੰ ਵੀ ਸੱਚ ਬੋਲਣ ਨੂੰ ਕਿਹਾ, ਕਿਉਂ ਹਟੀਏ ਅਸੀਂ ਪਿੱਛੇ? ਕਾਇਰ ਆਦਮੀ ਸੱਚ ਨਹੀਂ ਬੋਲ ਸਕਦਾ, ਮਾੜੇ ਦਿਲ ਵਾਲਾ ਸੱਚ ਨਹੀਂ ਬੋਲ ਸਕਦਾ। ਸੱਚ ਬੋਲਣ ਨੂੰ ਕਿਹਾ, ਸੱਚ ਬੋਲੋ। ਅਗਸਤ ਸਿੰਧ ਕੀ ਜਿਮੰ ਪਚਾਏ ਸੈਨ ਜਾਏ ਹੈ। ਅਗਸਤ ਹੁਣ ਕਿਵੇਂ ਉੱਠਿਆ? ਕੇਸਰੀ ਲੈ ਕੇ, ਸ਼ੇਰ ਦੀ ਸਵਾਰੀ। ਸ਼ੇਰ ਦੀ ਸਵਾਰੀ ਕੀ ਹੈ? ਆਪੇ ਉੱਠਿਆ। ਬੁੱਧੀ ਉੱਠੀ ਹੈ ਲੜਨ, ਉਹਦੀ ਅਕਲ ਉੱਠੀ ਹੈ। ਕਲਕੀ ਅਵਤਾਰ ਦੀ, ਕਲਕੀ ਅਵਤਾਰ ਆਪ ਉੱਠਿਆ, ਬੁੱਧੀ ਉੱਠੀ ਹੈ, ਗਿਆਨ ਉੱਠਿਆ, ਵਿਵੇਕ ਉੱਠਿਆ, ਔਰ ਵਿਵੇਕ ਬੁੱਧੀ ਉੱਠੀ ਹੈ। ਵਿਵੇਕ ਸ਼ੇਰ ਹੈ, ਵਿਵੇਕ ਬੁੱਧੀ ਉਹ ਪ੍ਰਤੀਕ ਹੈ, ਕਲਕੀ ਦਾ ਪ੍ਰਤੀਕ ਹੈ। ਕਾਲੀ ਹੈ ਵਿਵੇਕ ਬੁੱਧੀ, ਕਾਲੀ ਕਾਲ ਹੈ ਸਭ ਦਾ।
ਕਾਲੀ ਜਦ ਕਹਿੰਦੇ ਨੇ ਦੋਆਂ ਦਾ ਕਾਲ ਹੈ, ਕਾਲ ਤੂੰ ਹੀ ਕਾਲੀ ਤੂੰ ਹੀ, ਕਾਲ ਤੂੰ ਹੀ ਕਾਲੀ ਤੂੰ ਹੀ, ਜਾਂ ਇੱਕ ਹੋ ਜਾਂਦਾ ਫਿਰ ਕਾਲ ਵੀ ਇਹੀ ਹੈ ਕਾਲੀ ਵੀ ਇਹੀ ਹੈ। ਅਗਸਤ ਸਿੰਧ ਕੀ ਜਿਮਨ ਪਚਾਏ ਸੈਨ ਜਾਏ ਹੈ। ਜਿਵੇਂ ਅਗਸਤ ਮੁਨੀ ਨੇ ਸਾਰਾ ਹੀ ਸਮੁੰਦਰ ਆਪਣੇ ਚ ਪੀ ਲਿਆ ਸੀ, ਐ ਦੋਹਾਂ ਪਾਸਿਆਂ ਦੀ ਜਿਹੜੀ ਹੈ ਨਾ ਵਿੱਚੇ ਤਾਂ ਸਾਧ ਜਿਹੜੇ ਨੇ ਸ਼ਿਵਜੀ ਵਾਲੇ ਅਗਿਆਨੀ, ਵਿੱਚੇ ਨੇ ਰਾਜੇ ਵਾਲੇ ਅਗਿਆਨੀ, ਸਾਰਿਆਂ ਨੂੰ ਪੀ ਜਾਣ। ਸਾਰੇ ਪਾਸਿਆਂ ਦੀਆਂ ਨਦੀਆਂ ਆਉਂਦੀਆਂ ਹੁੰਦੀਆਂ ਨੇ ਸਮੁੰਦਰ 'ਚ, ਸਾਰੀਆਂ ਹੀ ਮੱਤਾਂ ਗਿਰਦੀਆਂ ਹੁੰਦੀਆਂ ਨੇ ਸਮੁੰਦਰ 'ਚ, ਕਹਿੰਦੇ ਸਮੁੰਦਰੇ ਪੀਜੋ। ਚੱਲ ਸਾਰੀਆਂ ਮੱਤਾਂ ਵਿੱਚ ਰਲ ਗਈਆਂ ਆ ਕੇ, ਜਾਂ ਸਮੁੰਦਰੇ ਪੀ ਲਿਆ ਸਾਰਾ ਅਗਸਤ ਮੁਨੀ ਨੇ, ਸਾਰੀਆਂ ਮੱਤਾਂ ਵਿੱਚ ਗੁਰਮਤਿ ਦੇ ਹਜਮ ਕਰ ਲੀਆਂ, ਗੁਰਮਤਿ 'ਚ ਰਲਾ ਲੀਆਂ। ਆ ਗੱਲ ਉਹ ਸਮੁੰਦਰ ਨਹੀਂ ਪੀ ਹੁੰਦਾ ਹੁੰਦਾ, ਬਾਹਰਲਾ ਸਮੁੰਦਰ ਪੀਤਾ ਕਿਸੇ ਨੇ, ਨੂਣ ਵਾਲਾ ਸਾਰਾ ਹੀ। ਖੜਾ ਕਿੱਥੇ ਸੀ ਉਹ ਆਦਮੀ ਜਿਹਨੇ ਸਮੁੰਦਰ ਪੀਤਾ? ਕਿੱਥੇ ਖੜ ਕੇ ਪੀਤਾ? ਖੜ ਕੇ ਕਿੱਥੇ ਪੀਤਾ ਸਮੁੰਦਰ? ਧਰਤੀ ਨਾਲ ਤਾਂ ਜ਼ਿਆਦਾ ਸਮੁੰਦਰ ਹੈ, ਖੜਾ ਕਿੱਥੇ ਸੀ ਉਹ? ਬਾਹਰਲਾ ਸਮੁੰਦਰ ਬਣਾ ਲਿਆ। ਉਹ ਸਮੁੰਦਰ ਹੈ, ਸਾਰੀਆਂ ਮੱਤਾਂ ਜਾ ਕੇ ਨੀਵੇਂ ਤੁਹਾਨੂੰ ਜਾਂਦੀਆਂ ਨੇ ਇਹ, ਉਹ ਸਾਰੀਆਂ ਹੀ ਮੱਤਾਂ ਗੁਰਮਤਿ ਨੇ ਲੈ ਕੇ, ਗੁਰਮਤਿ ਸਮਝ ਲਈ ਉਹਨੇ, ਬਸ ਗੁਰਮਤਿ ਨੇ ਵਿੱਚੇ ਆਪਣੇ ਲੀਨ ਕਰ ਲਈਆਂ। ਸਾਰੀਆਂ ਮੱਤਾਂ ਗੁਰਮਤਿ 'ਚ ਲੀਨ ਹੋ ਜਾਂਦੀਆਂ ਨੇ, ਸਮੁੰਦਰੇ ਲੀਨ ਹੋ ਜਾਂਦਾ। ਇਹ ਸਮੁੰਦਰ 'ਚ ਨਾ ਗਿਆਨ ਹੈ, ਸਮੁੰਦਰ 'ਚ ਜਾ ਕੇ ਸਮਾ ਜਾਂਦੀਆਂ ਮੱਤਾਂ ਸਾਰੀਆਂ। ਇਹ ਇੱਕ ਜਿਹੜੀ ਮੱਤ ਕਹਿੰਦੇ ਨੇ ਇਹੀ ਮੱਤ ਹੈ, ਇੱਕ ਇਹ ਸਾਰੀਆਂ ਮੱਤਾਂ ਨੂੰ ਸਮਾ ਲੈਂਦੀ ਹੈ ਵਿੱਚ। ਪਤਾ ਹੈਗਾ ਉਹਨਾਂ ਨੂੰ ਪਤਾ ਹੈ, ਉਹ ਆਵੇਂ ਉਹਨਾਂ ਨੂੰ ਪਤਾ ਹੈ ਵੀ ਇੱਕ ਇਹੋ ਜਿਹੀ ਮੱਤ ਹੈਗੀ ਹੈ ਜੀ ਸਮਾ ਸਕਦੀਆਂ ਨੇ। ਇਹਨਾਂ ਨੂੰ ਨਹੀਂ ਪਤਾ ਹੋਊਗਾ, ਅਕਾਲੀਆਂ ਨੂੰ, ਇਹਨਾਂ ਨੂੰ ਨਹੀਂ ਪਤਾ, ਸਿੱਖਾਂ ਨੂੰ ਉਹਨਾਂ ਨੂੰ ਪਤਾ ਇਸ ਗੱਲ ਦਾ। ਉਹਨਾਂ ਨੂੰ ਸਮਝ ਆ ਵੀ ਇੱਕ ਮੱਤ ਹੈ ਜੀ ਸਾਰੀਆਂ ਸਮਾ ਸਕਦੀਆਂ ਨੇ। ਹੁਣ ਉਹ ਕਹਿ ਰਹੇ ਨੇ ਇਸ਼ਾਰੇ ਨਾਲ ਵੀ ਐ ਕਰੋ। ਹੁਣ ਐ ਸਿੱਧੀ ਥੋੜੇ ਕਹਿਣ ਵੀ ਆਹ ਮੱਤ ਹੈਗੀ ਹੈ। ਉਹਨੇ ਕਿਹਾ ਜੇ ਅਸੀਂ ਕਹਤਾ ਹੈਗੀ ਵਿਰੋਧ 'ਚ ਆ ਜਾਣਗੇ, ਦੂਏ ਮੁਸਲਮਾਨ ਵਿਰੋਧ 'ਚ ਆ ਜਾਣਗੇ ਵੀ ਇਹ ਤਾਂ ਜੀ ਇਹਨਾਂ ਦੀ ਪਾਰਟੀਬਾਜ਼ੀ ਕਰਦੇ ਪਹਿਲਾਂ ਹੀ। ਐ ਨਹੀਂ ਕਹਿਣਾ ਉਹਨਾਂ ਨੇ ਵੀ ਆਹ ਕਿਹੜੀ ਹੈ, ਕਹਿੰਦੇ ਡਿਸਕਸ ਕਰੋ, ਨਿਕਲ ਆਊਗੀ। ਆਹ ਚਰਚਾ ਹੀ ਕਹਿੰਦਾ, ਜਿਹੜੀ ਹੋ ਰਹੀ ਹੈ ਨਾ ਚਰਚਾ, ਇਹੀ ਚਰਚਾ ਕਹਿੰਦੇ ਕਰਾਉਣ ਨੂੰ। ਉਹ ਸਮਝਦੇ ਨੇ ਗੱਲਾਂ ਸਾਰੀਆਂ। ਜੇ ਬੇਈਮਾਨ ਨੇ ਸਿੱਖ ਨੇ, ਅੱਜ ਸਿੱਖ ਬੇਈਮਾਨ ਨੇ ਸਾਰੇ, ਕਿਉਂਕਿ ਇਹਨਾਂ ਨੇ ਤਾਂ ਆਪਣੇ ਖਾਣ ਪੀਣ ਦੇ ਟਕਵੰਜ ਬਣਾ ਲਏ ਸਾਰਿਆਂ ਨੇ। ਹੁਣ ਉਹ ਜਿਹੜਾ ਕੁਝ ਮੰਨੀ ਬੈਠੇ ਨੇ, ਮਹਾਂਪੁਰਸ਼ ਬਣੀ ਬੈਠੇ ਨੇ, ਇਹਨਾਂ ਦੀ ਜਾਂਦੀਆਂ ਨੇ ਉਹ ਸੀਟਾਂ। ਇਹਨਾਂ ਨੂੰ ਨਾਲੇ ਪੁੱਛਣਾ ਕਿਹਨੇ ਹੈ? ਹਾਂਜੀ, ਸੰਘਾਰ ਬਾਹਨੀਸ ਕੋ ਅਨੀਸ ਤੀਰ ਗਾਜ ਹੈ। ਉਹਨੇ ਟਾਰਗੇਟ ਬਣਾਇਆ ਜਿਹੜਾ ਰਾਜਾ ਸੀ ਉਹਨੂੰ। ਦੂਏ ਪਾਸੇ ਦਾ ਤਾਂ ਆਪ ਹੀ ਰਾਜਾ ਹੈ, ਕਲਕੀ ਅਵਤਾਰ ਹੈ। ਦੂਏ ਪਾਸੇ ਦਾ ਤਾਂ ਸ਼ਿਵ ਦਾ ਤਾਂ ਆਪ ਹੀ ਅਵਤਾਰ ਹੈ, ਦੂਏ ਪਾਸੇ ਦਾ ਰਾਜਾ ਹੈ। ਸੰਘਾਰ ਬਾਹਨੀਸ ਕੋ, ਬਾਹਨੀਸ ਨੂੰ ਲਾਜਵਾਬ ਕਰ ਲਿਆ। ਜਿਹੜਾ ਉਹਨਾਂ ਦਾ ਫੌਜਾਂ ਦਾ ਮਾਲਕ ਸੀ ਰਾਜਾ, ਬਾਹਨੀਸ ਰਾਜਾ ਹੀ ਸੀ। ਉਹ ਬਾਹਣੀ ਲੜ ਰਹੀ ਸੀ, ਫੌਜ ਲੜ ਰਹੀ ਸੀ, ਫੌਜ ਨਾਲ ਇਹਦੀ ਫੌਜ ਔਰ ਰਾਜੇ ਦੀ ਫੌਜ ਲੜ ਰਹੀ ਸੀ, ਰਿਜ਼ਲਟ ਨਹੀਂ ਸੀ ਨਿਕਲਦਾ ਕੋਈ। ਹੁਣ ਦੋਏ ਰਾਜੇ ਹੀ ਭਿੜ ਗਏ, ਇਹ ਰਾਜੇ ਨਾਲੇ ਭਿੜ ਗਿਆ। ਜਿਹੜੇ ਇਹਦੇ ਨਾਲ ਸੀ ਉਹ ਕੌਣ ਸੀ? ਉਹ ਪੜ੍ਹੇ ਲਿਖੇ ਜਿਨ੍ਹਾਂ ਦੇ ਸਿਰ ਤੇ ਰਾਜ ਚੱਲਦਾ ਸੀ, ਜਿਹੜੇ ਅੱਜ ਕੱਲ੍ਹ ICS PCS ਅਫਸਰ ਨੇ, ਜਿਹਨਾਂ ਦੇ ਸਿਰ ਤੇ ਰਾਜ ਚੱਲਦਾ ਹੈ, ਮਿਨਿਸਟਰ, ਉਹ ਦੇਖਦੇ ਨੇ, ਉਹਨਾਂ ਨੂੰ ਛੱਡ ਕੇ ਸਿੱਧਾ ਰਾਜੇ ਨਾਲ ਟੱਕਰ ਪਿਆ। ਰਾਜਾ ਚੁੱਪ ਕਰ ਗਿਆ, ਰਾਜਾ ਜਿੱਤ ਲਿਆ, ਸੰਘਾਰ ਕਰਤਾ ਉਹਦਾ। ਸੰਘਾਰ ਬਾਹਨੀਸ ਕੋ ਅਨੀਸ ਤੀਰ ਗਾਜ ਹੈ। ਅਨੀਸ ਤੀਰ ਗਾਜ ਹੈ। ਫਿਰ ਜਿਹੜੇ ਅਨੀਸ ਦੀ ਮਤਲਬ ਦੂਏ ਥੱਲੇ ਦੇ ਸੀ, ਜਿਹੜੇ ਮਿਨਿਸਟਰ, ਉਹਦੇ ਵਜ਼ੀਰ, ਆ ਜਿਹੜੇ ਸੀਗੇ ਅਫਸਰ ਦੂਏ, ਤੀਰ ਗਾਜ ਹੈ, ਉਹਨਾਂ ਨੂੰ ਕਿਹਾ ਵੀ ਆ ਜਾਓ, ਹੁਣ ਤੁਸੀਂ ਕਰੋ ਗੱਲ, ਹੁਣ ਕਰੋ ਤੁਸੀਂ ਗੱਲ। ਪਹਿਲਾਂ ਜਿਹੜੀ ਕਾਮਾਂ ਰੌਲੀ ਪਾਈ ਸੀ ਨਾ ਤੁਸੀਂ, ਹੁਣ ਮੇਰੇ ਨਾਲ ਗੱਲ ਕਰੋ ਤੁਸੀਂ। ਰਾਜਾ ਦਾ ਹੱਥ ਖੜੇ ਕਰ ਗਿਆ।
ਹੁਣ ਜਿਹੜੇ ਹੁਣ ਤੁਸੀਂ ਕਰੋ ਗੱਲ, ਜਿਹੜੇ ਵਿਦਵਾਨ ਸੀ, ਬ੍ਰਾਹਮਣ ਸੀ, ਪੰਡਤ ਸੀ ਜਿਹੜੇ, ਉਹ ਹੁਣ ਤੁਸੀਂ ਕਰੋ। ਆਇਆ ਤਾਂ ਉੱਥੋਂ ਹੀ ਸੀ, ਰਾਜੇ ਕੋਲੋਂ ਹੀ, ਇਹ ਸਾਰਿਆਂ ਨੂੰ ਜਾਣਦਾ ਹੀ ਸੀ, ਉਸੇ ਸ਼ਹਿਰ 'ਚ ਰਹਿੰਦਾ ਸੀ, ਬੋਲਦਾ ਨਹੀਂ ਸੀ, ਜਾਣਦਾ ਸਾਰਿਆਂ ਨੂੰ ਸੀ। ਅਸੀਂ ਵੀ ਇੱਥੇ ਰਹਿੰਦੇ ਸਾਰਿਆਂ ਨੂੰ ਜਾਣਦੇ ਹਾਂ, ਅਸੀਂ ਕਿਹਦੇ ਕੋਲ ਪੱਲੇ ਕੀ ਹੈ, ਜੇ ਨਹੀਂ ਬੋਲੇ ਤਾਂ ਗੱਲ ਹੈ। ਪਤਾ ਸਭ ਦਾ ਹੀ ਸੀ ਇਹਨਾਂ ਕਿਹਦੇ ਪੱਲੇ ਕੀ ਹੈ, ਸਾਰੀ ਦੁਨੀਆ 'ਚ ਕੀ ਹੈ, ਕਿਹਦੇ ਪੱਲੇ, ਰਜਨੀ ਦੇ ਪੱਲੇ ਕੀ ਸੀ, ਉਹ ਕਿਹੜਾ ਪੜ੍ਹਿਆ ਨਹੀਂ ਹੋਇਆ, ਸਾਰਾ ਹੀ ਦੇਖਿਆ ਹੋਇਆ। ਮਸਕੀਨ ਦੇ ਪੱਲੇ ਕੀ ਸੀ, ਸੰਤਾਂ ਦੇ ਪੱਲੇ ਕੀ ਹੈ, ਸਭ ਪਤਾ ਹੀ ਹੈ, ਪਹਿਲਾਂ ਦਾ ਹੀ ਪਤਾ। ਜਿਹੜੀਆਂ ਟੀਕਿਆਂ 'ਚ ਕੀ ਹੈ, ਸਭ ਦੇਖੇ ਹੋਏ ਨੇ। ਦੇਖੇ ਤੇ ਬਿਨਾਂ ਕੋਈ ਕਿਵੇਂ ਬੋਲ ਲੂਗਾ, ਐਵੇਂ ਇੱਕ ਦਿਨ 'ਚ ਬੋਲਣ ਲੱਗ ਜੂਗਾ ਕਿਤੇ। ਹਾਂਜੀ, ਵਿਸ਼ੇਖ ਯੁੱਧ ਮੰਡ ਹੈ, ਅਸੇਖ ਸ਼ਸਤਰ ਬਾਜ ਹੈ। ਵਿਸ਼ੇਸ਼ ਯੁੱਧ ਹੋ ਗਿਆ। ਹੁਣ ਵਿਸ਼ੇਖ ਯੁੱਧ ਮੰਡ ਹੈ। ਇੱਕ ਪਾਸੇ ਤੇ ਸਾਰੇ ਇਹਨਾਂ ਦੇ ਉਹਦੇ ਵਿਦਵਾਨ ਨੇ ਜਿਹੜੇ ਉਹਦਾ ਪ੍ਰਚਾਰ ਕਰ ਰਹੇ ਨੇ, ਰਾਜੇ ਦਾ। ਦੇਖੋ ਨਾ, ਰਾਜੇ ਦਾ ਪ੍ਰਚਾਰ ਕਰਦੇ ਹੁੰਦੇ ਨੇ ਨਾ, ਰਾਜੇ ਨੂੰ ਉਹਨਾਂ ਨੇ ਪ੍ਰਚਾਰ ਕਰ ਨਹੀਂ ਕਰਨਾ। ਕਹਿੰਦੇ ਪੀਰ ਨਹੀਂ ਉੜਦੇ, ਮਰੀਦ ਉਡਾਉਂਦੇ ਨੇ। ਰਾਜੇ ਦੇ ਜਿਹੜੇ ਮਰੀਦ ਨੇ ਉਹਨਾਂ ਨੂੰ ਲਿਆ, ਆ ਜਾਓ ਵੀ ਤੁਸੀਂ ਹੁਣ ਗੱਲ ਕਰੋ, ਕਿਹੜੀ ਗੱਲ ਕਰਕੇ ਤੁਸੀਂ ਇਹਨੂੰ ਪਾਲਣਹਾਰਾ ਮੰਨੀ ਬੈਠੇ ਹੋ। ਰਾਜ ਕਿਤੇ ਸਾਰੀ ਦੁਨੀਆ 'ਚ ਹੈ ਇਹਦਾ, ਬਾਕੀ ਦੁਨੀਆ ਕਿਹਦੀ ਹੈ? ਹੋਰ ਮੁਲਕ ਕਿਸ ਕਹਿਰਾ, ਜਿਹੜਾ ਬਾਕੀ ਮੁਲਕ ਆ ਉਹ ਕਿਹਦਾ? ਫਿਰ ਜੇ ਜੀਵਾਂ ਜਾਨਵਰਾਂ ਨੂੰ ਕੌਣ ਪਾਲਦਾ? ਦੋਆਂ ਨੂੰ। ਹਾਂਜੀ, ਅਸੇਖ ਸ਼ਸਤਰਬਾਜ ਹੈ। ਅਸੇਖ ਸ਼ਸਤਰਬਾਜ ਹੈ ਮਤਲਬ ਅਜੀਬ ਐਸੇ ਸ਼ਸਤਰ ਵੱਜਦੇ ਨੇ ਜਿਹੜੇ ਉਹਨਾਂ ਨੇ ਕਦੇ ਦੇਖੇ ਸੁਣੇ ਹੀ ਨਹੀਂ। ਐਸੇ ਵਰਸ਼ਨ ਆਉਂਦੇ ਨੇ ਜਿਹੜੇ ਅਰਥੇ ਆਉਣੇ ਨੇ, ਨਵੇਂ ਅਰਥੇ ਆਉਣੇ ਨੇ, ਨਵੇਂ ਬਾਹਰ ਜਿਹੜੇ ਅਰਥ ਆਏ ਹੋਏ ਨੇ ਉਹ ਤਾਂ ਮਿਆਨ ਸਣੇ ਤਲਵਾਰ ਆਈ ਹੋਈ ਹੈ ਨਾ। ਜਾਂ ਮਿਆਨ ਕੱਢ ਕੇ ਬਾਹਰ ਦੇਖੋ ਨਾ, ਲਫ਼ਜ਼ ਮਿਆਨ ਨੇ ਇਹਦੇ, ਜਿਹੜੇ ਅੱਖਰ ਨੇ ਉਹ ਤਾਂ ਮਿਆਨ ਹੈ, ਵਿੱਚੋਂ ਤਲਵਾਰ ਤਾਂ ਕੱਢੀ ਨਹੀਂ ਕਿਸੇ ਨੇ। ਅੱਖਰੀ ਅਰਥ ਮਿਆਨ ਹੈ ਸਿਰਫ। ਛਾਛ ਪੀਏ ਸੰਸਾਰ ਤਾਂ ਛਾਛ ਹੈ ਅੱਖਰੀ ਅਰਥ। ਉਹ ਜਿਹੜੇ ਅੰਦਰ ਮੱਖਣ ਹੈ ਉਹ ਜਦ ਕੱਢ ਕੇ ਬਾਹਰ ਆਊ ਨਾ, ਫੇਰ ਸੇਖ ਤੀਰਬਾਜ਼ ਸ਼ਸਤਰਬਾਜ਼। ਉਹ ਨਹੀਂ ਸੀ ਪਤਾ ਕਿਸੇ ਨੂੰ ਇਹਦੇ ਅਰਥ ਕੀ ਨੇ। ਦਸਵੰਨ ਦਾ ਕਿਹੜਾ ਪਤਾ ਸੀ ਕੀ ਅਰਥ ਨੇ, ਹੁਣ ਪਤਾ ਲੱਗਦਾ ਜਾਂ ਉੜਦੇ ਜਾਂਦੇ ਨੇ ਪੱਤਿਆਂ ਨੂੰ। ਹਾਂਜੀ, ਸਵਈਆ ਛੰਦ ਆਵਤ ਹੀ ਨਿਰਪਕੇ ਦਲ ਤੇ, ਹਰੀਬਾਜ ਕਰੀ ਰਥ ਕੋਟਕ ਕੂਟੇ। ਹਾਂ, ਜਿਹੜੇ ਇਹਨਾਂ ਦੇ ਸੀ ਨਾ ਬੜੇ ਬਰਾਬਰ ਰਥਵਾਣੇ ਹੁੰਦੇ ਨੇ ਰਾਜੇ ਦੇ ਆਲੇ ਦੁਆਲੇ। ਰਥ ਕਿਤੇ ਇਕੱਲੇ ਰਾਜੇ ਦਾ ਹੀ ਹੁੰਦਾ। ਉਹ ਬਈ ਜਿਹੜੇ ਮਿਨਿਸਟਰ ਨੇ ਬਰਾਬਰ ਦੇ ਹੀ ਹੁੰਦੇ ਨੇ। ਉਹ ਜਿਹੜੇ ਅਫਸਰ ਹੁੰਦੇ ਨੇ, ਜਿਹੜੇ ਵਿਦਵਾਨ ਨੇ, ਉਹ ਵੀ ਬਰਾਬਰ ਦਾ ਹੀ ਦਰਜਾ ਰੱਖਦੇ ਨੇ। ਆਉਂਦੇ ਨੇ ਜਦ ਉਹਨਾਂ ਨੂੰ ਕੀਤਾ ਨਾ ਐਲਾਨ ਵੀ ਆਓ ਗੱਲ ਕਰੋ, ਉਹਨਾਂ ਨੂੰ ਆਵਾਜ਼ ਕਰੀ, ਉਹਨਾਂ ਨੂੰ ਬੋਲਿਆ, ਉਹਨਾਂ ਨੂੰ ਜਾ ਕੇ ਪੁੱਛਿਆ, ਜਾ ਕੇ ਗੱਲਬਾਤ ਕਰੀ। ਆਵਾਜ਼ ਦਾ ਮਤਲਬ ਗੱਲਬਾਤ ਕਰੀ। ਰਥ ਕੋਟਕ ਕੂਟੇ, ਉਹਨਾਂ ਦੇ ਜਿਹੜੇ ਰਥੀ ਸੀ, ਕਰੋੜਾਂ ਦੀ ਰਥੀ ਕੁੱਟ ਕੇ ਰੱਖਤੇ। ਮਹਾਰਥੀ ਦੇ ਸਾਰੇ ਕੁੱਟਤੇ। ਮਹਾਰਥੀ ਰਾਜਾ ਨਾ, ਮਹਾਰਥੀ ਰਾਜਾ ਨਾ, ਰਥੀ ਨੇ ਬਾਕੀ ਤਾਂ ਬਾਨੀਸ਼ ਆ ਅਨੀਸ਼। ਹਾਂ, ਸਾਜ ਗਰੇ ਨਿਰਪਰਾਜ ਕਹੂੰ। ਉਹ ਭੂਪ ਬਿਨਾ ਕਰੇ ਕੌਣ ਲੜਾਈ। ਪਹਿਲਾਂ ਭੂਪ ਮਾਰਤਾ ਨਾ, ਪਹਿਲਾਂ ਨਿਸ਼ਾਨਾ ਹੀ ਭੂਪ ਤੇ ਰੱਖਿਆ। ਕਹਿੰਦਾ ਮਾਰਾ ਇੱਕ ਹੈ ਤਾਜਾਂ ਕੜੇ, ਪਹਿਲਾਂ ਰਾਜਾ ਹੀ ਟਾਰਗੇਟ ਤੇ ਲੈ ਲਿਆ। ਹੁਣ ਇਹ ਅਨੀਸ ਕਰਤੇ, ਭੂਪ ਬਿਨਾ ਕਰੇ ਕੌਣ ਲੜਾਈ, ਬੋਲੇ ਕੌਣ। ਹੁਣ ਰਾਜਾ ਹੀ ਲਾਜਵਾਬ ਹੋ ਗਿਆ। ਸਾਰੇ ਕੁੱਟਤੇ, ਸਾਰੇ ਚੁੱਪ ਹੋ ਗਏ। ਸਾਜ ਗਰੇ ਨਿਰਪਰਾਜ ਕਹੂੰ, ਬਰਬਾਜ ਫਿਰੇ ਨਾਵਤ ਛੂਟੇ। ਜਿਹੜੇ ਲੱਗੇ ਤੇ ਨਾ ਫੀਤੀਆਂ ਕਿਸੇ ਦੇ, ਸਾਜ ਸਾਰੀਆਂ ਫੀਤੀਆਂ ਰੁਲਦੀਆਂ ਫਿਰਦੀਆਂ ਨੇ। ਕਿਸੇ ਦੇ ਪੁਸ਼ਾਕਾਂ ਨੇ ਪਾਈਆਂ ਹੋਈਆਂ, ਕਿਸੇ ਨੂੰ ਤਲਵਾਰ ਦਿੱਤੀ ਹੋਈ ਹੈ, ਕਿਸੇ ਦੇ ਸਰੋਪੇ, ਕਿਸੇ ਦੇ ਸਿਰ ਤੇ ਅਲੱਗ-ਅਲੱਗ ਪੱਗਾਂ ਦਿੱਤੀਆਂ ਹੋਈਆਂ ਨੇ, ਅਲੱਗ-ਅਲੱਗ ਮਤਲਬ ਉਹਦਿਆਂ ਦੀਆਂ ਅਲੱਗ-ਅਲੱਗ ਡਰੈਸਾਂ ਨੇ, ਸਭ ਬਣਾ ਕੇ ਰੱਖਦੇ। ਉਹ ਦਿੱਤੇ ਹੋਏ ਨੇ ਨਾ ਵੀ ਉਪਾਧੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ, ਸਭ ਖੜਾਤੀਆਂ। ਸਾਜ ਗਿਰੇ
ਸਾਰੇ ਰੋੜ ਕੇ ਰੱਖਤੇ, ਫੀਤੀਆਂ ਜਿਹੀਆਂ ਲਾ ਕੇ। ਬਰਬਾਜ ਫਿਰੇ ਇਹ ਨਾਮਤ ਛੂਟੇ। ਜਿਹੜੇ ਤਾਂ ਸੀਗੇ ਜ਼ਿਆਦਾ ਚਾਪਨੂਸ ਰਾਜੇ ਦੇ ਪ੍ਰਚਾਰ ਕਰਨ ਵਾਲੇ, ਜਿਹੜੇ ਵਿੱਚ ਦੂਏ ਵੀ ਤਾਂ ਹੁੰਦੇ ਨੇ ਜਿਹੜੇ ਔਖੇ ਹੁੰਦੇ ਨੇ। ਹਰੇਕ ਰਾਜ ਦੇ ਵਿੱਚ ਸਾਰੇ ਨਹੀਂ ਹੁੰਦੇ ਰਾਜੇ ਦੇ ਨਾਲ, ਜਿਨ੍ਹਾਂ ਦੀ ਘੱਟ ਕਦਰ ਹੁੰਦੀ ਹੈ ਉਹ ਕਹਿਣ ਵੀ ਲੱਗੇ। ਜਿਹੜੇ ਆਦਮੀ ਠੀਕ ਸੀ ਵੀ ਗੱਲ ਤਾਂ ਠੀਕ ਹੈ ਜਿਹੜੀ ਕਹਿ ਰਹੇ ਨੇ, ਹਿਣਕਣ ਲੱਗ ਪਏ। ਉਹ ਆਪਣੇ ਬੋਲਣ ਲੱਗੇ, ਘੋੜੇ ਹਣਕਣ ਲੱਗੇ ਨਾ, ਉਹ ਖੁਸ਼ ਹੋ ਗਏ। ਜਦ ਦੂਆਂ ਦੇ ਕੁੱਟ ਪੈਂਦੀ ਹੈ, ਜਿਹੜੇ ਜ਼ਿਆਦਾ ਨੇੜੇ ਸੀ ਰਾਜੇ ਦੇ, ਜਿਨ੍ਹਾਂ ਨਾਲ ਇੱਕ ਤਾਂ ਹੁਣ ਬੇਲੀਆਂ ਖਾਂਦੇ ਨੇ, ਜ਼ਿਆਦਾ ਚੌਧਰ ਕਰਦੇ ਨੇ, ਇੱਕਨਾਂ ਦੇ ਉੱਤੇ ਚੌਧਰ ਹੁੰਦੀ ਹੈ। ਹਾਲਾਂਕਿ ਕਈ ਵਾਰ ਬੇਅਕਲ ਅਕਲਾਂ ਦੇ ਚੌਧਰ ਕਰਦੇ ਹੁੰਦੇ ਨੇ। ਜਿਹੜੇ ਬੇਅਕਲ ਹੁੰਦੇ ਨੇ ਨਾ, ਉਹ ਕੀ ਕਰਦੇ ਨੇ, ਉਹ ਜ਼ਿਆਦਾ ਚਾਪਨੂਸ ਬਣ ਜਾਂਦੇ ਨੇ, ਸ਼ਰਾਰਤੀ ਹੁੰਦੇ ਨੇ। ਚਾਪਨੂਸੀ ਕਰਕੇ ਉਹਨਾਂ ਦੀ ਕਦਰ ਜ਼ਿਆਦਾ ਹੋ ਜਾਂਦੀ ਹੈ। ਦੂਏ ਅੰਦਰੋਂ ਔਖੇ ਹੁੰਦੇ ਨੇ। ਉਹਦੇ ਔਖੇ ਹੁੰਦੇ ਨੇ, ਉਹ ਆਪਣਾ ਟਾਈਮ ਪਾਸ ਕਰਦੇ ਹੁੰਦੇ ਨੇ, ਕਰੀ ਜਾਂਦੇ ਨੇ। ਉਹਨਾਂ ਨੇ ਮੰਨ ਲਿਆ ਵੀ ਗੱਲ ਠੀਕ ਹੈ, ਠੀਕ ਕਹਿੰਦੇ ਨੇ। ਉਹ ਮੁਖਰ ਹੋ ਗਏ, ਚਾਪਨੂਸ ਚੁੱਪ ਹੋ ਗਏ। ਉਹਦਾ ਬੋਲਣ ਲੱਗੇ ਵੀ ਸੱਚ ਦਾ ਵੀ ਸੱਚ ਹੈ, ਸੱਚ ਹੈ, ਜੇ ਧਰਮ ਹੈ, ਜੇ ਸੱਚ ਸਾਹਮਣੇ ਆਉਂਦਾ, ਜੇ ਉਹਨੂੰ ਮੰਨਿਆ ਨਾ, ਫਿਰ ਧਰਮ ਕਾਹਦਾ ਹੋਇਆ। ਉਹ ਤਾਂ ਲੱਗੇ ਮੁਖਰ ਹੋ ਗਏ, ਬੋਲਣ ਲੱਗੇ, ਹਿਣਕਣ ਲੱਗੇ। ਘੋੜਾ ਖੁਸ਼ੀ 'ਚ ਹਿਣਕਦਾ, ਜੇ ਘੋੜਾ ਹਿਣਕਦਾ ਖੁਸ਼ ਹੁੰਦਾ। ਉਹ ਫਿਰ ਐਨ ਉਹਨੂੰ ਪਤਾ ਵੀ ਹੁਣ ਮੈਂ ਦੌੜੂੰਗਾ, ਵੀ ਹੁਣ ਮੈਂ ਬਾਹਰ ਜਾਊਂਗਾ। ਘੋੜਾ ਦੌੜ ਕੇ, ਭੱਜ ਕੇ, ਤੁਰ ਕੇ ਖੁਸ਼ ਹੈ। ਹਰ ਵਕਤ ਬੰਨਿਆ ਹੋਇਆ, ਕੋਈ ਵੀ ਜਾਨਵਰ ਔਖਾ ਹੁੰਦਾ। ਆਦਮੀ ਵੀ ਬੈਠਾ ਰਹੇ, ਬਾਹਰ ਜਾਣ ਨੂੰ, ਸੈਰ ਕਰਨ ਨੂੰ, ਤੁਰਨ ਫਿਰਨ ਨੂੰ ਚੰਗਾ ਸਮਝਦਾ। ਤਾਜ ਕਹੂੰ ਗਜਰਾਜ ਰਣ, ਪਟ ਕੇਸਣ ਤੇ ਗਹਿ ਕੇਸਣ ਜੂਟੇ। ਹਾਂ, ਤਾਜ ਕਹੂੰ ਗਜਰਾਜ ਰਣ, ਇਹ ਜਿਹੜੇ ਤਾਜ ਸੀਗੇ, ਜਿਨ੍ਹਾਂ ਦੇ ਫੀਤੀਆਂ ਦਿੱਤੀਆਂ ਹੋਈਆਂ ਤੀਆਂ ਨਾ ਸਿਰ ਤੇ, ਉਹ ਰੋੜ ਕੇ ਰੱਖਦੀਆਂ ਥੱਲੇ। ਬਰਾਬਰ ਹੋ ਗਏ ਸਾਰੇ, ਜਾਂ ਬੋਲਦਾ ਹੀ ਨਹੀਂ ਕੋਈ। ਦੇਖੋ ਨਾ, ਅਫਸਰਸ਼ਾਹੀ ਹੈ। ਜਦ ਬੋਲਤੀ ਬੰਦ ਹੋ ਜਾ, ਫਿਰ ਅਫਸਰਸ਼ਾਹੀ ਕਾਹਦੀ ਰਹੇਗੀ। ਫਿਰ ਦੂਆਂ ਦੇ ਬਰਾਬਰ ਹੋ ਗਏ। ਦੂਏ ਤਾਂ ਕਹਿਣ ਲੱਗੇ ਜਵਾਬ ਇਹਨਾਂ ਨੇ ਦੇਣਾ, ਅਫਸਰ ਇਹ ਨੇ ਕਿ ਅਸੀਂ ਤਾਂ ਆਪਣੇ ਸਿਪਾਹੀ ਹਾਂ, ਅਸੀਂ ਕੀ ਹਾਂ, ਤਨਖਾਹਾਂ ਇਹ 10-10 ਗੁਣੀਆਂ ਸਾਡੇ ਨਾਲ ਲੈਂਦੇ ਨੇ, ਜਵਾਬ ਅਸੀਂ ਦਈਏ। ਪੂਰੇ ਹੁਣ ਹੁੰਦੇ ਕਾਹਤੇ ਨਹੀਂ, ਪੂਰੇ ਕੌਣ ਹੋਵੇ, ਹੁਣ ਇਹੀ ਹੋਣਗੇ। ਹੁਣ ਪੂਰੇ 10 ਗੁਣਾ 20 ਗੁਣਾ ਖਰਚ ਸਾਡੇ ਨਾਲ ਜ਼ਿਆਦਾ ਕਾਹਦਾ ਸੀ ਇਹਨਾਂ ਦਾ, ਜੇ ਅਕਲੇ ਨਹੀਂ ਸੀ। ਇੱਕ ਆਦਮੀ ਨੂੰ 50 ਗੁਣਾ ਖਰਚ ਹੋਵੇ ਇੱਕ ਆਦਮੀ ਦਾ, ਇਹ ਕੋਈ ਜਾਇਜ਼ ਗੱਲ ਹੈ? ਤੈਨੂੰ ਅਕਲ ਹੋਊ ਜੇ ਆਦਮੀ ਦੀ 1000 ਰੁਪਇਆ ਇੱਕ ਦੀ ਤਨਖਾਹ ਹੈ, ਦੂਏ ਦੀ 2000 ਹੋ ਜਾਵੇ। 2000 ਦਾ 50,000 ਦਾ ਤਾਂ ਫਰਕ ਨਹੀਂ ਨਾ ਹੋਣਾ ਚਾਹੀਦਾ। ਫਿਰ ਤਾਂ ਇੰਨਾ ਅਪਸੈਟ ਹੋ ਜਾਊਗਾ ਕੰਮ ਦੁਨੀਆ ਦਾ, ਤਾਂ ਅਪਸੈਟ ਹੋ ਜਾਊਗਾ। ਇਹ ਤਾਂ ਬਹੁਤ ਬੇਇਨਸਾਫੀ ਹੈ। ਹਾਂਜੀ, ਪਟ ਕੇਸਣ ਤੇ ਗਹਿ ਕੇਸਣ ਜੂਟੇ। ਬਾਕੀ ਸੋ ਕੈਸੀ ਹੋ ਗਏ, ਕੇਸਾਂ ਦੇ ਫੜ ਲੈ, ਜੂੜੇ ਤੋਂ ਫੜ ਲੈ ਜਾ ਕੇ। ਗੱਲ ਕਰੋ, ਜਿਹੜਾ ਕੁਝ ਤੁਸੀਂ ਪ੍ਰਚਾਰ ਕਰਦੇ ਰਹੇ ਹੋ ਰਾਜੇ ਦਾ, ਕਿਸ ਹਿਸਾਬ ਨਾਲ ਕਰਦੇ ਹੋ, ਜਵਾਬ ਦਿਓ। ਉਹ ਉਧਰ ਜਿਹੜੇ ਸੀਗੇ ਨਾ ਰਾਜੇ ਵਾਲੇ, ਹਿਣਕਦੇ ਬੋਲਦੇ, ਉਹਨਾਂ ਨੇ ਕਿਹਾ ਵੀ ਜਟਾਂ ਦਾ ਤੁਹਾਡੇ ਵਾਲਿਆਂ ਦੇ ਵੀ ਹੈਗੀਆਂ ਨੇ, ਵੀ ਹੰਕਾਰ ਤਾਂ ਇਹਨਾਂ ਨੂੰ ਵੀ ਹੈਗਾ, ਝੂਠ ਤਾਂ ਇਹ ਵੀ ਬੋਲਦੇ ਰਹੇ ਨੇ। ਇਹ ਸ਼ਿਵ ਜੀ ਨੂੰ ਕਹਿਣ ਤੇ ਬੜਾ ਹੈ, ਪੈਰ ਤਾਂ ਤੁਸੀਂ ਵੀ ਪਜਾਉਨੇ ਹੋ। ਇਹ ਆਪਣਾ ਪ੍ਰਚਾਰ ਝੂਠ ਦਾ ਕਰਦੇ ਤੇ ਆਪਣਾ ਕਰਦੇ ਤੇ। ਦੇਖੋ ਨਾ, ਹੁਣ ਅਸਲ ਦੇ ਵਿੱਚ ਤਾਂ ਜਿਹੜਾ ਧੜਾ ਸ਼ਿਵ ਜੀ ਵਾਲਿਆਂ ਦਾ ਹੈ, ਉਹ ਖੜਾ ਨੇ ਇਹਦੇ ਨਾਲ, ਕਲਕੀ ਅਵਤਾਰ ਨਾ। ਇਹ ਤਾਂ ਆਪਣੇ ਹੋ ਗਏ ਨਾ। ਫਿਰ ਆਪਣਿਆਂ ਦੇ ਜਿਹੜੇ ਖਿਲਾਫ ਗੱਲ ਸੁਣੀ, ਉਹ 60 ਵੱਜੀ, 60 ਵੱਜਦੀ ਉਹਦੀ, ਕਿ ਉਹਨਾਂ 'ਚ ਆਪਣਿਆਂ 'ਚ ਵੀ ਜੇ ਨੁਕਸਾਨ। ਅਗਲਾ ਕਹਿੰਦਾ ਤੁਹਾਡੇ ਮੁੰਡਿਆਂ 'ਚ ਵੀ ਤਾਂ ਗਲਤੀ ਹੈ। ਉਹ ਕਹਿੰਦਾ ਗਧੀ ਮਰ ਗਈ, ਗਧੀ ਉੱਤੇ ਨਿਆਣੇ ਚੜੇ ਫਿਰਦੇ ਸੀ, ਕਹਿੰਦਾ ਵੀ ਗੰਗਾ ਜਾਣਾ ਪਊ। ਪੰਡਤ ਕਹਿੰਦਾ ਤੁਹਾਡਾ ਆਨੰਦ ਘੋਖ ਵੀ ਨਾਲੇ ਸੀ।
ਉੱਤੇ ਉਹ ਬੈਠਾ ਸੀ। ਉਹ ਕਹਿੰਦਾ ਅੱਛਾ ਫਿਰ ਤਾਂ ਕਹਿੰਦਾ ਪੱਤਰੀ ਦੇਖਣੀ ਪਊ। ਕਹਿੰਦਾ ਜਿੱਥੇ ਮੇਰਾ ਆਨੰਦ ਕਹੂ ਗਦੀ ਮਰੀ ਦਾ ਕੋਈ ਨਹੀਂ ਦੋਸ਼। ਹੁਣ ਇਹੋ ਜਿਹਾ ਪੰਡਤ ਤਾਂ ਹੈ ਨਹੀਂ, ਉਹ ਇਹੋ ਜਿਹਾ ਪੰਡਤ ਤਾਂ ਹੈ ਨਹੀਂਗਾ ਕਲਕੀ ਅਵਤਾਰ। ਉਹ ਤਾਂ ਸੱਚਾ ਪੰਡਤ ਹੈ। ਜੇ ਤਾਂ ਹੁੰਦਾ ਉਹ ਜਿਹਾ ਪੰਡਤ ਫਿਰ ਤਾਂ ਕਹਿੰਦਾ ਜਿੱਥੇ ਮੇਰਾ ਆਨੰਦ ਕਹੂ ਗਦੀ ਮਰੀ ਦਾ ਕੋਈ ਨਹੀਂ ਦੋਸ਼। ਵੀ ਇਹਨਾਂ ਦੀ ਗਲਤੀ ਮਾਫ ਹੈ, ਤੁਹਾਡੀ ਗਲਤੀ ਹੈ। ਇਹ ਨਹੀਂ ਗੱਲ ਹੋ ਸਕਦੀ। ਉਹ ਸੱਚ ਹੈ ਜਿੱਥੇ, ਉੱਥੇ ਦੋਹਾਂ ਦਾ ਇੱਕੋ ਜਿਹਾ ਦੋਸ਼ ਹੈ, ਉੱਥੇ ਨਹੀਂ ਕੋਈ ਮਾਫ ਹੈ। ਹਾਂਜੀ। पौन समान बहे कलीबान सबे अरी बादल से चल फूटे। ਪੌਣ ਸਮਾਨ ਜਿਵੇਂ ਹਵਾ ਚੱਲਦੀ ਆ ਐ ਤੀਰ ਛੱਡੇ। ਜਿਹੜੇ ਸੀ ਨਾ ਉਹ ਸਾਰੇ ਦੋਹਾਂ ਨੂੰ ਇਹ ਭੰਨ ਦਿੱਤਾ। ਜਿਹੜੇ ਇਹਨਾਂ ਦੇ ਆਪਣੇ ਸੀ ਉਹ ਕਹਿੰਦੇ ਇਹਨਾਂ ਨੂੰ ਕਿਹੜਾ ਮੈਂ ਕਹਿਣਾ ਵੀ ਇਹ ਠੀਕ ਨੇ, ਤੁਹਾਡੇ ਵਰਗੇ ਹੀ ਇਹ ਨੇ। ਜੇ ਤੁਹਾਡੇ ਵਰਗੇ ਨਾ ਹੁੰਦੇ ਆ ਇਹ ਲੋਕ ਐ ਹਾਲ ਇਹਨਾਂ ਦਾ ਕਿਉਂ ਹੁੰਦੇ? ਜੇ ਤੁਹਾਡੇ ਵਰਗੇ ਨਾ ਹੁੰਦੇ ਤਾਂ ਤੁਸੀਂ ਇੰਨਾ ਕਿਵੇਂ ਵੱਧ ਜਾਂਦੇ? ਅੱਜ ਹਾਲਤ ਤੁਹਾਡੀ ਕੀ ਹੈ? ਪਰ ਇਹਨਾਂ ਜੋ ਹੀ ਪੈਦਾ ਹੁੰਦਾ ਕੋਈ। ਇਹਨਾਂ ਦੇ ਜੇ ਲੱਛਣ ਹੈ ਜਿਹਨੇ ਦੇਸ ਨਕਾਲਾ ਵੀ ਇਹੀ ਉਹਨਾਂ ਹੀ ਬੈਠੇ ਨੇ। ਦੇਸ ਨਕਾਲਾ ਹੀ ਹੈ। ਸ਼ਹਿਰਾਂ ਤੋਂ ਬਾਹਰ ਫਿਰਦੇ ਨੇ। ਕਾਇਰੇ ਬਣ ਖੋਜਣ ਜਾਈ। ਇਹ ਬਣ ਕਾਹਨੂੰ ਖੋਜਦੇ ਫਿਰਦੇ? ਕੀ ਲੋੜ ਸੀ ਇਹਨਾਂ ਨੂੰ ਜਾਣ ਦੀ? ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਨਾਲ ਤਾਂ ਇਹਨਾਂ ਦੇ ਵੀ ਸਮਾਇਆ ਹੋਇਆ ਸੀ। ਇਹ ਵੀ ਇਹੋ ਜਿਹੇ ਨੇ। ਅਕਲ ਉਕਲ ਇਹਨਾਂ ਨੂੰ ਵੀ ਹੈ ਨਹੀਂ। ਇਹ ਵੀ ਅਕਲ ਤੋਂ ਪੈਦਲੇ ਨੇ। ਭਾਵੇਂ ਹਾਥੀਆਂ ਤੇ ਚੜੇ ਫਿਰਦੇ ਨੇ ਪਰ ਅਕਲ ਤੋਂ ਪੈਦਲੇ ਨੇ ਵੀ। ਹਾਂਜੀ। पौन समान बहे कलीबान सबे अरी बादल से चल फूटे। ਬਾਦਲ ਵਾਂਗੂ ਜਿਵੇਂ ਬੱਦਲ ਫੁੱਟ ਕੇ ਅੱਡ ਅੱਡ ਹੋ ਜਾਂਦੇ ਨੇ ਨਾ, ਉਹਨਾਂ ਦੀ ਏਕਤਾ ਭੰਗ ਹੋ ਗਈ। ਰਾਜੇ ਦੇ ਨਾਲ ਜਿਹੜੇ ਰਾਜੇ ਨਾਲ ਖੜੇ ਤੇ ਉਹ ਖੜੇ ਦਿਖਦੇ ਨਹੀਂ ਰਾਜੇ ਨਾਲ। ਐ ਸੀ ਨਾ ਰਾਜੇ ਦੀ ਸੈਨਾ ਇੱਕ ਮਿੱਕ ਹੈ। ਕੋ ਵਿੱਚੋਂ ਹਣਾਉਣ ਲੱਗੇ ਨਾ ਘੋੜੇ, ਬੋਲਣ ਲੱਗੇ ਨਾ ਰਾਜੇ ਦੇ ਵੀ ਬੰਦੇ, ਵੀ ਸੱਚ ਨੂੰ ਸੱਚ ਮੰਨਣ ਲੱਗ ਗਏ। ਉਹਨਾਂ 'ਚ ਫੁੱਟ ਪੈਦਾ ਹੋ ਕੇ ਅੱਡ ਅੱਡ ਗਰੁੱਪ ਹੋ ਗਏ। ਗਰੁੱਪ ਅੱਡ ਅੱਡ ਹੋ ਗਏ। ਇਹ ਮੰਨਣ ਵਾਲੇ ਵੀ ਹੋ ਗਏ ਬਈ ਹਾਂ ਜਿਹੜਾ ਹੈ ਧਰਮ, ਜਿਹੜਾ ਓਂਕਾਰ ਹੈ, ਗੱਲ ਓਂਕਾਰ ਤੇ ਚਲੀ ਗਈ। ਜਿਹੜੇ ਇੱਕ ਦੇ ਤਿੰਨ ਬਣਾਏ ਹੋਏ ਨੇ ਇਹਨਾਂ ਨੇ, ਪਾਵਰਾਂ ਲਈਆਂ ਨੇ। ਉਹ ਸ਼ਿਵ ਜੀ ਨੂੰ ਕਹਿੰਦੇ ਨੇ। ਜੇ ਰਾਜੇ ਨੂੰ ਕਹਿੰਦੇ ਨੇ ਪਾਲਣ ਵਾਲਾ, ਸ਼ਿਵ ਜੀ ਮਾਰਨ ਵਾਲਾ ਕਿਵੇਂ ਹੈ? ਉਹ ਕਹਿੰਦੇ ਇਹ ਵੀ ਗਲਤ ਕਹਿੰਦੇ ਨੇ। ਮਾਰਨ ਵਾਲਾ ਵੀ ਉਹੀ ਹੈ, ਪੈਦਾ ਕਰਨ ਵਾਲਾ ਵੀ ਉਹੀ ਹੈ, ਪਾਲਣ ਵਾਲਾ ਵੀ ਇੱਕੋ ਹੀ ਹੈ। ਫਿਰ ਉਹ ਕਹਿੰਦੇ ਓਮ ਸ਼ਬਦ ਹੈ ਜਿਹੜਾ ਉਹ ਕਿੱਥੇ ਗਿਆ? ਹੁਣ ਜੇ ਰਾਜੇ ਵਾਲੇ ਕਹਿਣ ਵੀ ਓਮ ਸ਼ਬਦ ਕਿੱਥੇ ਗਿਆ, ਪੜ੍ਹੇ ਲਿਖੇ ਤਾਂ ਉਹਨਾਂ ਨਾਲ ਵੀ ਹੈਗੇ ਨੇ। ਉਹ ਓਮ ਫਿਰ ਕਿੱਥੇ ਗਿਆ? ਉਹ ਕਹਿੰਦੇ ਓਮ ਤਾਂ ਆਪਣੀ ਜਗ੍ਹਾ ਹੈ, ਠੀਕ ਹੈ, ਪਰ ਇਹ ਵੀ ਝੂਠੇ, ਤੁਸੀਂ ਵੀ ਝੂਠੇ, ਤੁਸੀਂ ਦੋਵੇਂ ਝੂਠੇ। ਨਾ शिव ਕੋਲ ਪਾਵਰ ਹੈ ਮਾਰਨ ਦੀ, ਨਾ ਵਿਸ਼ਨੂੰ ਕੋ ਪਾਵਰ ਹੈ ਪਾਲਣਾ ਕਰਨ ਦੀ। ਇਹ ਦੋਏ ਪਾਵਰਾਂ ਤੁਹਾਡੀਆਂ ਆਪੋ ਆਪਣੀਆਂ ਲਈਆਂ ਹੋਈਆਂ ਨੇ, ਆਪੇ ਹੀ ਲਈਆਂ ਹੋਈਆਂ ਪਾਵਰਾਂ ਨੇ। ਜਿਵੇਂ ਅਕਾਲ ਤਖਤ ਵਾਲਿਆਂ ਨੇ ਆਪਣੇ ਆਪੇ ਲੈ ਲਈਆਂ ਪਾਵਰਾਂ ਵੀ ਅਸੀਂ ਸਿੱਖਾਂ ਦੇ ਜਹੇਦਾਰ, ਆਪੇ ਲੈ ਲਈਆਂ ਪਾਵਰਾਂ। ਪੁਜਾਰੀਆਂ ਤੋਂ ਜਹੇਦਾਰ ਬਣ ਗਏ। ਕਾਨੂੰਨੀ ਪਾਵਰ ਨਹੀਂ ਹੈ, ਆਪੇ ਲਈ ਹੋਈ ਪਾਵਰ। ਜਾਂ ਉੱਥੇ ਜਾਣਗੇ ਕੋਰਟ 'ਚ ਫਿਰ ਕੁਝ ਹੋ ਰਿਹਾ ਹੋ ਜਾਊਗਾ, ਫਿਰ ਕੁਝ ਹੋ ਰਿਹਾ ਹੋ ਜਾਊਗਾ। ਆਪੇ ਲਈਆਂ ਹੋਈਆਂ ਪਾਵਰ, ਆਪੇ ਬਣੇ ਹੋਏ ਜਹੇਦਾਰ ਨੇ। ਜਥੇਦਾਰ ਉਹਦੇ ਨਾਲ ਹੁੰਦਾ ਜਿਹਨਾਂ ਫੌਜ ਹੁੰਦੀ ਹੈ ਥੱਲੇ। ਜਾਂ ਜਹੇਦਾਰ ਮਨਜੀਤ ਸਿੰਘ ਸੀ ਜਾਂ ਫੌਜ ਕਿਹਦੇ ਕੋਲ? ਫੌਜ ਸੀ ਬਾਦਲ ਕੋ। ਬਾਥਰੂਮ ਤਾਂ ਵੜ ਗਿਆ ਸੀ। ਫੌਜ ਵਾਲਾ ਜਹੇਦਾਰ ਹੁੰਦਾ, ਜੇ ਜਹੇਦਾਰ ਸੀ ਤਾਂ ਮੁਕਾਬਲਾ ਕਰਦਾ ਉਹਦਾ। ਜਹੇਦਾਰ ਸੀ, ਮੁਕਾਬਲਾ ਕਰਦਾ। ਅਕਾਲੀ ਫੂਲਾ ਸਿੰਘ ਨੂੰ ਲੈ ਜਾਂਦਾ ਰਣਜੀਤ ਸਿੰਘ ਫੌਜ। ਅਕਾਲੀ ਫੂਲਾ ਸਿੰਘ ਜਹੇਦਾਰ ਸੀ, ਰਣਜੀਤ ਸਿੰਘ ਵੀ ਜਹੇਦਾਰ ਸੀ, ਰਾਜਾ ਸੀ, ਚਲੋ ਫੌਜ ਦਾ ਸੀ, ਕਮਾਂਡਰ ਸੀ। ਕਰ ਲੈਂਦਾ ਉਹਨੂੰ ਗ੍ਰਿਫਤਾਰ, ਫਿਰ ਦੇਖ ਲੈਂਦਾ ਸਵਾਦ। ਚਾਹੇ ਉਹਦੇ ਕੋਲ ਬਹੁਤ ਜ਼ਿਆਦਾ ਸੀ ਰਣਜੀਤ ਸਿੰਘ ਕੋਲ, ਐ ਥੋੜੀ ਸੀ ਵੀ ਉਹਨੂੰ ਉਹ ਕਹਿ ਦਿੰਦਾ, ਕੋਈ ਚੈਲੰਜ ਕਰ ਦਿੰਦਾ।
ਅਕਾਲੀ ਫੂਲਾ ਸਿੰਘ ਨੇ ਕਹਿਤਾ ਵੀ ਰਣਜੀਤ ਸਿੰਘ ਨੂੰ ਇਹਨੂੰ ਕੋਈ ਫਤਿਹ ਨਾ ਬੁਲਾਇਓ, ਉਹਨੂੰ ਫਤਿਹ ਬੁਲਾਉਣ ਤੇ ਹਟ ਗਏ। ਸੁਭਾ ਅਰਦੜੀ ਨੇ ਫਤਿਹ ਨਹੀਂ ਬੁਲਾਈ, ਬਾਗੀ ਹੋ ਗਏ ਸਾਰੇ ਉਤੇ। ਇੰਨੀ ਤਾਕਤ ਸੀ ਉਹਦੇ ਕੋਲ, ਜਹੇਦਾਰ ਸੀ। ਤੁਸੀਂ ਹੋ ਜਹੇਦਾਰ, ਝੂਠੀਆਂ ਪਿਆਲੀਆਂ ਚੱਕਣ ਵਾਲੇ ਮੂਹਰੇ ਤੇ ਉਹਨਾਂ ਦੇ। ਸਵਈਆ ਛੰਦ ਆਵਤ ਹੀ ਨਿਰਪਕੇ ਦਲ ਤੇ, ਹਰ ਬਾਜ ਕਰੀ ਰਥ ਕੋਟਕ ਕੂਟੇ। ਜਦੋਂ ਕਲਕੀ ਅਵਤਾਰ ਨੂੰ ਲੋੜ ਪਈ ਨਾ ਬੋਲਣ ਦੀ, ਰਾਜਾ ਤਾਂ ਫਿਰ ਚੁੱਪ ਕਰ ਗਿਆ ਛੇਤੀ, ਉਹ ਲਾਜਵਾਬ ਹੋ ਗਿਆ। ਛੇਤੀ ਤਾਂ ਹੋ ਗਿਆ, ਉਹਨੂੰ ਪਤਾ ਸੀ ਸਾਰੀ ਗੱਲ ਤਾਂ ਹੋਈ ਸੀ ਥੱਲੇ ਪਹਿਲਾਂ ਫੌਜ ਨਾਲ। ਸਿਆਣੇ ਬੰਦੇ ਬਹੁਤਾ ਨਹੀਂ ਬੋਲਦੇ ਹੁੰਦੇ, ਬੇਇੱਜ਼ਤੀ ਹੁੰਦੀ ਹੈ। ਜਿੰਨਾ ਜ਼ਿਆਦਾ ਬੋਲੋ ਉਨੀ ਜ਼ਿਆਦਾ ਬੇਇੱਜ਼ਤੀ ਹੈ। ਜਿਹੜੀ ਗੱਲ ਨਾਲ ਦੇ ਨੇ ਕਹਿਣੀ ਸੀ ਉਹੀ ਉਹਨੇ ਕਹਿਣੀ ਸੀ। ਉਹ ਇੱਕ ਅੱਧੀ ਗੱਲ ਸੁਣ ਕੇ ਆਪਣੇ ਚੁੱਪ ਕਰ ਗਿਆ। ਸਾਰੀ ਗੱਲ ਦਾ ਪਤਾ ਹੀ ਹੁੰਦਾ, ਝੂਠੇ ਨੂੰ ਝੂਠ ਦਾ ਆਪਣੇ ਦਾ ਪਤਾ ਹੀ ਹੁੰਦਾ। ਐਵੇਂ ਸਿਰ ਲੜਾਈ ਜਾਵੇ ਕੋਈ ਫਾਇਦਾ ਨਹੀਂ ਹੁੰਦਾ। ਸਿਆਣਾ ਬੰਦਾ ਚੁੱਪ ਕਰ ਜਾਂਦਾ। ਚੁੱਪ ਕੀਤਾ ਹੋਇਆ ਤਾਂ ਫੇਰ ਸੁਧਾਰ ਹੈ, ਬਦਲਣ ਦਾ ਮੌਕਾ ਉਹਨੂੰ। ਜੇ ਜ਼ਿਆਦਾ ਵੱਜ ਜਾਵੇ ਨਾ, ਬਹਿਸ ਕਰਨ ਲੱਗ ਜਾਵੇ, ਫਿਰ ਪਿੱਛੇ ਮੁੜਨ ਜੋਗਾ ਵੀ ਨਹੀਂ ਰਹਿੰਦਾ। ਜਿਹੜਾ ਆਦਮੀ ਆਪਣੀ ਗਲਤੀ ਨੂੰ ਸੁਣੀ ਜਾਵੇ ਸਮਝੀ ਜਾਵੇ, ਬਹੁਤਾ ਉਹਦਾ ਵਿਰੋਧ ਨਾ ਕਰੇ। ਉਹਦਾ ਕੀ ਪਤਾ ਕਿਹੜੇ ਵੇਲੇ ਕਹਿ ਦੇ ਗੱਲ ਤਾਂ ਸੀ ਠੀਕ ਹੈ, ਮੈਂ ਤਾਂ ਭੁਲੇਖੇ ਸੀ, ਚੱਲ ਗੱਲ ਖਤਮ ਹੋਈ। ਜੇ ਉਹਦਾ ਵਿਰੋਧ ਕਰਨ ਲੱਗ ਜਾਵੇ ਫਿਰ ਨਹੀਂ ਆਉਂਦਾ ਹੁੰਦਾ, ਪੈਂਤਰੇ 'ਚ ਨਹੀਂ ਆ ਸਕਦਾ। ਫਿਰ ਪੈਂਤਰੇ ਉਹਦਾ ਵੱਜਦਾ, ਪੈਂਤਰੇ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਸੱਚ ਦਾ ਪੈਂਤਰਾ ਹੈ, ਉਹ ਜੋ ਵੜ ਨਹੀਂ ਰਿਹਾ। ਇਹਦਾ ਮਤਲਬ ਉਹਨੂੰ ਪਤਾ, ਉਹ ਬਾੜੇ 'ਚ ਨਹੀਂ ਵੜ ਰਹੀ ਭੇਡ। ਬਾੜੇ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਸੱਚ ਦਾ ਸੰਤੋਖ ਦਾ ਦਾਇਰਾ ਆ ਹੈ, ਉਹਦੇ 'ਚ ਆ ਨਹੀਂ ਰਿਹਾ। ਇਹਦਾ ਮਤਲਬ ਵਿਰੋਧ ਕਰਦਾ ਉਹ, ਫਿਰ ਨਹੀਂ ਆਉਂਦਾ ਹੁੰਦਾ ਉਹ। ਸੱਚ ਦਾ ਪਤਾ ਲੱਗੇ ਤੇ ਸਿਆਣੇ ਤਾਂ ਜਦੇ ਜਾਂ ਚੁੱਪ ਕਰ ਜਾਂਦੇ ਨੇ ਜਾਂ ਫਿਰ ਮੰਨ ਲੈਂਦੇ। ਚੁੱਪ ਕਰਿਆ ਕਿਹੜੇ ਵੇਲੇ ਮੰਨ ਲਵੇ, ਮੰਨਿਆ ਹੋਇਆ ਹੀ ਹੁੰਦਾ ਹੈ ਕਿਸਮ ਦਾ। ਚੁੱਪ ਵੀ ਸਹਿਮਤੀ ਹੁੰਦੀ ਹੈ। ਜਿਹੜੇ ਵੋਟ ਕਿਸੇ ਪਾਸੇ ਨਹੀਂ ਲੋਕ ਪਾਉਂਦੇ, ਦੋਵੇਂ ਪਾਰਟੀਆਂ ਉਹਨਾਂ ਨੂੰ ਕਹਿੰਦੇ ਵੀ ਭਾਈ ਨਾ ਉਹਨੂੰ ਬੜਾ ਸਮਝਦਾ, ਨਾ ਉਹ ਸਮਝਦਾ। ਨਿਊਟਰਲ ਤਾਂ ਹੈ ਨਾ ਬੰਦਾ, ਮਨ ਵਿੱਚ ਚਾਹੇ ਕੁਝ ਵੀ ਹੋਵੇ, ਬੋਲੇ ਤਾਂ ਪਤਾ ਲੱਗਦਾ। ਉਹ ਬੋਲਿਆ ਨਹੀਂ ਬਹੁਤਾ, ਰਾਜਾ ਚੁੱਪ ਕਰ ਗਿਆ। ਉਹਨੂੰ ਪਤਾ ਸੀ ਵੀ ਮੇਰੇ ਅੰਦਰ ਵੀ, ਮੇਰੇ ਨਾਲ ਵੀ ਬਹੁਤ ਸਾਰੇ ਬੰਦੇ ਨੇ ਜਿਹੜੇ ਇਸ ਗੱਲ ਨਾਲ ਸਹਿਮਤ ਨੇ। ਪਰ ਇੱਥੇ ਉਹੀ ਸਹਿਮਤ ਵੀ ਹੋ ਗਏ, ਉਹ ਜਿਹੜੇ ਹਿਲਣ ਆਉਂਦੇ ਨੇ ਘੋੜੇ ਨਾ ਛੁੱਟ ਕੇ, ਉਹ ਸਹਿਮਤ ਹੋ ਗਏ ਸਾਰੇ ਹੀ। ਮੰਨਣ ਯੋਗ ਗੱਲ ਹੈ, ਜਿਹੜੇ ਆਦਮੀ ਸੱਚ ਤੇ ਖੜੇ ਹੁੰਦੇ ਨੇ ਉਹ ਤਾਂ ਸੱਚ ਨੂੰ ਐਡਮਿਟ ਕਰਦੇ ਹੀ ਨੇ। ਰਾਜਾ ਹੋ ਸਕਦਾ ਉਹਨਾਂ ਤੇ ਘਬਰਾਇਆ ਹੋਵੇ, ਉਹੀ ਕਹਿਣ ਵੀ ਮਹਾਰਾਜ ਗੱਲ ਤਾਂ ਠੀਕ ਹੈ, ਤੁਸੀਂ ਕਿਉਂ ਨਹੀਂ ਮੰਨਦੇ। ਮੰਨਣ ਵਾਲੀ ਗੱਲ ਨੂੰ ਮੰਨਣਾ ਚਾਹੀਦਾ। ਫਿਰ ਕੀ ਕਰਦਾ ਉਹ, ਆਪਣੇ ਆਦਮੀ ਉਹਦੇ ਖਿਲਾਫ ਹੋ ਜਾਂਦੇ, ਫਿਰ ਕੀ ਕਰਦਾ। ਇਸ ਕਰਕੇ ਰਾਜਾ ਚੁੱਪ ਕਰ ਗਿਆ। ਹੁਣ ਉਹ ਰਾਜਾ ਬੇਸਰਦਾਰੀ ਫੌਜ ਹੋ ਗਈ, ਬਾਕੀ ਰਹਿ ਗਈ ਪਬਲਿਕ ਜਾਂ ਅਹਿਲਕਾਰ, ਵਜ਼ੀਰ। ਉਹਨਾਂ ਨੂੰ ਫਿਰ ਇਹਨੇ ਕਿਹਾ, ਬਾਜ ਕਰੀ ਉਹਨਾਂ ਨੂੰ ਕਿਹਾ, ਆਓ ਬਈ ਹੁਣ ਤੁਸੀਂ ਕਰੋ ਗੱਲ, ਤੁਹਾਡੇ ਸੱਤੇ ਹੀ ਰਾਜ ਚੱਲਦਾ ਸੀ, ਤੁਸੀਂ ਉਹ ਪ੍ਰਚਾਰ ਪਬਲਿਕ ਨੂੰ ਕਰਦੇ। ਰਾਜੇ ਨੇ ਤਾਂ ਕਦੇ ਕਿਹਾ ਨਹੀਂ ਮੈਂ ਵਿਸ਼ਨੂੰ ਹਾਂ, ਵਿਸ਼ਨੂੰ ਦਾ ਤੁਸੀਂ ਪ੍ਰਚਾਰ ਕਰਦੇ ਸੀ। ਰਾਜੇ ਨੇ ਤਾਂ ਕਿਹਾ ਨਹੀਂ ਮੈਂ ਅਵਤਾਰ ਹਾਂ, ਤੁਸੀਂ ਉਹ ਅਵਤਾਰ ਦਾ ਰੌਲਾ ਪਾਉਂਦੇ। ਹੁਣ ਤੁਸੀਂ ਦੱਸੋ। ਜਵਾਬ ਤਾਂ ਉਹਨਾਂ ਨੇ ਦੇਣਾ ਸੀ ਜਿਹੜੇ ਪ੍ਰਚਾਰ ਕਰਦੇ ਸੀ। ਦਲ ਤੇ ਬਾਜ ਕਰੀ ਆਵਤ ਹੀ ਨਿਰਪਕੇ ਦਲ ਤੇ, ਹਾਂ ਨਿਰਪਕੇ ਦਲ ਦੇ ਉੱਤੇ ਵਰਸਿਆ ਹੋਆ ਕੇ ਹਰ ਬਾਜ ਕਰੀ ਰਥ ਕੋਟਕ ਕੂਟੇ। ਰਥ ਜਿਹੜੇ ਸੀ, ਰਥ ਹੁਣ ਕੀ ਹੈ ਇੱਥੇ, ਰਥ ਲਫ਼ਜ਼ ਹੈ। ਰਥ ਦਾ ਮਤਲਬ ਰਸਤੇ ਚੜੇ ਹੋਏ ਬੰਦੇ ਨਹੀਂ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਸਵਾ, ਉਹ ਕੂੜ ਵਾਲੇ ਰਥ ਵਾਲੇ ਕੁੱਟੇ। ਜਿਹੜੇ ਮਾਇਆ ਅਗਨ ਕੀ ਹੁੰਦਾ, ਅਗਨ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ। ਜਿਹੜੇ ਮਾਇਆਧਾਰੀ ਸੀ, ਰਾਜੇ ਨੂੰ ਸਲਾਮਾ ਕਰਨ ਵਾਲੇ, ਸਲਾਮਾ ਦਾ ਕਰਦੇ ਤੇ ਮਾਇਆ ਕਰਕੇ। ਸਮਝਿਆ ਨਹੀਂ। ਸਲਾ ਵਿੱਚ ਸੀਗਾ ਕੂੜ, ਕੂੜੇ ਸੀ ਵੀ ਇਹ ਪਾਲਣਾ ਕਰਦਾ, ਇਹ ਪਾਲਣਾ ਤਾਂ ਕਰਦਾ ਨਹੀਂ। ਉਹ ਮਾਇਆ ਖਾਤਰ ਜਿਹੜੇ ਝੂਠ ਬੋਲਦੇ ਸੀ, ਉਹ ਕੁੱਟਤੇ। ਚਾਬਨੂਸ
ਕੱਲ ਅਸੀਂ ਅੱਖਰੀ ਅਰਥ ਦੀ ਗੱਲ ਕਰਦੇ ਸੀ, ਅੱਜ ਦੇਖਦਾ ਵੀ ਕਿਹਾ ਕੀ ਹੋਊ, ਉਹ ਅੰਦਾਜ਼ਾ ਲਾਉਨੇ। ਹੁਣ ਗੱਲ ਅੰਦਾਜ਼ੇ ਦੀ ਹੈ, ਇਹ ਬੁੱਝਣ ਵਾਲੀ ਗੱਲ ਹੈ। ਇਸ਼ਾਰੇ ਕੀਤੇ ਹੋਏ ਨੇ, ਰਾਤ ਕੋਟ ਕਕੂਟੇ, ਬਸ ਇੰਨੀ ਗੱਲ ਕਹਤੇ। ਰਾਤ ਹੁਣ ਕੀ ਹੈ ਇਹ ਬੁੱਝਣ ਵਾਲੀ ਗੱਲ ਹੈ। ਕਰੋੜਾਂ ਹੀ ਬੰਦੇ ਜਿਹੜੇ ਚਾਪਨੂਸ ਸੀ, ਝੂਠੇ ਮਾਇਆ ਨੂੰ ਸਲਾਮਾ ਕਰਨ ਵਾਲੇ ਚਾਪਨੂਸ ਉਹ ਕੁੱਟਦੇ। ਵੀ ਤੁਸੀਂ ਅਸਲ 'ਚ ਰੋਟੀ ਖਾਂਦੇ ਹੋ ਇਹਦੀ ਦਿੱਤੀ ਹੋਈ, ਤੁਹਾਨੂੰ ਲੱਗਦੀ ਹੈ ਇਹਦੀ ਦਿੱਤੀ ਹੋਈ, ਤਾਂ ਤੁਸੀਂ ਕਹਿੰਦੇ ਹੋ ਕਸੂਰ ਤੁਹਾਡਾ ਵੀ ਨਹੀਂ ਹੈ। ਤੁਹਾਨੂੰ ਪਿੱਛੇ ਨਹੀਂ ਦੀਂਦਾ ਦੇਣ ਵਾਲਾ, ਅੱਖਾਂ ਤੇ ਵਿਸ਼ਵਾਸ ਕਰਦੇ ਹੋ, ਜੋ ਦੀਂਦਾ ਉਹਨੂੰ ਸੱਚ ਮੰਨਦੇ ਹੋ। ਉਹ ਇਹ ਤਾਂ ਸੁਪਨਾ ਹੈ, ਤਾਂ ਜੀਵਨ ਜੱਗ ਸੱਚ ਕਰ ਜਾਣਾ। ਨਾਲੇ ਇਹ ਪੜ੍ਹਦੇ ਹੋ, ਇਹ ਵੀ ਮੰਨਦੇ ਨੇ ਲੋਕ, ਇਹ ਵੀ ਮੰਨਦੇ ਹੋ ਤੁਸੀਂ ਵੇਦ ਦੀ ਗੱਲ ਕਿ ਜੋ ਦੀਂਦਾ ਹੈ ਸਾਰਾ ਝੂਠ ਹੈ। ਫਿਰ ਦੀਂਦਾ ਰਾਜਾ ਜਿਹੜਾ ਤੁਹਾਨੂੰ ਦੀਂਦਾ ਇਹ ਦਿੰਦਾ, ਇਹ ਵੀ ਨੂੰ ਸੱਚ ਕਾਤੇ ਮੰਨਦੇ ਵੀ ਝੂਠ ਹੈ, ਇਹ ਨਹੀਂ ਦਿੰਦਾ ਹੈ। ਜੇ ਇਹ ਦਿੰਦਾ ਦੀਂਦਾ ਜਿਹੜਾ ਉਹ ਵੀ ਗੱਲ ਝੂਠੇ ਮੰਨੋ, ਫਿਰ ਉਹ ਕਦ ਸੱਚ ਬੰਨੀ ਬੈਠੇ ਹੋ। ਆਹ ਗੱਲ ਇਹ ਕੁੱਟੇ ਨੇ। ਜੇ ਰੋਟੀ ਮੂੰਹ 'ਚ ਪਾਉਂਦਾ, ਚੁੰਝ ਦੇ ਨਾਲ ਬੱਚੇ ਦੇ ਮੂੰਹ 'ਚ ਜਾਨਵਰ ਪਾਉਂਦਾ, ਉਹ ਨਹੀਂ ਦਿੰਦਾ, ਕੋਈ ਦਵਾਉਣ ਵਾਲਾ ਦਵਾ ਰਿਹਾ ਉਹਦੇ ਅੰਦਰ। ਜਿਹੜਾ ਅੰਦਰ ਉਹਦੀ ਆਤਮਾ ਨੂੰ ਪ੍ਰੇਰਨਾ, ਉਹਦੇ ਨੱਥ ਨਹੀਂ ਪਾਈ ਹੋਈ ਆਤਮਾ ਦੇ ਨਾਥ ਨੇ, ਉਹ ਦਵਾਉਂਦਾ ਵੀ ਇਹਨੂੰ ਦੇ। ਉਸੇ ਬੱਚੇ ਨੂੰ ਜਾਂ ਉੜਨ ਲੱਗਦਾ, ਆਰਣੇ ਜੋ ਚੁੰਝਾ ਮਾਰ ਕੇ ਕੱਢ ਦਿੰਦਾ, ਉਹੀ ਉਸੇ ਨੂੰ ਦਿੰਦਾ। ਫੇਰ ਕੌਣ ਕਢਾਉਂਦਾ, ਪਹਿਲਾਂ ਕੌਣ ਦਵਾਉਂਦਾ। ਇਹੀ ਗਿਆਨ ਦੀ ਗੱਲ ਹੈ। ਇੱਥੇ ਗਿਆਨ ਪਿਆ, ਹੋਰ ਗਿਆਨ ਕਿੱਥੇ ਪਿਆ। ਫਿਰ ਉਹਨੂੰ ਕੌਣ ਆ ਕੇ ਕਹਿੰਦਾ ਇਹਨੂੰ ਕੱਢ ਦੇ। ਪਹਿਲਾਂ ਕੌਣ ਕਹਿੰਦਾ ਵੀ ਤੂੰ ਭੁੱਖਾ ਰਹਿ, ਚਾਹੇ ਇਹਨੂੰ ਪਾਲ। ਇੱਥੇ ਹੀ ਸਭ ਕੁਝ ਪਿਆ, ਵਿਚਾਰਨ ਦੇ ਵਿੱਚ ਸਭ ਕੁਝ ਹੈ। ਜਾਨਵਰਾਂ ਤੇ ਵਿਚਾਰੋ ਜਾ ਕੇ, ਆਦਮੀ ਨੂੰ ਛੱਡੋ ਤੁਸੀਂ। ਜੇ ਆਦਮੀ ਤੇ ਆ ਕੇ ਅਸੀਂ ਇਕੱਲੀ ਟੇਕ ਰੱਖਦੇ ਹਾਂ, ਫਿਰ ਨਹੀਂ ਗਿਆਨ ਪਰਮ ਗਿਆਨ ਸਮਝ ਆਉਂਦਾ। ਆਦਮ ਗਿਆਨ ਜਾਨਵਰਾਂ 'ਚੋਂ ਸਮਝ ਆਉਂਦਾ ਜ਼ਿਆਦਾ, ਕਿਉਂ ਉਹਨਾਂ ਦਾ ਧਰਮ ਕੋਈ ਨਹੀਂ ਹੈ, ਉਹਨਾਂ ਦੇ ਮੰਦਰ ਕੋਈ ਨਹੀਂ, ਉਹਨਾਂ ਦੇ ਗ੍ਰੰਥ ਕੋਈ ਨਹੀਂ, ਉਹਨਾਂ ਦਾ ਪੰਥ ਕੋਈ ਨਹੀਂ। ਉਹ ਕਿਹਦੇ ਚਰਾਏ ਚੱਲਦੇ ਨੇ? ਉਹ ਚੱਲਦੇ ਨੇ ਹੁਕਮ ਨਾਲ, ਸਿੱਧੇ ਡਾਇਰੈਕਟ ਨੱਥ ਨਾਲ ਚੱਲਦੇ ਨੇ। ਉਹ ਆਦਮੀ ਤਾਂ ਆਪੇ ਨਾਥ ਬਣਿਆ ਹੋਇਆ ਹੈ, ਰਾਜਾ ਬਣਿਆ ਨਹੀਂ ਹੋਇਆ। ਨਾਥ ਬਣਿਆ ਹੋਇਆ, ਆਪਣੇ ਹੁਕਮ ਚਲਾਉਂਦਾ ਨਾਥ ਹੀ ਹੁੰਦਾ। ਜਿਹਦਾ ਹੁਕਮ ਹੈ ਉਹਦੀ ਨੱਥ ਹੈ, ਇਹ ਤਾਂ ਆਪੇ ਰਾਜਾ ਬਣ ਜਾਂਦਾ। ਹਾਂਜੀ, ਰਾਤ ਕੋਟਕ ਕੂਟੇ। ਸਾਜ ਕਰੇ ਨਿਪਰਾਜ ਕਹੂੰ ਬਰਬਾਜ ਫਿਰੇ ਹਿਨ ਨਾਮਤ ਛੂਟੇ। ਕੁਛ ਆਦਮੀ ਉਹ ਸੀ ਜਿਨ੍ਹਾਂ ਨੇ ਰਾਜੇ ਵਾਲੇ ਜਿਹੜੇ ਸਾਜ਼ ਸੀ ਨਾ, ਰਾਜੇ ਨੂੰ ਦਿੰਦਾ, ਉਹ ਕਹਿੰਦੇ ਬਿਲਕੁਲ ਨਹੀਂ ਦਿੰਦਾ ਰਾਜਾ। ਗੱਲ ਠੀਕ ਕਹਿੰਦੇ ਹੋ ਤੁਸੀਂ, ਪਰਮੇਸ਼ਰ ਦਿੰਦਾ ਸੀ। ਰਾਜੇ ਨੂੰ ਕੌਣ ਦਿੰਦਾ? ਬਾਗੀ ਹੋ ਗਏ, ਸਹਿਮਤੀ ਜ਼ਾਹਰ ਕਰਤੀ। ਉਹ ਵੀ ਰਾਜੇ ਦੇ ਹੀ ਬੰਦੇ ਸੀ। ਉਹਨਾਂ ਨੇ ਰਾਜ ਵਾਲਾ ਜਿਹੜਾ ਸੀ ਨਾ ਮਨੌਤ, ਰਾਜੇ ਵਾਲੀ ਮਨੌਤ ਸਾਜ ਲਾ ਕੇ ਭਰੇ ਮਾਰੇ। ਕੌਣ ਕਹਿੰਦਾ ਰਾਜਾ ਦਿੰਦਾ? ਸਭ ਨੂੰ ਪਰਮੇਸ਼ਰ ਦਿੰਦਾ ਹੈ। ਇਹ ਗੱਲ ਸੱਚੀ ਹੈ, ਦਿੰਦਾ ਹੀ ਪਰਮੇਸ਼ਰ ਹੈ। ਇਹ ਤਾਂ ਸਾਧਨ ਨੇ ਸਾਡੇ ਬਣਾਏ ਹੋਏ। ਰਾਜਾ ਕਿੱਥੋਂ ਲੈ ਕੇ ਆਉਂਦਾ? ਸਾਤੋਂ ਹੀ ਲੈਂਦਾ, ਸਾਨੂੰ ਇਹ ਦੇ ਦਿੰਦਾ। ਜੇ ਘਰ 'ਚ 10 ਆਦਮੀ ਕਮਾਉਂਦੇ ਨੇ, ਮੁਖਤਿਆਰ ਇੱਕ ਹੈ, ਉਹ ਮੁਖਤਿਆਰ ਤਾਂ ਨਹੀਂ ਖਿਲਾਉਂਦਾ, ਕਮਾਈ ਤਾਂ ਸਾਰਿਆਂ ਦੀ ਹੋਈ ਹੈ। ਇਹ ਤਾਂ ਟੱਬਰ ਹੈ, ਇੱਕ ਸਾਰਾ ਰਾਜ ਇੱਕ ਟੱਬਰ ਹੈ। ਟੱਬਰ ਦਾ ਇੱਕ ਆਗੂ ਹੈ, ਉਹ ਰਾਜਾ ਹੈ। ਬਾਕੀ ਪਰਮੇਸ਼ਰ ਪੈਦਾ ਕਰਦਾ। ਜੇ ਮੀਂਹ ਨਾ ਪਵੇ, ਪੈਦਾ ਕਿੱਥੋਂ ਹੋ ਜਾਵੇ? ਅਸੀਂ ਖੇਤੀ ਵੀ ਕਰਦੇ ਹਾਂ, ਅੱਗੇ ਬਰਾਨੀਆਂ ਜ਼ਮੀਨਾਂ ਹੁੰਦੀਆਂ ਸੀ। ਸਾਡਾ ਮਿਹਨਤ ਕਰਨਾ ਹੀ ਫਰਜ਼ ਹੈ, ਪਰ ਜੇ ਪਰਮੇਸ਼ਰ ਨਾ ਸਹਾਇਤਾ ਕਰੇ, ਮੌਸਮ ਨਾ ਸਾਥ ਦੇਵੇ, ਫਿਰ ਕਿੱਥੋਂ ਪੈਦਾ ਹੋ ਜਾਏ? ਫਿਰ ਵੀ ਉਹਦੇ ਹੱਥ, ਜੋ ਮਰਜ਼ੀ ਅਸੀਂ ਕਰ ਲਈ, ਹੱਥ 'ਚ ਉਹਦੇ ਹੀ ਹੈ। ਫਿਰ ਵੀ ਪੈ ਨੂੰ ਖਰਾਬ ਕਰ ਦੇਵੇ, ਖਰਾਬ ਨਾਸ ਕਰ ਦੇਵੇ, ਨਾਜ ਹੋਏ ਹੋਏ ਨੂੰ ਗੋਲੇ ਪਾ ਕੇ ਜਾਂ ਕੁਛ ਕਰਕੇ, ਇਹ ਬਚਾ ਲਵੇ ਨਾਸ ਤੋਂ। ਮੀਂਹ ਨਾ ਪੈਂਦਾ, ਸਰੋਂ ਨੂੰ ਤੇਲਾ ਲੱਗ ਜਾਂਦਾ, ਮੀਂਹ ਪੈ ਜਾ ਤੇਲਾ ਹਟ ਜਾਂਦਾ। ਕੌਣ ਲਾਉਂਦਾ, ਕੌਣ ਹਟਾਉਂਦਾ? ਉਹ ਕਹਿੰਦੇ ਬਿਲਕੁਲ ਠੀਕ ਹੈ, ਇਹ ਗੱਲ ਸੱਚ ਕਹਿੰਦਾ। ਉਹ ਬੋਲ ਪਏ ਹਿਣਨਾਥ ਤੇ ਘੋੜੇ ਜਿਹੜੇ ਸੀ, ਰਾਤ ਕੁੱਟੇ ਗਏ, ਘੋੜੇ ਛੁੱਟ ਗਏ। ਰਾਤ ਕੁੱਟੇ ਗਏ, ਘੋੜੇ ਛੁੱਟ ਗਏ।
ਰਥ ਜੜ ਬੁੱਧੀ ਵਾਲਾ ਹੈ, ਘੋੜੇ ਚੇਤਨਤਾ ਹੈ। ਜਿਨ੍ਹਾਂ ਦੇ ਅੰਦਰ ਚੇਤਨਤਾ ਜਾਗੀ ਉਹ ਘੋੜੇ ਬਣਾਤੇ, ਦੂਏ ਰਥੇ ਰਹਿ ਗਏ। ਸਰੀਰ ਰਹਿ ਗਿਆ ਨਾ, ਦੂਆਂ ਦਾ ਸਰੀਰ ਰਹਿ ਗਿਆ। ਜਿਹੜੇ ਸਰੀਰ ਨਾਲ ਜੁੜੇ ਹੋਏ ਨੇ, ਜਿਹੜੇ ਘੋੜੇ ਨੇ ਉਹ ਚੇਤਨ ਨੇ, ਉਹ ਛੁੱਟ ਗਏ। ਘੋੜੇ ਅੱਡ ਹੋ ਗਏ, ਰਥਾਂ ਨੂੰ ਘੋੜੇ ਅੱਡ ਕਰਤੇ। ਚੇਤਨ ਵਾਲੇ ਮਨ ਅੱਡ ਹੋ ਗਿਆ, ਸਰੀਰ ਅੱਡ ਹੋ ਗਿਆ। ਸਰੀਰ ਖਾਂਦਾ, ਮਨ ਤਾਂ ਖਾਂਦਾ ਨਹੀਂ ਹੈ। ਆਤਮਾ ਦੀ ਖੁਰਾਕ ਕੀ ਹੈ? ਸਰੀਰ ਦੀ ਖੁਰਾਕ ਕੀ? ਅੱਡੋ ਅੱਡ ਕਰਤੇ ਦੋਏ। ਰਾਤ ਕੁੱਟਤੇ ਤੇ ਘੋੜੇ ਛੁੱਟ ਗਏ। ਇੱਥੋਂ ਬੁੱਝਣ ਵਾਲੀ ਗੱਲ ਹੈ। ਰਾਤ ਸਾਡੇ ਕੋਲ ਹੈਗਾ ਪਿਆ ਆਦ ਦੇ ਵਿੱਚ, ਉਹ ਲਿਆ ਕੇ ਲਫ਼ਜ਼ਾਂ ਨੂੰ ਜੋੜ ਕੇ ਤਾਂ ਬੁੱਝਣੇ ਹੈ ਕੀ। ਇਹਦਾ ਅਲਜਬਰ ਹੈ ਤੇ ਔਖਾ ਬਹੁਤ ਹੈ। ਹਾਂਜੀ, ਸਾਜ ਗਰੇ ਨਿਪਰਾਜ ਕਹੂੰ। ਨਿਰਪਰਾਜ ਦੇ ਸਾਜ ਸੜਤੇ ਜਿਹੜੀਆਂ ਹੋਤੀਆਂ, ਪਰਵਾਹ ਨਹੀਂ ਕੀਤੀ ਉਹਨਾਂ ਨੇ ਵੀ ਸਾਡੀਆਂ ਸਰਦਾਰੀਆਂ ਖੋਲੂ ਪਿਆ ਖੋਲਵੇ। ਜਦ ਸੱਚ ਤੇ ਬੋਲਣ ਲੱਗੇ, ਜਿਹੜੀਆਂ ਚੌਧਰਾਂ ਦਿੱਤੀਆਂ ਪਿਆ ਖੋਲਵੇ, ਸੱਚ ਨੂੰ ਐਡਮਿਟ ਕਰ ਗਏ। ਉਹ ਰਾਹ ਸਾਜ ਦਿੱਤਾ ਤਾਂ ਉਹਦੀ ਫੀਤੀਆਂ ਲਾਈਆਂ ਹੋਈਆਂ ਸੀਗੀਆਂ, ਚੌਧਰੀ ਸਾਜ ਦੀ ਉਹੀ ਸੀ। ਬਾਹਰਲਾ ਹੀ ਸਾਜ ਸੀ, ਉੱਪਰ ਮਾਰਿਆ ਲਾ ਕੇ ਫੀਤੀਆਂ ਲਾ ਲਵੇ। ਉਹ ਡਿਮੋਟ ਕਰ ਦੂਗਾ, ਹੋਰ ਕੀ ਕਰੂਗਾ। ਹਾਂਜੀ, ਪਰ ਬਾਜ ਫਿਰੇ ਨਾਵਤ ਛੂਟੇ। ਪਰ ਜਿਹੜੇ ਬਾਜ ਸੀ, ਬਲੀ ਆਦਮੀ ਸੀ, ਬੁੱਧ ਬਾਲ ਵਾਲੇ ਸੀ। ਬਾਰ ਹੁੰਦਾ ਬੁੱਧ ਬਾਲ ਵਾਲਾ, ਪਰ ਬਾਜ, ਹਾਂ, ਜਿਨ੍ਹਾਂ ਦਾ ਬੁੱਧ ਬਾਲ ਕਾਇਮ ਸੀ, ਉਹ ਬਣਾਉ ਛੱਡ ਗਏ। ਉਹ ਕਹਿੰਦੇ ਬਿਲਕੁਲ ਠੀਕ ਹੈ ਇਹ ਗੱਲ, ਤਾਂ ਸੱਚ ਹੈ, ਸੱਚ ਨੂੰ ਸੱਚ ਮੰਨਣਾ ਪਊਗਾ। ਉਹ ਰਾਜੇ ਦੇ ਸੀ ਨਾ ਬੰਦੇ, ਛੁੱਟੇ। ਤਾਜ ਕਹੂੰ ਗਜ ਰਾਜ ਰਣ, ਪੜ ਕੇਸਣ ਤੇ ਗਏ ਕੇਸਣ ਜੂਟੇ। ਹਾਂ, ਤਾਜ ਕਹੂੰ ਗਜ ਰਾਜ ਰਣ, ਗਜ ਰਾਜ ਰਣ। ਜਿਹੜੇ ਬੜੇ ਬੜੇ ਹੰਕਾਰੀ ਸੀ, ਦੇਖੋ ਜਿੱਥੇ ਰਾਜ ਨਾਲ ਗਜ ਆਊ ਨਾ, ਉਹ ਰਾਜੇ ਦੇ ਵਿਦਵਾਨ ਹੰਕਾਰੀ ਆਉਣਗੇ। ਜਿਸੇ ਸਿੰਦਰ ਆਊਗਾ, ਉੱਥੇ ਉਹ ਦੂਏ ਹੰਕਾਰੀ ਆਉਣਗੇ ਜਿਹੜੇ ਇਹਨਾਂ ਚੋਂ ਨੇ, ਸ਼ਿਵ ਜੀ ਦੇ ਚੇਲੇ ਵਾਲੇ। ਸ਼ਿਵ ਜੀ ਦੇ ਚੇਲੇ ਵਾਲੇ। ਇੱਥੇ ਗੱਜ ਦੇ ਨਾਲ ਰਾਜ ਹੈ, ਹਾਥੀ। ਧੜਾ ਰਾਜੇ ਵਾਲਾ ਹੈ, ਹੰਕਾਰੀ ਵਿਦਵਾਨ ਨੇ। ਉਹ ਧੜਾ ਸ਼ਿਵ ਜੀ ਵਾਲਾ ਹੈ, ਹੰਕਾਰੀ ਤਪ ਕਰਕੇ ਨੇ। ਇਹ ਗਿਆਨ ਕਰਕੇ ਹੰਕਾਰੀ ਨੇ, ਉਹ ਤਪ ਕਰਕੇ ਹੰਕਾਰੀ ਨੇ। ਦੋਹਾਂ ਦੇ ਵਿੱਚ ਹੈ ਦੋਏ ਹੰਕਾਰੀ। ਉਹਦੇ ਨਾਲ ਗਜਰਾਜ ਲਫ਼ਜ਼ ਵਰਤਿਆ, ਦੂਏ ਦੇ ਨਾਲ ਲਫ਼ਜ਼ ਅੱਡ, ਅਗਲੇ ਸਵਈਏ ਚ ਅੱਡ ਵਰਤਿਆ ਹੋਇਆ ਲਫ਼ਜ਼ ਹੈ। ਜਿਹੜੇ ਹੰਕਾਰੀ ਸੀ, ਗਿਆਨ ਦਾ ਹੰਕਾਰ ਹੋਇਆ ਸੀ, ਉਹ ਕੇਸਾਂ ਦੇ ਫੜ ਕੇ ਉਹ ਵੀ ਹਲਾਏ। ਵੀ ਆ ਜਿਹੜਾ ਤੁਹਾਡਾ ਤੁਸੀਂ ਕਹਿੰਦੇ ਹੋ ਨਾ ਲੰਬੀਆਂ ਬਾਹਾਂ ਵਾਲੇ, ਕਹਿੰਦੇ ਨੇ ਵੀ ਲੰਬੀਆਂ ਬਾਹਾਂ ਹੁੰਦੀਆਂ ਨਹੀਂ, ਅਰਜਨ ਦੇ ਲੰਬੀਆਂ ਬਾਹਾਂ ਸੀਆਂ। ਉਹ ਦ੍ਰਿਸ਼ਟੀ ਲੰਬੀ ਹੋਣੀ ਚਾਹੀਦੀ ਹੈ, ਸੋਚ ਲੰਬੀ ਹੋਣੀ ਚਾਹੀਦੀ ਹੈ। ਤੁਸੀਂ ਤਾਂ ਰਾਜੇ ਤੇ ਹੀ ਖੜੇ ਹੋ ਵੀ ਰਾਜਾ ਹੀ ਦਿੰਦਾ। ਰਾਜੇ ਨੂੰ ਪਿੱਛੇ ਕੌਣ ਦਿੰਦਾ? ਜਦੋਂ ਨੇ ਕਿਹਾ ਤੁਮ कहते हो नंद को नंदन, नंद सो नंदन का को रे, वो लंबी बात करती उदो। तो नंद का ही नंदन थे आगे, नंद सो नंदन का को रे, दृष्टि लंबी करती। नंद की बच्चा है, मुंडा है, कृष्ण का नंद है। नंद फिर किदा जो को फलाने का, फिर वो किदा चल भी ना बाह अगे नू, किथे जाके रुकूगी हुणे। ਇਹਨੂੰ ਲੰਬੀ ਦੇ, ਲੰਬੀ ਨਜ਼ਰ, ਇਹਨੂੰ ਕਹਿੰਦੇ ਲੰਬੀ ਬਾਂਹ। ਉਹ ਗੋਡਿਆਂ ਤੋਂ ਥੱਲੇ ਬਾਂਹ ਹੱਥ ਕਰੀ ਜਾਂਦਾ। ਪਤ ਨਹੀਂ ਜਾਣ ਕੇ ਕਰਦੇ ਰਹੇ, ਪੜਦੇ ਨੇ ਬਾਟ ਪਾੜੀ ਹੈ, ਮਿਸੀ ਹੋਈ ਹੈ ਇਹਨਾਂ ਦੀ ਗੱਲ। ਇਦਾਂ ਹੀ ਕਰਦੇ ਨੇ ਅਰਥ, ਗਾਹ ਨਹੀਂ ਕਰ। ਹੁਣ ਵਾਲਿਆਂ ਨੂੰ ਪਤਾ ਹੀ ਨਾ ਹੋਵੇ, ਗੱਲ ਅਲੱਗ ਹੈ, ਪਰ ਪਹਿਲਿਆਂ ਨੂੰ ਪਤਾ ਸੀ। ਜਿਨ੍ਹਾਂ ਨੇ ਬਾਟ ਪਾੜੀ ਉਹਨੇ ਕਿਹਾ ਇੰਨੇ ਅਰਥ ਕਰ ਲਓ, ਗਾਹ ਕਰਨ ਦੀ ਲੋੜ ਨਹੀਂ, ਲੋਕਾਂ ਨੂੰ ਗਲਤ ਦੱਸ ਦਿਓ। ਇਹਨਾਂ ਨੂੰ ਨਾ ਪਤਾ ਹੋਵੇ, ਉਹ ਗੱਲ ਅਲੱਗ ਹੈ। ਤਾਜ ਕਹੂੰ ਗਜ ਰਾਜ ਰਣ, ਪਟ ਕੇਸਣ ਤੇ ਗਏ ਕੇਸਣ ਜੂਟੇ। ਕੇਸੋ ਕੇਸੀ ਜੁੱਟ ਗਏ। ਕੇਸਾਂ ਤੇ ਜਦ ਗੱਲ ਆ ਗਈ, ਉਹ ਕਹਿੰਦੇ ਇਹ ਵੀ ਤਾਂ ਇਹਨਾਂ ਦੇ ਦੋਆਂ ਦੇ ਜਿਹੜੀਆਂ ਜਟਾਂ ਵਧਾਈਆਂ ਨੇ ਸਾਡੇ ਦਾ, ਇਹ ਜਟਾਂ ਵਾਲੇ ਵੀ ਤਾਂ ਫਿਰ ਇਹੀ ਕੇਸ ਵਧਾਉਂਦੇ ਨੇ, ਵੀ ਤਾਂ ਕੇਸੇ ਬੰਨਦੇ ਨੇ। ਗੱਲ ਵੀ ਠੀਕ ਹੈ।
ਉਹ ਸ਼ਿਵਜੀ ਦੇ ਚੇਲੇ ਵੀ ਉਹੀ ਬੰਦੇ ਨੇ। ਸ਼ਿਵਜੀ ਦੇ ਚੇਲੇ ਜਟਾਂ ਤਾਂ ਬਣਾਉਂਦੇ, ਉਹ ਦੂਰ ਦ੍ਰਿਸ਼ਟੀ ਉਹ ਵੀ ਜਟਾਂ 'ਚ ਬੰਦੇ ਨੇ। ਦੂਰ ਦ੍ਰਿਸ਼ਟੀ ਖੋਪੜੀ ਚੋਂ ਨਿਕਲਦੇ ਨਾ ਕੇਸ, ਉਹਨਾਂ ਨੇ ਲੰਮੀਆਂ ਬਾਹਾਂ ਮੰਨ ਲੀਆਂ, ਉਹਨਾਂ ਨੇ ਲੰਮੀਆਂ ਜਟਾਂ ਮੰਨ ਲੀਆਂ। ਲੈ ਇੰਨਾ ਫਰਕ ਹੈ, ਕਿਉਂਕਿ ਬਾਹੂਬਲ ਨਾਲ ਲੜਦੇ ਨੇ। ਰਾਜਾ ਬਾਹੂਬਲ ਤੇ ਇਤਬਾਰ ਕਰਦਾ, ਉਹ ਦਿਮਾਗ ਦੇ ਨਾਲ ਸਮਾਧੀ ਲਾਉਣ ਤੇ ਖੋਪੜੀ ਚੋਂ, ਉਹਨਾਂ ਨੇ ਖੋਪੜੀ ਚੋਂ ਪੈਦਾ ਹੋਇਆ ਕੇਸ ਲੰਬੇ ਕਰ ਲਏ, ਉਹਨਾਂ ਨੇ ਸਰੀਰ ਨਾਲ ਲੜਨ ਵਾਲੀਆਂ ਬਾਹਾਂ ਲੰਮੀਆਂ ਕਰ ਲਈ। ਇਹ ਤਾਂ ਹੱਥਾਂ ਪੈਰਾਂ ਤੇ ਕੰਮ ਨਹੀਂ ਲੈਂਦੇ। ਕਿਹੜਾ ਕੰਮ ਕਰਦੇ ਨੇ ਸਾਧ? ਸਾਧ ਕਿਹੜਾ ਕੰਮ ਕਰਦੇ ਨੇ? ਜਿਹੜੇ ਕੰਮ ਕਰਦੇ ਨੇ, ਲੜਦੇ ਨੇ, ਉਹਨਾਂ ਨੂੰ ਬਾਹਾਂ ਦੀ ਲੋੜ ਪੈਂਦੀ ਹੈ, ਬਾਹੂਬਲ। ਉਹਨਾਂ ਨੇ ਬਾਹਾਂ ਲੰਮੀਆਂ ਮੰਨ ਲਈਆਂ ਵੀ ਜਿਹਦੀ ਲੰਬੀ ਬਾਹ ਤਲਵਾਰ ਦੂਰ ਮਾਰੂਗਾ। ਉਹਨਾਂ ਨੇ ਕੇਸ ਲੰਬੇ ਕਰ ਲਏ, ਛਟਾਂ ਲੰਬੀਆਂ ਕਰ ਲਈਆਂ। ਫਸੇ ਦੋਏ ਨੇ। ਲੰਬੀ ਨਜ਼ਰ ਕਿਸੇ ਦੀ ਵੀ ਨਹੀਂ, ਦੋਹਾਂ ਦੀ ਹੋਣੀ। ਕਿਸਨ ਤੇਗਾ ਕਿਸਨ ਝੂਟੇ। ਹਾਂ, ਪੌਣ ਸਮਾਨ ਵਹਿ ਕਲੀਬਾਨ, ਸਭੇ ਅਰੀ ਬਾਦਲ ਸੇ ਚੱਲ ਫੁੱਟੇ। ਹਾਂ, ਪੌਣ ਸਮਾਨ। ਜਿਵੇਂ ਹਵਾ ਚੱਲਦੀ ਹੈ ਐ ਤੀਰ ਛੱਡਦਾ, ਯਾਨੀ ਕੋਈ ਬਿੱਥ ਨਹੀਂ। ਕਿਤੇ ਹਵਾ ਜਾਂ ਚੱਲਦੀ ਹੈ, ਕਿਤੇ ਬਿੱਥ ਨਹੀਂ ਹੁੰਦੀ। ਐ ਨਹੀਂ ਇੱਥੋਂ ਚੱਲਦੀ, ਇੱਥੋਂ ਨਹੀਂ ਚੱਲਦੀ, ਇੱਕਦਮ ਤੀਰ ਚੱਲਦੇ ਨੇ। ਤੀਰ ਨਾਲ ਤੀਰ ਮਿਲ ਕੇ ਚੱਲਦਾ, ਜਗ੍ਹਾ ਨਹੀਂ ਜਿਵੇਂ ਹੁੰਦੀ ਨਾ, ਜਾਂ ਕਿਤੇ ਸਪੇਸ ਨਹੀਂ ਹੈ, ਖਾਲੀ ਜਗ੍ਹਾ ਨਹੀਂ ਛੱਡਦਾ। ਫੁੱਟ ਪੈ ਗਈ, ਫੁੱਟ ਦਲ ਦੇ ਵਿੱਚ। ਅਰੀ ਬਾਦਲ ਸੇ ਚੱਲ ਫੁੱਟੇ। ਜਿਹੜੇ ਦੁਸ਼ਮਣ ਸੀ, ਇਹ ਜਿਹੜਾ ਰਾਜਾ ਦਾ ਪੱਖ ਸੀ, ਉਹ 'ਚ ਫੁੱਟ ਪੈ ਗਈ ਕਹਿਣ ਦਾ। ਉਹ ਘੋੜੇ ਵਿੱਚ ਬੋਲ ਪਏ ਨਾ, ਹਿਣਾਉਣ ਲੱਗੇ ਜਿਹੜੇ, ਫੁੱਟ ਗਿਆ ਦਲ ਉਹ 'ਚ। ਕੁਛ ਸੱਚ ਵੱਲ ਹੋ ਗਏ, ਕੁਛ ਚੁੱਪ ਕਰਕੇ ਰਾਜੇ ਤੋਂ ਡਰਦੇ। ਜੇ ਅੰਦਰੋਂ ਮੰਨਦੇ ਵੀ ਉਹਨੂੰ ਡਰਦੇ ਚੁੱਪ ਕਰਕੇ, ਉਹਨਾਂ 'ਚ ਫੁੱਟ ਪੈ ਗਈ। ਹੁਣ ਉਹ ਕਹਿਣ ਲੱਗੇ ਗੱਲ ਤਾਂ ਠੀਕ ਹੈ। ਆਪਣੇ ਨਾਲ ਸਹਿਮਤੀ ਬਣਾਉਣ ਲੱਗ ਗਏ ਜਿਹੜੇ ਦੂਏ ਸੀ। ਜਿਵੇਂ ਬਦਲ ਫੁੱਟ ਜਾਂਦੇ ਨੇ ਨਾ, ਘੁਲਿਆ ਹੋਇਆ ਬਦਲ ਤਾਂ ਪਹਿਲਾਂ ਇੱਕ ਹੁੰਦਾ ਲੱਗਦਾ। ਜਦ ਗੜਗੜ ਆਵਾਜ਼ ਹੁੰਦੀ ਹੈ, ਜਾਂ ਆਵਾਜ਼ ਕੀਤੀ ਉਧਰੋਂ, ਤੇ ਉਹਦੇ ਨਾਲ ਫਟ ਗਏ, ਫਟਾ ਪੈਦਾ ਹੋ ਗਿਆ, ਫੁੱਟ ਪੈ ਗਈ ਰਾਜੇ ਦੇ ਦਲ ਦੇ ਵਿੱਚ। ਜਦ ਫਿਰ ਫਟਦੇ ਨੇ, ਕੋਈ ਇੱਧਰ ਨੂੰ ਚਲੇ ਜਾਂਦਾ ਬਦਲ, ਕੋਈ ਇੱਧਰ ਨੂੰ, ਕੋਈ ਇੱਧਰ ਨੂੰ, ਕੋਈ ਇੱਧਰ ਨੂੰ, ਆਪਣੇ ਆਪਣੇ ਰਾਹ ਹੋ ਗਏ ਸਾਰਿਆਂ ਦੇ। ਖਿੰਡਣ ਲੱਗੇ। ਜੇ ਖਿੰਡਣ ਲੱਗਦਾ ਬਦਲ, ਫਿਰ ਕਹਿੰਦਾ ਵੀ ਹੁਣ ਬਦਲ ਗਿਆ, ਫਿਰ ਵਸਦਾ ਨਹੀਂ ਹੁੰਦਾ ਉਹ। ਹਾਂਜੀ, ਧਾਏ ਪਰੇ ਕਰ ਕੋਪ ਵੱਡੇ ਭੱਟ, ਬਾਣ ਕਮਾਨ ਕਿਰਪਾਨ ਸੰਭਾਰੇ। ਹੁਣ ਜਿਹੜੇ ਸੀ ਨਾ ਹਿਣਾਉਂਦੇ ਘੋੜਿਆਂ ਵਾਲੇ, ਉਹ ਭੱਟ, ਉਹ ਦੂਆਂ ਤੇ ਪਏ ਹੁਣ, ਸਾਧਾਂ ਤੇ। ਉਹ ਕਹਿੰਦਾ ਵੀ ਇਹਨਾਂ ਦੇ ਵੀ ਤਾਂ ਜਟਾਂ ਹੀ ਨੇ, ਫਿਰ ਇਹਨਾਂ ਨੂੰ ਨਹੀਂ ਕਹਿੰਦੇ ਤੁਸੀਂ, ਸਾਨੂੰ ਤਾਂ ਕਿਹਾ। ਇਹ ਕੀ ਕਰਦੇ ਨੇ? ਇਹ ਵੀ ਤਾਂ ਅੱਗ ਨੂੰ ਧੂਣਾ ਅੱਗ ਦਾ ਹੀ ਹੈ, ਰਾਖੇ ਦਿੰਦੇ ਨੇ। ਕੀ ਕਰਦੇ ਨੇ? ਗੱਲ ਉਹਨਾਂ ਦੀ ਜਾਇਜ਼ ਸੀ। ਧਾਏ ਪਰੇ ਕਰ ਕੋਪ ਵੱਡੇ ਭੱਟ। ਵੱਡੇ ਭੱਟ ਸੀ ਜਿਹੜੇ ਘੋੜੇ ਜਿਹੜੇ ਛੁੱਟ ਗਏ ਸੀ, ਉਹ ਭੱਟ ਉਹਨਾਂ ਨੂੰ ਗਿਆ ਹੋਇਆ। ਬਾਣ ਉਹ ਤਾਂ ਕਮਾਨ ਹੁਣ ਬੋਲਦੇ ਹੀ, ਉਹ ਤਾਂ ਸੱਚ ਨਾ, ਦੂਏ ਤਾਂ ਚੁੱਪ ਕਰਕੇ, ਦੂਏ ਤਾਂ ਬੋਲ ਸਕਦੇ ਨਹੀਂ। ਉਹ ਰਾਜੇ ਦੇ ਪੱਖੋਂ ਸਿਰਫ ਉਹ ਬੋਲੇ ਨੇ, ਬੋਲੇ ਕਲਕੀ ਅਵਤਾਰ ਦੇ ਖਿਲਾਫ ਨਹੀਂ ਬੋਲੇ। ਉਹ ਜਿਹੜੇ ਬੰਦੇ ਨੇ ਉਹਦੇ ਨਾਲ ਫੌਜ, ਕਲਕੀ ਦੀ ਫੌਜ ਹੈ ਨਾ, ਦੂਈ ਸਿੱਧਾਂ ਦੀ ਫੌਜ ਨੂੰ ਕਲਕੀ ਦੀ ਫੌਜ ਬੰਦੇ ਨੇ। ਉਹ ਫੌਜ ਤੇ ਉਹ ਵਰਸ ਗਏ, ਵਰਸਣ ਗਈ। ਜਿਹੜੀ ਗੱਲ ਕਿਸੇ ਨੇ ਕਹਿਣੀ ਹੈ ਸਾਨੂੰ ਸਿੱਖਾਂ ਨੂੰ ਕੱਲ ਨੂੰ, ਜਿਹਦੇ ਅਸੀਂ ਲੀਡਰ ਹਾਂ, ਉਹ ਅਸੀਂ ਜੇ ਆਪ ਪਹਿਲਾਂ ਹੀ ਕਹੀਏ ਉਹ ਕਮੀ ਸਾਡੇ ਨਾ ਹੋਵੇ ਤਾਂ ਬਚਾਓ ਹੈ। ਕੱਲ ਨੂੰ ਸਾਡਾ ਬਚਾਓ ਹੀ ਨਹੀਂ ਹੈ। ਦੂਏ ਨੂੰ ਤਾਂ ਕਹੀਏ ਜੇ ਸਾਡੇ 'ਚ ਕਮੀ ਨਾ ਹੋਵੇ। ਜੇ ਅਸੀਂ ਕਹਿੰਦੇ ਹਾਂ ਕਿਸੇ ਨੂੰ ਤੁਸੀਂ ਮੂਰਤੀ ਪੂਜਾ ਕਰ ਦਿਓ, ਕਹਿੰਦਾ ਗੁਰੂ ਗ੍ਰੰਥ ਸਾਹਿਬ ਵੀ ਤਾਂ ਤੁਸੀਂ ਮੂਰਤੀ ਬਣਾਈ ਹੋਈ ਹੈ, ਏਸੀ ਨਹੀਂ ਲਾਉਂਦੇ ਤੁਸੀਂ। ਕੀ ਜਵਾਬ ਹੈ ਸਾਡੇ ਕੋਲ? ਚੁੱਪ ਕਰਨ ਤੇ ਸਿਵਾ ਕੋਈ ਜਵਾਬ ਨਹੀਂ ਹੈ। ਚੁੱਪ ਕਰ ਦੋ ਸਿਵਾ ਕੋਈ ਜਵਾਬ ਹੀ ਨਹੀਂ। ਤੁਸੀਂ ਵੀ ਤਾਂ ਭੋਗ ਲਾਉਂਦੇ ਹੋ। ਹੁਣ ਜੇ ਅਸੀਂ ਮੂੰਹ ਨੂੰ ਪੰਜੀਰੀ ਲਾਉਂਦੇ ਸੀ, ਹੁਣ ਤੁਸੀਂ ਕੀ ਕਰਦੇ ਹੋ? ਚੁੱਪ। ਸਭ ਕੁਝ ਉਹ ਕਰਤਾ ਜਿਹਦੇ ਨਾਲ ਬੋਲਤੀ ਤੁਹਾਡੀ ਬੰਦ ਹੋਣੀ ਸੀ। ਕਿਵੇਂ ਬੋਲਤੀ ਸਿੱਖ ਦੀ ਬੰਦ ਹੋਊ? ਬਹੁਤ ਪਲਾਨਡ ਪ੍ਰੋਗਰਾਮ ਨਾਲ ਕੀਤਾ ਉਹਨਾਂ ਨੇ, ਦੂਰ ਤੋਂ ਲਿਆ ਕੇ। ਅੱਜ ਬੋਲਤੀ ਬੰਦ ਹੈ ਸਭ ਦੀ, ਬੋਲ ਨਹੀਂ ਸਕਦੇ।
ਲੜ ਸਕਦੇ ਨੇ, ਬੋਲ ਨਹੀਂ ਸਕਦੇ। ਜਦ ਬੋਲਤੀ ਬੰਦਾ ਫਿਰ ਲੜਦੇ ਨੇ, ਦੂ ਕਰਕੇ ਚੜ ਜਾਂਦੇ ਨੇ। ਗਿਆਨ ਵਾਲੀ ਗੱਲ ਛੱਡਤੀ, ਝੂਠੇ ਨੇ ਨਾ। ਝੂਠਾ ਆਦਮੀ ਗਲ ਪੈਂਦਾ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਜਿਵੇਂ ਅੱਗੇ ਝੂਠੇ ਮੁਸਲਮਾਨ ਗਲ ਪੈਂਦੇ ਸੀ ਜਾਂ ਬਾਈ ਧਾਰੀਏ ਗਲ ਪੈਂਦੇ ਸੀ, ਗੁਰੂਆਂ ਦੇ ਗਲ ਪੈਂਦੇ ਰਹੇ ਨੇ। ਛੇਵੇਂ ਪਾਤਸ਼ਾਹ ਨੇ ਤਲਵਾਰ ਤਾਂ ਪਾਈ ਸੀ ਬਈ ਆਪਣਾ ਡਿਫੈਂਸ ਵਾਸਤੇ, ਹਮਲੇ ਕਰਨ ਵਾਸਤੇ ਨਹੀਂ ਪਾਈ। ਦਸਮ ਪਾਤਸ਼ਾਹ ਨੇ ਵੀ ਕਿਹਾ ਵੀ ਜਿੱਥੇ ਤੱਕ ਜਵਾਨ ਨਾਲ ਗੱਲ ਚੱਲੇ ਤਲਵਾਰ ਤੇ ਨਹੀਂ ਤੁਸੀਂ ਇਸਤੇਮਾਲ ਕਰਨਾ। ਤਲਵਾਰ ਦਾ ਇਸਤੇਮਾਲ ਉੱਥੇ ਹੋ ਜਦ ਕੋਈ ਹੀਲਾ ਰਹੇ ਹੀ ਨਾ, ਕੋਈ ਜਰੀਆ ਰਹੇ ਹੀ ਨਾ, ਫਿਰ ਤਲਵਾਰ ਦੇ ਹੱਥ ਜਾ ਸਕਦਾ। ਇਹਨਾਂ ਦਾ ਤਾਂ ਪਹਿਲਾਂ ਹੀ ਤਲਵਾਰ ਤੇ, ਇਹਨਾਂ ਨੂੰ ਤਾਂ ਅਗਲੇ ਕਿਸੇ ਨੂੰ ਨਹੀਂ ਹੈ। ਸਿੱਖੀ ਤਾਂ ਛੱਡੀ ਬੈਠੇ ਨੇ, ਸਿੱਖੀ ਦੇ ਕਾਤਲ ਨੇ ਇਹ। ਸਿੱਖੀ ਦੇ ਕਤਲ ਕਰਨ ਨੂੰ ਤਲਵਾਰਾਂ ਪਾਈਆਂ ਨੇ ਇਹਨਾਂ ਨੇ। ਕਿਰਪਾਨਾਂ ਕੀ ਕਰਦੀਆਂ? ਸਿੱਖੀ ਦਾ ਕਤਲ। ਇਹਨਾਂ ਦੀਆਂ ਕਿਰਪਾਨਾਂ ਸਿੱਖੀ ਦਾ ਕਤਲ ਕਰ ਰਹੀਆਂ ਨੇ ਹੁਣ, ਔਰ ਕਤਲ ਕਰ ਚੁੱਕੀਆਂ ਨੇ ਇਹ ਤਲਵਾਰਾਂ। ਹੁਣ ਸਿੱਖਾਂ ਦੇ ਕਤਲ ਤੇ ਆ ਗਈਆਂ। ਸਿੱਖੀ ਦਾ ਕਤਲ ਹੋ ਚੁੱਕਿਆ ਪਹਿਲਾਂ ਹੀ, ਹੁਣ ਸਿੱਖਾਂ ਦਾ ਕਤਲ ਸ਼ੁਰੂ ਹੋਇਆ। ਆਪਸ ਵਿੱਚ ਹੀ ਤਲਵਾਰਾਂ ਚੱਲਣ ਲੱਗੀਆਂ। ਸਿੱਖ ਕੌਣ ਨੇ ਜਿਨ੍ਹਾਂ ਦਾ ਕਤਲ ਹੋ ਰਿਹਾ? ਕੌਣ ਨੇ? ਸਿੱਖੀ ਵਿਹੀਨ ਸਿੱਖ ਨੇ। ਸਿਰਫ ਭੇਖ ਦਾ ਕਤਲ ਹੈ ਹੁਣ। ਸਿੱਖੀ ਦਾ ਕਤਲ ਤਾਂ ਹੋ ਚੁੱਕਿਆ, ਸਿੱਖ ਦਾ ਕੋਈ ਹੈ ਉਹ ਨਹੀਂ। ਹੁਣ ਸਿਰਫ ਸਿੱਖੀ ਦੇ ਭੇਖ ਦਾ ਕਤਲ ਹੈ। ਪਹਿਲਾਂ ਸਿੱਖੀ ਦਾ ਕਤਲ ਹੋ ਚੁੱਕਿਆ, ਹੁਣ ਸਿੱਖ ਭੇਖ ਦਾ ਕਤਲ ਹੋ ਰਿਹਾ। ਹੁਣ ਭੇਖ ਦੇ ਕਤਲ ਤੇ ਆ ਗਏ। ਜਿਹੜਾ ਸਿੱਖ ਦਾ ਭੇਖ ਉਹਦੇ ਮਾਰੋ, ਉਹ ਉਹੀ ਗੋਲਕ ਦੇ ਨੇੜੇ ਜਾਣਗੇ। ਭੇਖ ਵਾਲਾ ਹੀ, ਹੋਰ ਕੌਣ ਜਾਊਗਾ? ਹੁਣ ਭੇਖ ਦਾ ਕਤਲ ਸ਼ੁਰੂ ਹੋਇਆ। ਸਿੱਖੀ ਦਾ ਕਤਲ ਤਾਂ ਬਹੁਤ ਦੇਰ ਹੋ ਚੁੱਕੀ, ਪਹਿਲਾਂ ਹੋ ਚੁੱਕਿਆ। ਸਿੱਖਾਂ ਨੇ ਕੀਤਾ, ਸਿੱਖਾਂ ਨੇ ਕੀਤਾ, ਕਰਨਾ ਹੋਰ ਕੌਣ ਕਰੂਗਾ? ਹੁਣ ਭੇਖ ਦੇ ਕਤਲ ਤੇ ਆਏ ਹੋਏ ਨੇ। ਹਾਂਜੀ। ਧਾਏ ਪਰੇ ਕਰ ਕੋਪ ਵੱਡੇ ਭੱਟ, ਬਾਣ ਕਿਰਪਾਨ ਸੰਭਾਰੇ। ਬਾਣ ਕਮਾਨ ਕਿਰਪਾਨ ਸੰਭਾਰੇ। ਉਹਨਾਂ ਨੇ ਵੀ, ਉਹਨਾਂ ਕੋਲ ਵੀ ਸੱਚ ਸੀ। ਜਿਹੜਾ ਆਦਮੀ ਸੱਚਾ ਕਿਸੇ ਧੜੇ 'ਚ ਹੋਵੇ ਉਹ ਦੂਏ ਤੇ ਉਂਗਲੀ ਉਠਾ ਸਕਦਾ। ਉਹਨੇ ਕਹਾ ਇਹਨਾਂ ਦੀਆਂ ਜੱਟਾਂ ਦੀ ਗੱਲ ਕਰੋ, ਹੁਣ ਇਹਨਾਂ ਦੇ ਧੂਣਾਂ ਦੀ ਗੱਲ ਕਰੋ, ਇਹਨਾਂ ਦੀ ਸਮਾਧੀ ਦੀ ਗੱਲ ਕਰੋ। ਗਿਆਨ ਤੇ ਬਿਨਾਂ ਕਾਹਦੀ ਸਮਾਧੀ ਲਾਉਂਦੇ ਨੇ ਇਹ? ਗਿਆਨ ਤੇ ਬਿਨਾਂ ਧਿਆਨ ਕਿਵੇਂ ਜੁੜ ਜੂ? ਗਿਆਨ ਤੇ ਕਿਹਦਾ ਧਿਆਨ ਲਾਉਂਦੇ ਨੇ? ਜਿਹਦਾ ਗਿਆਨ ਹੀ ਨਹੀਂ ਉਹਦਾ ਧਿਆਨ ਲਾਉਂਦੇ ਨੇ। ਫਿਰ ਦੱਸਿਆ ਕੀ ਹੈ ਇਹਨਾਂ ਨੇ? ਦੱਸਿਆ ਕੀ ਹੈ ਕਿ ਬੌਲਦ ਦੇ ਸਿੰਘ ਤੇ ਧਰਤੀ ਖੜੀ ਹੈ। ਉਹ ਕਿੱਥੇ ਬੌਲਦ, ਕਿੱਥੇ ਸਿੰਘ, ਕਿੱਥੇ ਕੱਛੂ? ਸਵਾਲ ਤਾਂ ਸਾਡੇ ਹੀ ਨੇ ਠਾਲੇ ਹੋਏ ਗੁਰਬਾਣੀ 'ਚ। ਬਸ ਚੁੱਪ। ਹੁਣ ਕਿਵੇਂ ਡਿਫੈਂਸ ਕਰੇ? ਝੂਠ ਦਾ ਡਿਫੈਂਸ ਕਲਕੀ ਅਵਤਾਰ ਕਿਵੇਂ ਕਰੇ? ਬੰਦੇ ਨਾਲ ਖੜੇ ਨੇ, ਪਰ ਉਹਨਾਂ ਦੇ ਝੂਠ ਦਾ ਡਿਫੈਂਸ ਕਿਵੇਂ ਕਰੇ? ਹੁਣ ਨਹੀਂ ਕਰ ਸਕਦਾ। ਝੂਠ ਦਾ ਡਿਫੈਂਸ ਨਹੀਂ ਕੀਤਾ ਜਾ ਸਕਦਾ। ਡਿਫੈਂਸ ਸੱਚ ਦਾ ਹੀ ਕੀਤਾ ਜਾ ਸਕਦਾ ਹੈ। ਸੱਚ ਦਾ ਡਿਫੈਂਸ ਕਰਨ ਦੀ ਲੋੜ ਹੀ ਨਹੀਂ। ਸੱਚ ਤੇ ਤਾਂ ਹਮਲਾ ਹੀ ਨਹੀਂ ਹੁੰਦਾ। ਸੱਚ ਤੇ ਤਾਂ ਡਿਫੈਂਸ ਦੀ ਲੋੜ ਹੀ ਨਹੀਂ ਪੈਂਦੀ ਕਦੇ। ਸਚਿਆਰੇ ਦੇ ਡਿਫੈਂਸ ਦੀ ਲੋੜ ਪੈਂਦੀ ਹੈ, ਸੱਚ ਦੇ ਡਿਫੈਂਸ ਦੀ ਕਦੇ ਲੋੜ ਨਹੀਂ ਪਈ। ਸੱਚ ਦੇ ਡਿਫੈਂਸ ਦੀ ਲੋੜ ਨਹੀਂ। ਸੱਚ ਨੂੰ ਕੋਈ ਖਤਰਾ ਨਹੀਂ, ਸਚਿਆਰੇ ਨੂੰ ਖਤਰਾ ਹੁੰਦਾ। ਸੰਸਾਰ ਕੂੜਿਆਰਿਆਂ ਵੱਲੋਂ ਸਚਿਆਰੇ ਨੂੰ ਖਤਰਾ ਹੈ, ਸੱਚ ਨੂੰ ਕੋਈ ਖਤਰਾ ਨਹੀਂ। ਸੱਚ ਨੂੰ ਤਾਂ ਉਹ ਵੀ ਮੰਨਦੇ ਹੁੰਦੇ ਨੇ। ਸੱਚ ਦੇ ਖਿਲਾਫ ਨਹੀਂ ਕੋਈ ਬੋਲਦਾ ਹੁੰਦਾ।